ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀਆਂ ਨੂੰ ਤੁਹਾਨੂੰ ਸਾਡੇ ਅੱਜ ਦੇ ਲਾਈਵ ਟਾਕ ਸ਼ੋਅ ਵਿੱਚ। ਮੇਰਾ ਤੇ ਤੁਹਾਡਾ ਸਾਥ ਹਰ ਬੁੱਧਵਾਰ ਹੁੰਦਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਇਸ ਸ਼ੋਅ ਦੇ ਰਾਹੀਂ ਬਹੁਤ ਸਾਰੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਵਾਂ ਤੇ ਸਾਡੀ ਕਮਿਊਨਿਟੀ ਦੇ ਵਿੱਚੋਂ ਸ਼ਖਸੀਅਤਾਂ ਨੂੰ ਲਿਆ ਕੇ ਤੁਹਾਡੀ ਰੂਬਰੂ ਕਰਾਂ। ਕਹਿੰਦੇ ਇਨਸਾਨ ਤੇ ਸਾਰੇ ਅਸੀਂ ਆਮ ਹੀ ਆ, ਪਰ ਜਿਹੜੇ ਸਾਡੇ ਕੰਮ ਹੁੰਦੇ ਉਹ ਕਿਤੇ ਨਾ ਕਿਤੇ ਸਾਨੂੰ ਖਾਸ ਬਣਾ ਦਿੰਦੇ ਆ। ਤੇ ਜਦੋਂ ਅਸੀਂ ਭੈਣਾਂ ਦੀ ਗੱਲ ਕਰਦੇ ਹਾਂ ਤੇ ਭੈਣਾਂ ਦੇ ਕੋਲ ਬਹੁਤ ਟੈਲੈਂਟ ਹੁੰਦਾ ਆ, ਪਰ ਕਈ ਵਾਰੀ ਉਹ ਕਿਤੇ ਨਾ ਕਿਤੇ ਸਾਨੂੰ ਸਮਾਂ ਨਹੀਂ ਮਿਲਦਾ ਉਸ ਕੰਮ ਨੂੰ ਅੱਗੇ ਲੈ ਕੇ ਜਾਣ ਦੇ ਲਈ। ਪਰ ਜਦੋਂ ਕਹਿੰਦੇ ਕੋਈ ਵੀ ਮੁਸੀਬਤ ਆਉਂਦੀ ਆ ਕਮਿਊਨਿਟੀ ਦੇ ਵਿੱਚ ਤੇ ਪੰਜਾਬੀਆਂ ਦੀ ਆਦਤ ਆ, ਇਕੱਲੇ ਪੰਜਾਬੀ ਨਹੀਂ ਪੰਜਾਬਣਾਂ ਦੀ ਵੀ ਆਦਤ ਆ ਕਿ ਉਹ ਸਿਰ ਢਾ ਦਿੰਦੇ ਨੇ ਉਸ ਮੁਸੀਬਤ ਦਾ ਸਾਹਮਣਾ ਕਰਨ ਦੇ ਲਈ। ਸੋ ਅੱਜ ਮੇਰੇ ਨਾਲ ਦੋ ਭੈਣਾਂ ਸਾਡੇ ਸਟੂਡੀਓ 'ਚ ਆਈਆਂ ਨੇ, ਇਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। ਪੂਰਾ 1 ਘੰਟਾ ਆ, ਤੁਸੀਂ ਵੀ ਫੋਨ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਡਾ ਕੋਈ ਸਵਾਲ ਹੋਵੇ ਤੇ ਜਾਂ ਤੁਸੀਂ ਇਹਨਾਂ ਨੂੰ ਐਪਰੀਸ਼ੀਏਟ ਹੀ ਕਰਨਾ ਚਾਹੁੰਦੇ ਹੋ ਤੇ ਤੁਸੀਂ ਫੋਨ ਕਰ ਸਕਦੇ ਹੋ। ਸਕਰੀਨ ਤੇ ਸਾਡੇ ਨੰਬਰ ਆ ਰਹੇ ਨੇ, WhatsApp ਰਾਹੀਂ 1800 ਨੰਬਰ ਰਾਹੀਂ ਤੇ ਜਾਂ ਸਾਡੇ ਲੋਕਲ ਨੰਬਰ ਰਾਹੀਂ। ਇਸ ਤੋਂ ਪਹਿਲਾਂ ਕਿ ਮੈਂ ਇਹਨਾਂ ਦੀ ਇੰਟਰੋਡਕਸ਼ਨ ਤੁਹਾਨੂੰ ਦੇਵਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਸਾਡੀ ਗਰੋਸਰੀ ਦੀ ਨਿਰੰਤਰ ਸੇਵਾ ਚੱਲ ਰਹੀ ਹੈਗੀ ਹੈ BNB ਟਰਸਟ, ਬਿਲ ਸੰਧੂ, ਖਾਲਸਾ ਲਾਇਬ੍ਰੇਰੀ, FYI ਮੀਡੀਆ, ਸਾਂਝਾ ਟੀਵੀ। ਤੁਸੀਂ ਕੋਈ ਵੀ ਤੁਹਾਨੂੰ ਗਰੋਸਰੀ ਚਾਹੀਦੀ ਆ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਜਿਹੜੇ ਬਜ਼ੁਰਗ ਨੇ, ਸਟੂਡੈਂਟ ਆ ਜਾਂ ਜਿਹੜੀਆਂ ਸਿੰਗਲ ਮਦਰਸ ਆ ਜਿਨ੍ਹਾਂ ਨੂੰ ਆਉਣਾ ਜਿਨ੍ਹਾਂ ਦੇ ਲਈ ਮੁਸ਼ਕਲ ਆ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸਾਡੇ ਵੋਲੰਟੀਅਰ ਤੁਹਾਡੇ ਤੱਕ ਗਰੋਸਰੀ ਜਿਹੜੀ ਪਹੁੰਚਦੀ ਕਰ ਸਕਦੇ ਨੇ। ਤੇ ਮਾਸਕ ਜਿਹੜੇ ਆ, ਮਾਸਕ ਅੱਜ ਵੀ ਬਣ ਰਹੇ ਨੇ ਔਰ ਉਸੇ ਤਰ੍ਹਾਂ ਹੀ ਮਾਸਕ ਦੀ ਜਿਹੜੀ ਸੇਵਾ ਆ ਉਹ ਫ੍ਰੀ ਦਿੱਤੀ ਜਾ ਰਹੀ ਆ। ਸੋ ਅੱਜ ਗੱਲਬਾਤ ਵੀ ਜਿਹੜੀ ਅਸੀਂ ਕਰਨੀ ਆ ਇਸੇ ਸੇਵਾ ਨੂੰ ਲੈ ਕੇ ਹੀ ਕਰਾਂਗੇ। ਸੋ ਗੈਸਟ ਦੇ ਨਾਲ ਤੁਹਾਨੂੰ ਮੈਂ ਇੰਟਰੋਡਕਸ਼ਨ ਕਰਾਉਂਦੀ ਆ, ਇਹਨਾਂ ਦੇ ਰੂਬਰੂ ਕਰਾਉਂਦੀ ਆ ਤੇ ਫਿਰ ਗੱਲਾਂ ਕਰਦੇ ਆ ਪੂਰਾ 1 ਘੰਟਾ। ਤੁਸੀਂ ਵੀ ਸਾਥ ਦੇਣ ਲਈ ਡੋਰ ਖੜਕਾ ਕੇ ਆ ਸਕਦੇ ਹੋ ਸਾਡੇ ਸ਼ੋਅ ਦੇ ਵਿੱਚ। ਸੋ ਮੇਰੇ ਨਾਲ ਨੇ ਜੀ ਰੁਪਿੰਦਰ ਕਲਸੀ ਜੀ, ਸਤਿ ਸ਼੍ਰੀ ਅਕਾਲ ਜੀ, ਤੇ ਬਲਵੀਰ ਕੌਰ ਢਿੱਲੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਰੁਪਿੰਦਰ ਕਲਸੀ ਜੀ, ਮੈਨੂੰ ਅੱਜ ਤੁਹਾਡਾ ਪੂਰਾ ਨਾਮ ਪਤਾ ਲੱਗਾ, ਪਰ ਮੇਰੇ ਲਈ ਤਾਂ ਤੁਸੀਂ ਰੂਪਾ ਜੀ ਹੋ। ਹਾਂਜੀ, ਮੋਸਟਲੀ ਸਾਰੇ ਰੂਪਾ ਦੇ ਨਾਮ। ਥੈਂਕ ਯੂ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ। ਥੈਂਕ ਯੂ ਜੀ ਤੁਹਾਡਾ ਸਾਨੂੰ ਬੁਲਾਉਣ ਲਈ ਜੀ। ਤੇ ਬਲਵੀਰ ਜੀ, ਤੁਸੀਂ ਤੇ ਪਹਿਲਾਂ ਵੀ ਤੁਹਾਡਾ ਚਿਹਰਾ ਤੇ ਸਾਡੇ ਪਹਿਲਾਂ ਵੀ ਦਰਸ਼ਕ ਦੇਖ ਚੁੱਕੇ ਆ, ਤੁਸੀਂ ਸਾਡੇ ਸਾਂਝਾ ਟੀਵੀ ਤੇ ਆ ਚੁੱਕੇ ਹੋ। ਇੱਕ ਨਹੀਂ 2 ਵਾਰ ਆ ਚੁੱਕੇ ਹੋ। 3 ਵਾਰੀ ਆ। 3 ਵਾਰੀ ਆ ਗਏ? ਅੱਛਾ, ਫਿਰ ਇੱਕ ਵਾਰੀ ਮੈਂ ਨਹੀਂ ਦੇਖਿਆ ਹੋਣਾ। ਇੱਕ ਵਾਰੀ ਅਸੀਂ ਆਪਣੇ ਜਿਹੜਾ ਅਸੀਂ ਸਟੇਜ ਪਲੇ ਕੀਤਾ ਸੀ ਉਹਦੇ ਲਈ ਆਏ ਸੀਗੇ, ਉਹਦੀ ਕਰਨ ਪ੍ਰਮੋਸ਼ਨ ਲਈ ਆਏ ਸੀ ਜੀ। ਸੋ ਤੁਸੀਂ ਤੇ ਸਾਡੇ ਪਰਿਵਾਰ ਨੂੰ ਬਾਖੂਬ ਜਾਣਦੇ ਹੋ ਔਰ ਪਰ ਅੱਜ ਫਿਰ ਤਾਂ ਤੁਸੀਂ ਆਪਣਾ ਸਮਾਂ ਦਿੱਤਾ। ਕਹਿੰਦੇ ਸਮਾਂ ਦੇਣਾ ਬੜਾ ਔਖਾ ਹੁੰਦਾ, ਪਰਿਵਾਰ ਦੇ ਵਿੱਚੋਂ ਸਮਾਂ ਕੱਢਣਾ। ਪਰ ਆਈ ਫੀਲ ਸੋ ਪ੍ਰਾਊਡ ਕਿ ਮੈਂ ਤੁਹਾਡੇ ਨਾਲ ਹਾਂ ਤੇ ਅਸੀਂ ਸਾਰਾ ਇੱਕ ਗਰੁੱਪ ਆ। ਤੇ ਜਿਹੜੀਆਂ ਭੈਣਾਂ ਸਾਡੀਆਂ ਅੱਜ ਇੱਥੇ ਸਾਡੇ ਨਾਲ ਨਹੀਂ ਗਈਆਂ ਪਰ ਉਹ ਜਿਹੜੀਆਂ ਸੇਵਾ ਦਿਨ ਰਾਤ ਕਰਦੀਆਂ ਆ, ਸੋ ਉਹਨਾਂ ਦੇ ਲਈ ਵੀ ਅਸੀਂ ਸਾਡੇ ਕੋਲ ਸ਼ਬਦ ਨਹੀਂ ਕਿ ਕਿਵੇਂ ਉਹਨਾਂ ਨੂੰ ਧੰਨਵਾਦ ਕਰੀਏ। ਸੋ ਅਸੀਂ ਰੂਪਾ ਜੀ ਬਲਵੀਰ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਇਹ ਸ਼ੁਰੂਆਤ ਇੱਧਰੋਂ ਹੋਈ ਸੀ। ਸੋ ਬਲਵੀਰ ਜੀ, ਜਦੋਂ ਅਸੀਂ ਮਾਸਕਾਂ ਦੀ ਗੱਲ ਕਰਦੇ ਹਾਂ ਤੇ COVID-19 ਆਇਆ, ਸਾਰੇ ਲੋਕਾਂ ਨੂੰ ਆਪੋ ਆਪਣੀ ਪੈ ਗਈ ਕਿ ਅਸੀਂ ਗਰੋਸਰੀ ਇਕੱਠੀ ਕਰਕੇ ਰੱਖ ਲਈਏ, ਆਟਾ ਘਰਾਂ 'ਚ ਸਟਾਕ ਅਪ ਕਰ ਲਈਏ, ਟੋਇਲਟ ਪੇਪਰਾਂ ਦੇ ਪਿੱਛੇ ਪੈ ਗਏ ਲੋਕੀ, ਲੜਾਈਆਂ ਹੋਣ ਲੱਗ ਪਈਆਂ, ਆਟਿਆਂ ਦੇ ਥੈਲਿਆਂ ਬਦਲੇ ਲੜਨ ਲੱਗ ਪਏ। ਤੇ ਦੂਜੇ ਪਾਸੇ ਤੁਸੀਂ ਚੁੱਪ ਚਪੀਤੇ ਹੀ ਘਰੇ ਬੈਠ ਕੇ ਮਾਸਕ ਸੀਣ ਲੱਗ ਪਏ। ਤੁਹਾਡੇ ਕਿਵੇਂ ਮਨ 'ਚ ਆਈ ਇਹੋ ਗੱਲ ਕਿ ਮਾਸਕ ਸਾਨੂੰ ਅੱਗੇ ਜਾ ਕੇ ਲੋੜ ਪੈ ਸਕਦੀ ਹੈ? ਸੋ ਉਦੋਂ ਜਦੋਂ ਕੋਵਿਡ ਬਾਰੇ ਚੱਲ ਰਿਹਾ ਸੀ, ਗਰੋਸਰੀ ਵੀ ਨਹੀਂ ਸੀ ਮਿਲਦੀ, ਜਿਵੇਂ ਤੁਸੀਂ ਕਿਹਾ ਟੋਇਲਟ ਪੇਪਰ ਤਾਂ ਬਿਲਕੁਲ ਹੀ ਨਹੀਂ ਸੀ ਮਿਲਦੇ। ਲੋਕਾਂ ਨੇ ਉਹ ਸਟਾਕ ਅਪ ਕਰਨਾ ਸ਼ੁਰੂ ਕਰ ਦਿੱਤਾ। ਤੇ ਮੇਰੇ ਮਦਰ ਉਹ ਕਹਿੰਦੇ ਕਿ ਵੀ ਜਿਵੇਂ ਹੁਣ ਕਈਆਂ ਨੂੰ ਬਜ਼ੁਰਗਾਂ ਨੂੰ ਸਿਹਤ ਪੱਖੋਂ ਉਹਨਾਂ ਨੂੰ ਕਾਫੀ ਚੈਲੰਜ ਹੈਗੇ ਆ, ਹਨਾ, ਤੇ ਉਹਨਾਂ ਨੂੰ ਮਾਸਕ ਕਿਤੋਂ ਨਹੀਂ ਮਿਲਦੇ। ਤੇ ਮੇਰੇ ਮਦਰ ਕਹਿੰਦੇ ਕਿ ਵੀ ਸਟਿਚਿੰਗ ਆਉਂਦੀ ਆ ਤਾਂ ਤੁਸੀਂ ਵੀ ਮਾਸਕ ਕਿਉਂ ਨਹੀਂ ਹਨਾ ਬਣਾ ਕੇ ਤੇ ਲੋਕਾਂ ਨੂੰ ਦਿੰਦੇ ਤੁਸੀਂ, ਹਨਾ, ਸੇਵਾ ਹੀ ਹੈ ਇੱਕ ਕਿਸਮ ਦੀ। ਵੀ ਉੱਦਾਂ ਵੀ ਆਪਾਂ ਦਸਵੰਧ ਕੱਢ ਕੇ ਗੁਰਦੁਆਰੇ ਪੈਸੇ ਚਾੜੀ ਦੇ ਆ ਜਾਂ ਗਰੋਸਰੀ ਦੇ ਕੇ ਆਈ ਦੀ ਆ, ਤੇ ਤੁਸੀਂ ਵੀ ਮਾਸਕ ਬਣਾ ਕੇ ਤੇ ਲੋਕਾਂ ਦੀ ਸੇਵਾ ਕਰੋ। ਸੋ ਉਦੋਂ ਫਿਰ ਮੈਂ ਕਿਹਾ ਚਲੋ ਆ ਤਾਂ ਵਧੀਆ ਆਈਡੀਆ, ਹਨਾ। ਤੇ ਮੇਰੇ ਕੋਲ ਜਿੰਨਾ ਕੁ ਘਰੇ ਕਾਟਨ ਦਾ ਕੱਪੜਾ ਪਿਆ ਸੀ, ਸੂਟਾਂ ਵਗੈਰਾ ਦਾ ਹੀ ਹੁੰਦਾ ਬੇਸਿਕਲੀ, ਤੇ ਮੈਂ ਉਹ ਸੀਣੇ ਸ਼ੁਰੂ ਕੀਤੇ, ਹਨਾ। ਫਿਰ ਮੈਂ 1-2 ਪੋਸਟਾਂ ਵੀ ਪਾਈਆਂ ਫੇਸਬੁੱਕ ਤੇ ਉਹ ਲੋਕਾਂ ਨੇ ਪਸੰਦ ਵੀ ਕੀਤਾ, ਹਨਾ। ਮੁੜ ਕੇ ਫਿਰ ਮੈਂ ਕਿਹਾ ਵੀ ਹੁਣ ਤਾਂ ਮੇਰੇ ਕੋਲ ਕੱਪੜਾ ਹੈ ਨਹੀਂ। ਮੇਰੇ ਕੋਲ ਹੋਰ ਵੀ ਸੀਗਾ ਪਰ ਉਹ ਪਤਲਾ ਬਹੁਤ ਸੀ ਕੱਪੜਾ, ਤੇ ਮੈਂ ਕਿਹਾ ਵੀ ਹੁਣ ਕੀ ਕੀਤਾ ਜਾਵੇ। ਫਿਰ ਮੈਂ ਸੋਚਿਆ ਕਿ ਆਲੇ ਦੁਆਲੇ ਹਨਾ ਨਿਗਾਹ ਮਾਰ ਕੇ ਵੀ ਕਿਹੜਾ ਬੰਦਾ ਜਿਹੜਾ ਇਹ ਕੰਮ ਕਰ ਸਕਦਾ। ਮੈਂ ਵੈਸੇ ਸਾਰੇ ਮੈਂ ਫੈਬਰਿਕ ਲੈਂਡ ਘੁੰਮੇ, ਸਾਰੇ ਪੰਜਾਬੀ ਸਟੋਰ ਘੁੰਮੇ, ਸਾਰੇ ਬੰਦ ਸੀਗੇ।
ਫਿਰ ਮੈਂ ਕਿਹਾ ਚਲੋ ਆ ਲਾਸਟ ਆਪਸ਼ਨ ਜਿਹੜੀ ਹੈ ਇਹ ਟਰਾਈ ਕਰਦੇ ਆ। ਫਿਰ ਮੈਂ ਕਿਹਾ ਬਲਜਿੰਦਰ ਭੈਣ ਜੀ ਨੂੰ ਫੋਨ ਕਰਦੇ ਆ ਨਾ, ਫਿਰ ਮੈਂ ਤੁਹਾਨੂੰ ਫੋਨ ਕੀਤਾ ਵੀ ਇਦਾਂ ਦਾ ਕਰਕੇ ਮੈਨੂੰ ਕੱਪੜੇ ਦੀ ਲੋੜ ਆ ਤੇ ਪਲੀਜ਼ ਤੁਸੀਂ ਤਾਂ ਬਹੁਤ ਲੋਕਾਂ ਨੂੰ ਜਾਣਦੇ ਆ ਵੀ ਸੰਧੂ ਕਲੌਥ ਵਾਲੇ ਭੈਣ ਜੀ ਨੂੰ ਤੁਸੀਂ ਕਹੋ ਕਿ ਸਟੋਰ ਖੋਲ ਦੇਣ, ਕੱਪੜਾ ਚਾਹੀਦਾ ਆ। ਮੈਂ ਦੇਖੇ ਸੀ ਤੁਹਾਡੇ ਮਾਸਕ ਬਣੇ, ਜਦੋਂ ਤੁਸੀਂ ਫੇਸਬੁੱਕ ਤੇ ਮਾਸਕ ਪਾਏ ਸੀ ਮੈਂ ਦੇਖੇ ਸੀ ਮਾਸਕ ਬਣੇ ਤੇ ਮੈਨੂੰ ਬੜਾ ਚੰਗਾ ਲੱਗਾ। ਪਰ ਕਈ ਵਾਰੀ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਅਸੀਂ ਬੀਇੰਗ ਇਨ ਅ ਮੀਡੀਆ ਸਾਡਾ ਵੀ ਬਹੁਤ ਸੀ ਕਿ ਫਰੰਟ ਲਾਈਨ ਵਰਕਰਸ ਨੂੰ ਲੰਚ ਐਪਰੀਸ਼ੀਏਟ ਕਰਨ ਦੇ ਲਈ ਲੈ ਕੇ ਜਾਂਦੇ ਸੀ ਜਾਂ ਅਸੀਂ ਨਿਊਜ਼ ਦੇ ਲਈ ਬਾਹਰ ਅੰਦਰ ਗਏ ਰਹਿੰਦੇ, ਸੋ ਕਈ ਵਾਰੀ ਤੁਹਾਨੂੰ ਆਪਣੇ ਕੰਮਾਂ 'ਚੋਂ ਟਾਈਮ ਨਹੀਂ ਹੁੰਦਾ। ਸੋ ਮੈਂ ਦੇਖੀ ਸੀ ਪੋਸਟ, ਪਰ ਮੇਰੇ ਕੋਲ ਇੰਨਾ ਸਮਾਂ ਨਹੀਂ ਮਿਲਿਆ ਕਿ ਮੈਂ ਤੁਹਾਨੂੰ ਐਪਰੀਸ਼ੀਏਟ ਕਰ ਸਕਾਂ, ਕਹਿ ਸਕਾਂ। ਪਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਤੱਕ ਅਪਰੋਚ ਕਰਦੀ ਤੁਸੀਂ ਮੈਨੂੰ ਫੋਨ ਕਰ ਲਿਆ, ਔਰ ਉਸ ਤੋਂ ਬਾਅਦ ਸਾਡੀ ਟੀਮ ਜਿਹੜੀ ਜੁੜੀ ਤੇ ਰੂਪਾ ਜੀ ਹੁਣੀ ਸਾਡੇ ਤੱਕ ਕਿਵੇਂ ਪਹੁੰਚੇ। ਸੋ ਰੂਪਾ ਜੀ ਤੁਸੀਂ ਦੱਸੋ ਕਿ ਇਸ ਟੀਮ ਦਾ ਤੁਸੀਂ ਕਿਵੇਂ ਹਿੱਸਾ ਬਣੇ। ਇਸ ਤਰ੍ਹਾਂ ਹੈ ਜੀ, ਕੋਈ ਵੀ ਪਿਕਚਰ ਬਣਦੀ ਹੋਵੇ ਉਹਦੇ ਚ ਡਾਇਰੈਕਟਰ, ਪ੍ਰੋਡਿਊਸਰ ਤੇ ਜਿਹੜੇ ਕਲਾਕਾਰ ਉਹ ਸਾਰੇ ਜਦੋਂ ਮਿਲਦੇ ਆ ਤੇ ਇੱਕ ਪਿਕਚਰ ਬਣਦੀ ਆ। ਹੁਣ ਮੈਨੂੰ ਇਹ ਨਹੀਂ ਪਤਾ ਇਹਦੇ ਵਿੱਚ ਪ੍ਰੋਡਿਊਸਰ ਕੌਣ ਸੀ, ਡਾਇਰੈਕਟਰ ਕੌਣ ਸੀ ਤੇ ਕਲਾਕਾਰ ਕੌਣ ਸੀ। ਬਸ ਇਸ ਤਰ੍ਹਾਂ ਹੀ ਮੈਂ ਵੀ ਬਸ ਦੇਖਿਆ ਤੇ ਮੈਂ ਕਿਹਾ ਜੇ ਮੇਰੇ ਹੱਥ 'ਚ ਸਟਿਚਿੰਗ ਦਾ ਹੁਨਰ ਹੈ ਕਿ ਮੈਂ 20 ਸਾਲ ਤੋਂ ਇਹ ਬਿਜ਼ਨਸ ਚਲਾ ਰਹੀ ਹਾਂ ਆਪਣਾ, ਤੇ ਕਿਉਂ ਨਾ ਮੈਂ ਮਾਸਕ ਬਣਾ ਕੇ ਸੇਵਾ ਕਰ ਸਕਾਂ। ਤੇ ਸੇਮ ਬਲਬੀਰ ਭੈਣ ਜੀ ਵਾਲੀ ਗੱਲ ਕਿ ਕੱਪੜੇ ਦੀ ਪ੍ਰੋਬਲਮ ਸੀ ਤੇ ਮੈਂ ਪਹਿਲਾ ਫੋਨ ਸਾਂਝਾ ਟੀਵੀ ਵਾਲੇ ਮੀਡੀਆ ਨੂੰ ਕੀਤਾ ਤੇ ਉਹਨਾਂ ਨੇ ਉਸੇ ਵੇਲੇ ਹਜ਼ਾਰਾਂ ਮੀਟਰ ਕੱਪੜਾ ਮੇਰੀ ਸ਼ਾਪ ਦੇ ਵਿੱਚ ਲਗਾ ਦਿੱਤਾ। ਤੇ ਮੈਂ ਥੈਂਕ ਯੂ ਕਰਾਂਗੀ ਕਿ ਸਟਾਫ ਨੂੰ ਕਿ ਉਸੇ ਵੇਲੇ ਸਟਾਫ ਵੀ ਦੂਸਰੇ ਦਿਨ ਆ ਗਿਆ ਸੇਵਾ ਕਰਨ ਵਾਸਤੇ, ਤੇ ਹੁਣ ਤੱਕ ਅਸੀਂ ਸੇਵਾ ਕਰ ਰਹੇ ਹਾਂ। ਤੁਹਾਡੇ ਨਾਲ ਜਿਹੜੀਆਂ ਜਿੰਨੀਆਂ ਵੀ ਭੈਣਾਂ ਕੰਮ ਕਰਦੀਆਂ, ਤਕਰੀਬਨ 6-7 ਭੈਣਾਂ ਜਿਹੜੀਆਂ ਰੋਜ਼ ਹੀ ਕਹਿ ਲਓ ਕਿ ਆਪਣਾ ਸਮਾਂ ਦੇ ਕੇ ਮਾਸਕ ਹੀ ਸੀਣ ਦੇ ਲਈ ਖਾਸ ਤੌਰ ਤੇ ਆਉਂਦੀਆਂ। ਵੈਸੇ ਤੁਹਾਡਾ ਬਿਜ਼ਨਸ ਬੰਦ ਆ ਟੋਟਲੀ, ਤੁਸੀਂ ਕੋਈ ਸਟਿਚਿੰਗ ਨਹੀਂ ਕਰ ਰਹੇ, ਤੁਹਾਡੇ ਕੋਲ ਕਲਾਇੰਟ ਨਹੀਂ ਆ ਰਹੇ, ਕੁਝ ਨਹੀਂ ਹੋ ਰਿਹਾ, ਪਰ ਸਿਰਫ ਤੁਸੀਂ ਮਾਸਕ ਬਣਾਉਣ ਦੇ ਲਈ ਹੀ ਸਟੋਰ ਨੂੰ ਖੋਲ ਰਹੇ ਹੋ। ਪਰ ਜੀ ਕਿਉਂਕਿ ਬਿਜ਼ਨਸ ਅਸੀਂ ਚਲਾ ਨਹੀਂ ਸਕਦੇ, ਕਿਉਂਕਿ ਬੋਡੀ ਟੱਚ ਕਰਨੀ ਪੈਂਦੀ, ਸਾਨੂੰ ਬੋਡੀ ਮੈਜ਼ਰਮੈਂਟ ਲੈਣਾ ਪੈਂਦਾ, ਇਸ ਕਰਕੇ ਅਸੀਂ ਕੋਵਿਡ-19 ਕਰਕੇ ਕਰ ਨਹੀਂ ਸਕਦੇ। ਜਦੋਂ ਵੀ ਗਵਰਨਮੈਂਟ ਓਪਨ ਕਰੂਗੀ ਉਦੋਂ ਅਸੀਂ ਕਸਟਮਰਸ ਨੂੰ ਵੀ ਬੁਲਾ ਲਵਾਂਗੇ। ਤੇ ਬੜਾ ਔਖਾ ਹੋਊਗਾ ਮੇਜਰਮੈਂਟ ਤੇ ਫੇਰ ਵੀ ਤੁਸੀਂ ਲੈਣੀ ਆ, ਫੇਰ ਵੀ ਤੁਸੀਂ ਸਾਰੀਆਂ ਸੋ ਪ੍ਰੀਕਾਸ਼ਨਸ ਯੂਜ਼ ਕਰਾਂਗੇ ਫਿਰ। ਹਾਂਜੀ, ਪ੍ਰੀਕਾਸ਼ਨਸ ਯੂਜ਼ ਕਰਾਂਗੇ ਤੇ ਸੈਨੀਟਾਈਜ਼ਰ ਯੂਜ਼ ਕਰਾਂਗੇ। ਐਵਰੀ ਕਸਟਮਰ ਤੋਂ ਬਾਅਦ ਮੈਨੂੰ ਹੈਂਡ ਵਾਸ਼ ਕਰਨੇ ਪੈਣੇ ਆ ਤਾਂ ਕਿ ਮੈਂ ਦੂਸਰੇ ਕਸਟਮਰ ਨੂੰ ਅਟੈਂਡ ਕਰਾਂ ਤੇ ਪੂਰੇ ਸੈਨੀਟਾਈਜ਼ਰ ਵਗੈਰਾ ਲਗਾਵਾਂ ਮੈਂ ਹੱਥਾਂ ਜੀ। ਤੇ ਕਿੰਨੇ ਸਮੇਂ ਤੋਂ ਤੁਸੀਂ ਇਸ ਬਿਜ਼ਨਸ 'ਚ ਹੋ ਜੀ? ਕਿੰਨੇ ਕ ਸਮੇਂ ਤੋਂ? ਗਲੈਮਰ ਲੇਡੀਜ਼ ਬੁਟੀਕ ਕਦੋਂ ਤੋਂ ਤੁਹਾਡਾ ਖੋਲਿਆ ਜੀ ਇਹ? ਵੈਸੇ ਮੈਂ 95 ਤੋਂ ਇਸ ਬਿਜ਼ਨਸ 'ਚ ਆ, ਪਰ 95 ਤੋਂ ਲੈ ਕੇ 2000 ਤੱਕ ਮੈਂ ਅਕੇਲੇ ਕੀਤਾ ਤੇ ਬਾਅਦ 'ਚ ਮੇਰੇ ਹਸਬੈਂਡ ਨੇ ਕਿਹਾ ਕਿਉਂ ਨਾ ਕਿਸੇ ਹੋਰ ਨੂੰ ਵੀ ਰੋਜੀ ਰੋਟੀ ਦਿੱਤੀ ਜਾਵੇ। ਫਿਰ ਮੈਂ 2000 'ਚ ਆਪਣੀ ਕੰਪਨੀ ਰਜਿਸਟਰ ਕੀਤੀ। ਉਹਦੇ ਬਾਅਦ ਬਸ ਦਾਤਾ ਦੀ ਮਿਹਰ, ਇੱਕ ਸਟਾਫ ਹੋਇਆ, ਫਿਰ 2 ਹੋਏ, ਫਿਰ 3 ਹੋਏ, ਹੁਣ ਇਸ ਵੇਲੇ 6 ਕੁੜੀਆਂ ਕੰਮ ਕਰ ਰਹੀਆਂ ਮੇਰੇ ਅੰਦਰ। ਹਾਂਜੀ, ਤੇ ਉਹ ਹੁਣ ਤੁਹਾਡੇ ਨਾਲ ਸੇਵਾ ਵੀ ਬਿਲਕੁਲ ਮਾਸਕਾਂ ਦੀ ਕਰ ਰਹੀਆਂ ਨੇ, ਫ੍ਰੀ ਸੇਵਾ ਕਰ ਰਹੀਆਂ। ਤੇ ਬਲਵੀਰ ਜੀ ਤੁਸੀਂ ਸਟਿਚਿੰਗ ਦਾ ਤੁਸੀਂ ਤਾਂ ਮਲਟੀ ਟੈਲੈਂਟਡ ਹੋ, ਮੈਂ ਕਿਹੜਾ ਤੁਹਾਡੀ ਸਿਫਤ ਕਰਾਂ? ਅੱਜ ਵੀ ਆਪਾਂ ਰੂਪਾ ਜੀ ਕਰ ਰਹੇ ਸੀ ਇਹਨਾਂ ਦੀ ਗੱਲ ਨਾ, ਇਹ ਤੇ ਹੈ। ਤੇ ਤੁਸੀਂ ਰਾਈਟਰ ਵੀ ਹੋ, ਸਿੰਗਰ ਵੀ, ਸਿੰਗਿੰਗ 'ਚ ਵੀ ਮਾੜਾ ਹੱਥ ਅਜਮਾ ਰਹੇ ਹੋ, ਤੇ ਉਸ ਦੇ ਨਾਲ ਤੁਸੀਂ ਪੇਂਟਿੰਗ ਵੀ ਬੜੀ ਵਧੀਆ ਕਰਦੇ ਹੋ, ਕੁਕਿੰਗ ਬਾ ਕਮਾਲ ਕਰਦੇ ਹੋ, ਤੇ ਸਟਿਚਿੰਗ ਵੀ। ਇਹ ਸਟਿਚਿੰਗ ਸ਼ੁਰੂ ਤੋਂ ਹੀ ਸਿੱਖੀ ਹੈ ਜਾਂ ਕਿਵੇਂ? ਸਟਿਚਿੰਗ ਜਿਵੇਂ ਇੰਡੀਆ ਜਦੋਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸੀ, ਘਰਦਿਆਂ ਨੂੰ ਹੁੰਦਾ ਸੀ ਵੀ ਇਹ ਕੁਛ ਨਾ ਕੁਛ ਸਿੱਖ ਲਓ ਨਾ, ਉਦੋਂ ਮੈਂ 2 ਹਫ਼ਤੇ ਲਾਏ ਸੀ ਸਟਿਚਿੰਗ ਦੇ। ਉਦੋਂ ਬਾਅਦ 'ਚ ਫਿਰ ਉਹ ਬਸ ਕੱਟ ਕੇ ਸੀਣਾ, ਇੱਦਾਂ ਹੀ ਪ੍ਰੈਕਟਿਸ ਕਰੀ ਗਈ ਮੈਂ, ਤੇ ਬਸ ਇੰਨਾ ਕੀ ਸੀ ਸਟਿਚਿੰਗ। ਮੈਂ ਪਹਿਲਾਂ ਸਾਡਾ 2000 ਤੋਂ ਲੈ ਕੇ 2005 ਤੱਕ ਕੱਪੜੇ ਦਾ ਸਟੋਰ ਰਿਹਾ ਮੇਰੇ ਕੋਲ, ਬਿਜ਼ਨਸ ਹੁੰਦਾ ਸੀ ਉੱਥੇ, ਸਾਰਾ ਸਟਿਚਿੰਗ ਵੀ ਕਰਦੇ ਸੀ, ਆਲਟਰੇਸ਼ਨਸ ਵਗੈਰਾ ਸਾਰਾ ਕੁਝ ਕਰਦੇ ਸੀ। ਸੋ ਤਾਂ ਕਾਫੀ ਉਹਦਾ ਐਕਸਪੀਰੀਅੰਸ ਸੀਗਾ ਸਟਿਚਿੰਗ ਦਾ ਵੀ। ਤੇ ਉਹ ਤਾਂ ਫਿਰ ਹੁਣ ਆਪਣੇ ਲਈ ਵੀ ਸੂਟ ਸਟਿਚ ਕਰਨੇ ਆ, ਕਦੀ ਟੇਲਰ ਦੀ ਲੋੜ ਨਹੀਂ ਪਈ, ਆਪ ਬਣਾ ਕੇ ਪਾਈ ਚਲੋ, ਫੇਸਬੁੱਕ ਤੇ ਫੋਟੋਆਂ ਪਾਈ ਚਲੋ। ਠੀਕ ਹੈ ਜੀ। ਤੇ ਰੂਪਾ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਬਿਜ਼ਨਸ ਦੀ, ਤੇ ਬਿਜ਼ਨਸ ਨੂੰ ਤਾਂ ਬਹੁਤ ਜ਼ਿਆਦਾ ਇਹਦੇ ਨਾਲ ਇਫੈਕਟ ਪਿਆ ਕੋਵਿਡ-19 ਦੇ ਨਾਲ। ਸੋ ਤੁਹਾਡੇ EMPLOYEES ਤਾਂ ਹੁਣ ਸਾਰੇ ਤੁਹਾਡੇ ਨਾਲ ਕੰਮ ਤੇ ਨਹੀਂ ਕਰ ਰਹੇ, ਪਰ ਉਹ ਸੇਵਾ ਹੀ ਕਰ ਰਹੇ ਹੈਗੇ ਆ। ਤੇ ਤੁਹਾਨੂੰ ਕੀ ਲੱਗਦਾ ਕਿ ਜਦੋਂ ਇਹ ਸਾਰਾ ਕੁਝ ਓਵਰ ਹੋਇਆ ਤੇ ਕਿੰਨਾ ਕੁ ਸਮਾਂ ਲੱਗੂ ਤੁਹਾਨੂੰ ਬੈਕ ਟੂ ਨੋਰਮਲ ਹੋਣ ਲਈ? ਦੇਖੋ ਜੀ, ਇਸ ਤਰ੍ਹਾਂ ਆ ਕਿ ਜਿਹੜੇ ਆ ਬਿਜ਼ਨਸ ਆ, ਸਟਿਚਿੰਗ ਦੇ ਹੋਏ, ਕੱਪੜੇ ਦੇ ਹੋਏ, ਇਹ ਸਾਰੇ ਹੈਗੇ ਆ ਕਨੈਕਟਡ ਵਿਆਹ ਸ਼ਾਦੀਆਂ ਦੇ ਨਾਲ। ਇਸ ਸਾਲ ਵਿਆਹ ਸ਼ਾਦੀ ਤੇ ਸਾਰੇ ਕੈਂਸਲ ਹੋ ਗਏ ਤੇ ਸਾਨੂੰ ਇਹ ਸਾਲ ਬਹੁਤ ਜ਼ਿਆਦਾ ਮੁਸ਼ਕਿਲ 'ਚ ਕੱਢਣਾ ਪੈਣਾ, ਬਹੁਤ ਜ਼ਿਆਦਾ, ਜਿਹਨੂੰ ਅਸੀਂ ਕਹੀਦਾ ਹੈ ਜੀ। ਤੇ ਦੂਜੇ ਪਾਸੇ ਜਿੱਦਾਂ ਹੁਣ ਸਮਾਲ ਬਿਜ਼ਨੈਸਸ ਦੇ ਲਈ ਕਈ ਸਾਰੀਆਂ ਗਵਰਨਮੈਂਟ ਵੱਲੋਂ ਵੀ ਰਿਆਇਤਾਂ ਦਿੱਤੀਆਂ ਜਾਂਦੀਆਂ, ਔਰ ਤੁਸੀਂ ਹੁਣ ਸਪੈਸ਼ਲ ਜਿਹੜਾ ਆਪਣੀ ਸਟੋਰ ਖੋਲ ਰਹੇ ਹੋ ਕਿਉਂਕਿ ਮਸ਼ੀਨਾਂ ਪਾਵਰ ਆ, 5-6 ਮਸ਼ੀਨਾਂ ਜਿਹੜੀਆਂ ਤੁਹਾਡੀਆਂ
ਤਕਰੀਬਨ ਸਵੇਰ ਦੇ 10 ਵਜੇ ਤੋਂ ਲੈ ਕੇ 6-7 ਵਜੇ ਤੱਕ ਚੱਲਦੀਆਂ, ਤੁਸੀਂ ਨਿਰੰਤਰ ਮਾਸਕ ਸੀ ਜਾਂਦੇ ਹੋ। ਔਰ ਮੈਨੂੰ ਪਤਾ ਕਿਉਂਕਿ ਮੈਂ ਇਹ ਮਾਸਕ ਕੱਲਾ ਲੋਅਰ ਮੇਨਲੈਂਡ ਦੀ ਮੈਂ ਗੱਲ ਕਰਾਂ, ਸਿਰਫ ਇੱਥੇ ਹੀ ਨਹੀਂ, ਇਹ ਮਾਸਕ ਮੈਂ ਆਪਣੇ ਹੱਥੀਂ ਸ਼ਿਪ ਕੀਤੇ ਆ ਜੀ। ਜਰਮਨੀ 'ਚ ਵੀ ਗਏ ਆ, ਇੰਗਲੈਂਡ 'ਚ ਵੀ ਗਏ ਆ, ਨਿਊ ਜਰਸੀ, ਨਿਊਯਾਰਕ, ਕੈਲੀਫੋਰਨੀਆ ਔਰ ਵਰਨਨ, ਕਲੋਨਾ, ਹੋਰ ਟੋਰਾਂਟੋ, ਕਾਫੀ ਸਿਟੀਜ਼ ਨੂੰ ਅਸੀਂ ਜਿਹੜੇ ਮਾਸਕ ਭੇਜੇ ਆ। ਸੋ ਮੇਰੇ ਕੋਲ ਪੂਰੀ ਇਹਨਾਂ ਦੀ ਡਿਟੇਲ ਆ ਕਿਉਂਕਿ ਸ਼ਿਪਿੰਗ ਕਰਨ ਮੈਂ ਅਕਸਰ ਜਾਂਦੀ ਰਹਿੰਦੀ ਆ ਤੁਹਾਡੇ ਕੋਲੋਂ ਬਣੇ ਬਣਾਏ ਲਿਆ ਕੇ। ਤੇ ਜਦੋਂ ਅਸੀਂ ਗੱਲ ਕਰਦੇ ਆ ਤੁਸੀਂ ਹੁਣ, ਤੇ ਤੁਹਾਨੂੰ ਕੋਈ ਇਦਾਂ ਦੀ ਰਿਆਇਤ ਕੁਛ ਇਹੋ ਜਿਹਾ ਤੁਹਾਡੇ ਕੋਲ ਬੈਨੀਫਿਟ ਹੈ? ਨਹੀਂ ਜੀ, ਹਾਲੇ ਤੱਕ ਤੇ BC ਹਾਈਡਰੋ ਵੱਲੋਂ ਵੀ ਸਾਨੂੰ ਕੋਈ ਬੈਨੀਫਿਟ ਨਹੀਂ ਮਿਲਿਆ। ਤੇ ਬਾਕੀ ਜਿਹੜੀ ਆ ਰਹੀ ਆ ਲੀਜ਼ ਦੀ ਗੱਲ, ਕਿ ਜਿਹੜਾ ਹੁਣ ਰੈਂਟ ਸ਼ਾਪਸ ਦਾ, ਉਹ ਹਾਲੇ 15th ਨੂੰ ਅਪਲਾਈ ਕਰਨਾ। ਪਰ ਜਿੱਥੋਂ ਤੱਕ ਸਾਡੇ ਦੇਖਣ ਚ ਆਇਆ ਆ ਕਿ ਉਹਦੇ ਵਿੱਚ ਟਰਮਸ ਐਂਡ ਕੰਡੀਸ਼ਨ ਲਿਖੀਆਂ ਹੈ ਕਿ ਉਹ ਕਹਿੰਦੇ ਆ ਕਿ ਓਨਰ ਨੂੰ ਅਪਲਾਈ ਕਰਨਾ ਪੈਣਾ, 50% ਉਹ ਗਵਰਨਮੈਂਟ ਕੋਲ ਅਪਲਾਈ ਕਰੇ ਤੇ 25% ਉਹ ਆਪਣੇ ਕੋਲੋਂ ਦਵੇ ਤੇ 25% ਟੈਨੈਂਟ ਦੇਣ। ਪਰ ਸਾਡਾ ਖਿਆਲ ਹੈ ਕਿ ਲੀਜ਼ ਜਦ ਅਸੀਂ ਲਿਖੀ ਹੈ ਤੇ ਸਾਨੂੰ 50% ਗਵਰਨਮੈਂਟ ਨੂੰ 3 ਮਹੀਨੇ ਦਾ ਰੈਂਟ ਦੇਣਾ ਚਾਹੀਦਾ ਡਾਇਰੈਕਟ, ਕਿਉਂਕਿ ਕੁਝ ਓਨਰ ਇਹੋ ਜਿਹੇ ਆ ਕਿ ਉਹ ਆਪਣੇ ਟੈਨੈਂਟ ਵਾਸਤੇ ਅਪਲਾਈ ਨਹੀਂ ਕਰੂਗੇ। ਉਹ ਇਹ ਨਹੀਂ ਕਹਿਣਗੇ ਕਿ ਅਸੀਂ ਟੈਨੈਂਟ ਵਾਸਤੇ ਲੋਨ ਅਪਲਾਈ ਕਰੀਏ ਕਿ ਕੱਲ ਨੂੰ ਟੈਨੈਂਟ ਕੋਈ ਬੈਂਕ ਕਰਪਸੀ ਫਾਈਲ ਕਰ ਦੇਵੇ ਜਾਂ ਕੁਝ ਫਾਈਲ ਕਰ ਦੇਵੇ, ਰਾਈਟ? ਤੇ ਇਹਦੇ ਵਿੱਚ ਉਹਨਾਂ ਨੂੰ ਘਾਟਾ ਪੈਂਦਾ। ਸਪੋਜ਼ ਜੇ ਮੈਂ ਵੀ ਉਹਨਾਂ ਦੀ ਜਗ੍ਹਾ ਹੋਵਾਂ, ਮੈਂ ਓਨਰ ਹੋਵਾਂ ਕਿਸੇ ਸ਼ਾਪ ਦੀ ਤੇ ਅੱਗੋਂ ਟੈਨੈਂਟ ਹੋਵੇ, ਤੇ ਸ਼ਾਇਦ ਮੈਂ ਵੀ ਇਹੀ ਸੋਚਾਂ। ਤੇ ਮੇਰੀ ਤੇ ਇਹ ਰਿਕੁਐਸਟ ਹੈ ਕਿ ਗਵਰਨਮੈਂਟ ਨੂੰ ਕਰਨਾ ਚਾਹੀਦਾ ਸੀ ਕਿ ਲੀਜ਼ ਸਾਡੇ ਕੋਲ ਹੁੰਦੀ ਆ, ਸਾਡੇ ਚੈੱਕ ਹੁੰਦੇ ਆ, ਪ੍ਰੂਫ ਪੂਰਾ ਹੁੰਦਾ ਕਿ ਅਸੀਂ ਚੈੱਕ ਕੱਟ ਕੇ ਦੇਣੇ। ਦੂਸਰੀ ਗੱਲ ਇਹ ਆ ਕਿ ਕਈ ਵਾਰ ਟਰਮਸ ਕੰਡੀਸ਼ਨਸ ਇਹੋ ਜਿਹੀਆਂ ਹੁੰਦੀਆਂ ਕਿ ਸਾਡੇ ਕੋਲੋਂ ਓਨਰ ਪੂਰੇ 1 ਸਾਲ ਦਾ ਚੈੱਕ ਲੈ ਲੈਂਦੇ ਆ ਡੇਟਸ ਕਰਵਾ ਕੇ। ਤੇ ਉਹੋ ਜਿਹਾ ਜਦੋਂ ਕੰਡੀਸ਼ਨ ਹੋਵੇ ਤੇ ਅਸੀਂ ਕੀ ਕਰ ਸਕਦੇ ਆ ਕਿ ਜਿਹੜਾ ਆ ਹੁਣ COVID-19 ਦਾ ਉਹਨਾਂ ਨੇ ਰੂਲ ਕੱਢਿਆ ਆ। ਤੇ ਤੁਸੀਂ ਇਹਨੂੰ ਲੈ ਕੇ ਕਿਸੇ ਦੇ ਨਾਲ ਕੋਈ ਗੱਲਬਾਤ ਕੀਤੀ ਜਾਂ ਤੁਸੀਂ ਕਿਸੇ ਦੇ ਨਾਲ ਇਹਦੇ ਬਾਰੇ ਡਿਸਕਸ ਕੀਤਾ? ਗੱਲਬਾਤ ਮੈਂ ਸੁਖਤਾ ਦੀਵਾਲ ਦੇ ਆਫਿਸ 'ਚ ਵੀ ਫੋਨ ਕੀਤਾ ਸੀ, MLA ਰਚਨਾ ਸਿੰਘ ਜੀ ਦੀ ਆਫਿਸ 'ਚ ਵੀ ਫੋਨ ਕੀਤਾ ਸੀ, ਤੇ ਉਹ ਕਹਿੰਦੇ ਸੀ ਹਾਲੇ ਜੋ ਵੀ ਹੋਏਗਾ 15th ਨੂੰ ਪਤਾ ਲੱਗੇਗਾ। ਤੇ ਜੇ 15th ਨੂੰ ਇਹ ਟਰਮ ਕੰਡੀਸ਼ਨਸ ਰਹੀਆਂ ਤੇ ਸਾਡੇ ਓਨਰ ਜੇ ਨਹੀਂ ਮੰਨੇ ਤੇ ਅਸੀਂ ਬਹੁਤ ਜ਼ਿਆਦਾ ਹਾਰਡ ਸਿਚੁਏਸ਼ਨ ਚੋਂ ਨਿਕਲਾਂਗੇ, ਜਿਹਨੂੰ ਕਹਿੰਦਾ ਬਹੁਤ ਦੇਖਣ ਚ ਆਇਆ ਕਿ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਕੁਝ ਬਿਜ਼ਨਸ ਜਿਹੜੇ ਬੰਦ ਵੀ ਹੋ ਰਹੇ। ਹਾਂਜੀ, ਦੇਖ ਲਓ ਜੀ, ਮੇਰੀ ਆਪਣੀਆਂ ਨਜ਼ਰਾਂ ਚ ਆਇਆ ਕਿ ਰਾਤ ਨੂੰ ਸਵੇਰੇ ਦੇਖੀਦਾ ਹੈ ਕਿ ਕੱਪੜੇ ਹੈਗੇ ਆ, ਰਾਤ ਨੂੰ ਸਵੇਰੇ ਮੈਂ ਦੇਖਿਆ ਤੇ ਸ਼ਾਪਸ ਖਾਲੀ ਆ, ਰਾਤ ਨੂੰ ਕੱਪੜੇ ਟੰਗੇ ਹੋਏ। ਕਈ ਸ਼ਾਪਸ ਵਾਲੇ ਰਾਤੋਂ ਰਾਤ ਹੀ ਬਿਜ਼ਨਸ ਖਾਲੀ ਕਰ ਰਹੇ ਆ। ਕਿ ਉਹਨਾਂ ਦੀ ਲੀਜ਼ ਹਲੇ ਮੇਬੀ ਸ਼ਾਇਦ ਅੱਗੇ ਤੱਕ ਹੋਊਗੀ? ਇਹਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ, ਕਿਉਂਕਿ ਉਹਨਾਂ ਦਾ ਬਿਜ਼ਨਸ ਹੈ, ਸਾਨੂੰ ਆਪਣੇ ਬਿਜ਼ਨਸ ਦਾ ਪਤਾ ਆ। ਤੇ ਜਦੋਂ ਇਹ ਸਾਰਾ ਕੁਝ ਖੁੱਲ ਜਾਂਦਾ ਹੈ ਤੇ ਫਿਰ ਤੁਹਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ। ਮੁਸ਼ਕਲਾਂ ਦਾ ਸਾਹਮਣਾ, ਕਿਉਂਕਿ 6 EMPLOYEES ਤੁਹਾਡੇ ਨਾਲ ਕੰਮ ਕਰਦੇ ਆ, ਸੋ ਫਿਰ ਉਹਨਾਂ ਦਾ ਵੀ ਬੜਾ ਔਖਾ ਹੋ ਜਾਊਗਾ। ਹਾਂਜੀ। ਤੇ ਬਲਵੀਰ ਜੀ, ਜਦੋਂ ਅਸੀਂ ਗੱਲ ਕਰਦੇ ਆ ਤੇ ਤੁਸੀਂ ਵੀ ਐਜ਼ ਅ ਬੱਸ ਚਲਾਉਂਦੇ ਹੋ, ਤੁਸੀਂ ਬੱਸ ਡਰਾਈਵਰ ਹੋ, ਤੇ ਤੁਸੀਂ ਵੀ ਹੁਣ ਬੈਕ ਜਾ ਰਹੇ ਹੋ ਆਪਣੇ ਕੰਮ ਲਈ ਕਿ ਜਾਂ ਨਹੀਂ ਹਲੇ ਜਾ ਰਹੇ? ਸਕੂਲ ਵਾਪਸ ਖੁੱਲਣਗੇ ਸੈਪਟੈਂਬਰ 'ਚ। ਹਾਂਜੀ, ਮੈਂ ਡਿਸਟ੍ਰਿਕਟ ਦੇ ਨਾਲ ਬੱਸ ਚਲਾਉਂਦੀ ਹਾਂ। ਹਾਂਜੀ। ਤੇ ਤੁਹਾਨੂੰ ਕਿੱਦਾਂ ਲੱਗਦਾ ਹੈਗਾ ਕਿ ਜਦੋਂ COVID-19 ਖੁੱਲਣਾ ਆ ਤੇ ਬੈਕ ਟੂ ਨਾਰਮਲ ਬਹੁਤ ਕੰਮ ਹੋਣੇ, ਜਿੱਦਾਂ ਹੁਣ ਸਪਾ ਖੁੱਲ ਰਹੇ, ਹੋਰ ਬਹੁਤ ਕੁਝ ਖੁੱਲ ਰਿਹਾ ਹੈਗਾ ਆ, ਤੇ ਤੁਹਾਨੂੰ ਕੀ ਲੱਗਦਾ ਕਿ ਸਾਨੂੰ ਕਿਹਨਾਂ ਗੱਲਾਂ ਦੀ ਪ੍ਰੀਕਾਸ਼ਨਸ ਰੱਖਣੀ ਚਾਹੀਦੀ ਹੈਗੀ ਹੈ? ਬੈਕ ਟੂ ਵਰਕ ਤੇ ਜਾਵਾਂਗੇ, ਪਰ ਉਹਦੇ ਵਿੱਚ ਕਾਫੀ ਮੈਨੂੰ ਲੱਗਦਾ ਰਾਈਟ ਵੇ ਉਹ ਬੈਕ ਟੂ ਨਾਰਮਲ ਨਹੀਂ ਚੀਜ਼ਾਂ ਹੋਣਗੀਆਂ, ਟਾਈਮ ਲੱਗੂਗਾ ਉਹਨਾਂ ਲਈ। ਪ੍ਰੀਕਾਸ਼ਨ ਇਹ ਹੀ ਹੈ ਕਿ ਡਿਸਟੈਂਸ ਰੱਖੋ, ਜਿਵੇਂ ਹੁਣ ਮਾਸਕ ਪਾਉਣੇ ਆ ਮੈਂਡੇਟੋਰੀ ਕਰ ਦਿੱਤੇ ਆ, ਉਹ ਪਾਓ ਕਰਕੇ। ਤੁਸੀਂ ਤੁਹਾਨੂੰ ਗਲਵਜ਼ ਪਾ ਲਓ, ਜਿਵੇਂ ਤੁਸੀਂ ਹੁਣ ਬਾਹਰ ਕੰਮ ਕਰਦੇ, ਤੁਹਾਨੂੰ ਪਤਾ ਨਹੀਂ ਤੁਸੀਂ ਕਿਹੜਾ ਸਰਫੇਸ ਟੱਚ ਕਰ ਰਹੇ ਆ, ਕਿੱਥੇ ਕੋਈ ਜਰਮ ਹੈਗੇ, ਕੀਟਾਣੂ ਹੈਗੇ ਆ, ਸੋ ਗਲਵ ਪਾਓ, ਡਿਸਟੈਂਸ ਰੱਖੋ। ਇਹੀ ਜ਼ਿਆਦਾ ਮੇਰੇ ਖਿਆਲ 'ਚ ਪ੍ਰੀਕਾਸ਼ਨਸ ਰੱਖਣ ਦੀ ਲੋੜ ਆ, ਆਪਣੀ ਸੇਫਟੀ ਦਾ ਖਿਆਲ ਰੱਖੋ। ਤੇ ਰੂਪਾ ਜੀ, ਜਦੋਂ ਅਸੀਂ ਗੱਲ ਕਰਦੇ ਆ ਮਾਸਕ ਸੀਣ ਦੀ, ਸੋ ਤੁਸੀਂ ਡੇ 1 ਤੋਂ ਪਹਿਲਾਂ ਬਲਵੀਰ ਹੋਣੀ ਸਾਡੇ ਨਾਲ ਆਏ, ਬਲਵੀਰ ਹੋਣੀ ਸ਼ੁਰੂ ਕੀਤਾ ਤੇ ਮੈਂ ਇਹਨਾਂ ਦੇ ਨਾਲ ਗਈ, ਅਸੀਂ ਰਲੇ, ਇੱਕ ਟੀਮ ਬਣੀ। ਸੋ ਥੈਂਕ ਯੂ ਕਰਾਂਗੇ ਪਹਿਲਾਂ ਤਾਂ ਸੰਧੂ ਕਲਾਥ ਹਾਊਸ ਨੇ ਵੀ ਕੱਪੜਾ ਸਾਨੂੰ ਡੋਨੇਟ ਕੀਤਾ, ਉਸ ਤੋਂ ਬਾਅਦ ਬਹੁਤ ਸਾਰੀਆਂ ਭੈਣਾਂ ਨੇ ਘਰੋਂ ਕੱਪੜਾ ਡੋਨੇਟ ਕੀਤਾ, ਤੇ ਇਸ ਦੇ ਨਾਲ ਨਾਲ ਮਨਜੀਤ ਕੌਰ ਭੈਣ ਜੀ, ਉਹ ਵੀ ਘਰੋਂ ਟੇਲਰਿੰਗ ਦਾ ਕਰਦੇ ਆ, ਉਹਨਾਂ ਨੇ ਵੀ ਘਰੋਂ ਹੀ ਬਣਾਉਣੇ ਸ਼ੁਰੂ ਕੀਤੇ। ਸੋ ਅੱਜ ਆਪਾਂ ਉਹਨਾਂ ਨੂੰ ਵੀ ਪਹਿਲੀ ਵਾਰੀ ਤੁਸੀਂ ਵੀ ਮਿਲੇ ਉਹਨਾਂ ਨੂੰ, ਕਿਉਂਕਿ ਅਕਸਰ ਮੈਂ ਹੀ ਮਿਲਦੀ ਰਹਿੰਦੀ ਸੀ, ਮੈਂ ਉਹਨਾਂ ਨੂੰ ਕੱਪੜਾ ਡ੍ਰੌਪ ਕਰ ਆਉਂਦੀ ਸੀ, ਬਣੇ ਬਣਾਏ ਮਾਸਕ ਚੁੱਕ ਲਿਆਉਂਦੀ ਸੀ। ਸੋ ਅੱਜ ਅਸੀਂ ਉਹਨਾਂ ਨੂੰ ਵੀ ਮਿਲੇ, ਉਹਨਾਂ ਨਾਲ ਵੀ ਗੱਲਬਾਤ ਕੀਤੀ। ਸੋ ਹੋਰ ਵੀ ਬਹੁਤ ਭੈਣਾਂ ਨੇ, ਜੇ ਮੈਂ ਇੱਕ ਇੱਕ ਦਾ ਨਾਂ ਲੈਣ ਲੱਗਾ, ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਨੇ ਘਰੋਂ ਇੱਕ ਕਹਿ ਲਓ ਕਿ ਇਸ ਮੁਹਿੰਮ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਕਿਸੇ ਨੇ 100 ਮਾਸਕ ਸੀਨਤਾ, ਕਿਸੇ ਨੇ 200 ਸੀਨਤਾ, ਕਿਸੇ ਨੇ 300 ਸੀਨਤਾ। ਸੋ ਇਹਦੇ ਵਿੱਚ ਕੀਤਾ, ਤੇ ਤਕਰੀਬਨ ਮੇਰੇ ਖਿਆਲ ਦੇ ਵਿੱਚ ਹੁਣ ਤੱਕ ਜੇ ਮੈਂ ਰਫਲੀ ਜਿਹਾ ਕਾਊਂਟ ਕਰਾਂ ਤੇ ਸਾਰੀਆਂ ਭੈਣਾਂ ਦੇ ਰਲਾ ਕੇ ਤਕਰੀਬਨ ਅਸੀਂ
13 ਤੋਂ 14000 ਮਾਸਕ ਜਿਹੜਾ ਬਣਾ ਚੁੱਕੇ ਹਾਂ। ਹੋਵੇ ਜੀ ਔਰ 7000 ਦੇ ਕਰੀਬ ਤੇ ਮੈਂ ਹੀ ਦੇ ਚੁੱਕੀ ਤੁਹਾਨੂੰ ਜੀ। ਬਿਲਕੁਲ ਜੀ। ਤੇ ਸਾਡੇ ਬਲਵੀਰ ਹੁਣੀ ਵੀ ਸੀਂਦੇ ਰਹੇ, ਹੋਰ ਵੀ ਬਹੁਤ ਭੈਣਾਂ, ਇਕੱਲੇ ਤੁਸੀਂ ਪੂਰਾ ਇਹ ਗਰੁੱਪ ਨਹੀਂ ਸੀ, ਹੋਰ ਵੀ ਭੈਣਾਂ ਬਹੁਤ ਆ, ਪਰ ਕਈ ਕੈਮਰੇ ਦੇ ਅੱਗੇ ਨਹੀਂ ਆਉਣਾ ਚਾਹੁੰਦੇ, ਕਈ ਕਹਿੰਦੇ ਕਿ ਅਸੀਂ ਘਰੋਂ ਹੀ ਸੇਵਾ ਕਰਨੀ ਆ, ਸੋ ਅਸੀਂ ਕੈਮਰੇ ਦੇ ਅੱਗੇ ਨਹੀਂ ਆਉਣਾ। ਤੇ ਉਹ ਪਹਿਲੇ ਮੈਨੂੰ ਕਹਿੰਦੇ ਸੀ ਜੇ ਤੂੰ ਕੈਮਰਾ ਲੈ ਕੇ ਆਉਣਾ ਫਿਰ ਅਸੀਂ ਮਾਸਕ ਨਹੀਂ ਸੀਣੇ, ਪਰ ਅਸੀਂ ਮਾਸਕ ਸੀ ਦਾਂਗੇ ਪਰ ਕੈਮਰੇ ਦੇ ਅੱਗੇ ਨਹੀਂ ਆਉਣਾ। ਔਰ ਜਦੋਂ ਰੂਪਾ ਜੀ ਅਸੀਂ ਮਾਸਕ ਦੀ ਗੱਲ ਕਰਦੇ ਹਾਂ, ਸੋ ਥੋੜਾ ਜਿਹਾ ਸਾਨੂੰ ਤੁਸੀਂ ਇਹ ਦੱਸੋ ਕਿ ਇਹ ਮਾਸਕ ਜਿਹੜੇ ਆ ਤੁਸੀਂ ਬਣਾਉਂਦੇ ਹੋ ਤੇ ਤੁਸੀਂ ਇਹਦੀ ਡਿਜ਼ਾਈਨਿੰਗ ਕੋਈ ਹੋਰ ਵੀ ਬਣਾਈ ਹੈ ਜਾਂ ਜਿਹੜੇ ਸਿੰਪਲ ਮਾਸਕ ਆ ਇਹੋ ਇਦਾਂ ਬਣਾਏ ਆ? ਮੈਂ ਜ਼ਿਆਦਾ ਕੰਪਲਿਕੇਟਡ ਨਹੀਂ ਬਣਾਏ ਤਾਂ ਕਿ ਸਾਰਿਆਂ ਵਾਸਤੇ ਈਜ਼ੀ ਰਵੇ ਪਾਉਣ ਵਾਸਤੇ, ਜੈਂਟਸ ਲੇਡੀਜ਼ ਬੱਚੇ ਸਭ ਕਮਿਊਨਿਟੀ ਦੇ ਲੋਕੀ ਪਾ ਸਕਣ। ਇਸ ਕਰਕੇ ਮੈਂ ਸਿੰਪਲ ਡਿਜ਼ਾਈਨਿੰਗ ਚ ਕੀਤੇ ਆ, ਡਬਲ ਲੇਅਰਸ, ਤਾਂ ਕਿ ਤੁਸੀਂ ਉਹਦੇ ਵਿੱਚ ਟਾਵਲ ਪੇਪਰ ਰੱਖ ਕੇ ਉਹਨੂੰ ਐਕਸਟਰਾ ਪ੍ਰੋਟੈਕਸ਼ਨ ਦੇ ਸਕਦੇ ਹੋ ਤੇ ਵਾਸ਼ੇਬਲ ਨੇ, ਜਿੰਨੀ ਮਰਜ਼ੀ ਵਾਰਾਂ ਤੁਸੀਂ ਵਾਸ਼ ਕਰੋ, ਜਿਸ ਤਰ੍ਹਾਂ ਮਰਜ਼ੀ ਤੁਸੀਂ ਉਹਨੂੰ ਪਾ ਸਕਦੇ ਹੋ। ਡਬਲ ਸਾਈਡਡ ਨੇ, ਉਹਦਾ ਫਰੰਟ ਐਂਡ ਬੈਕ ਨਹੀਂ ਹੈ ਕੋਈ ਪ੍ਰੋਬਲਮ, ਲਗਾਉਣ ਵੇਲੇ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ। ਤੇ ਬਲਵੀਰ ਜੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ, ਰੂਪਾ ਜੀ ਹੁਣੀ ਤਾਂ ਟੇਲਰਿੰਗ ਦੇ ਵਿੱਚ 20 ਸਾਲ ਤੋਂ ਨੇ, ਇਹਨਾਂ ਨੇ ਤਾਂ ਕਹਿ ਲਓ ਕਿ ਇਹਨਾਂ ਨੂੰ ਤੁਸੀਂ ਦਿਖਾਓ ਤੇ ਇਹ ਉਸ ਲਈ ਡਿਜ਼ਾਈਨ ਕਰਕੇ ਰੱਖ ਦਿੰਦੇ ਆ। ਔਰ ਮੈਨੂੰ ਬੜਾ ਚੰਗਾ ਲੱਗਦਾ ਕਿ ਅਸੀਂ ਮਜ਼ਾਕ ਵੀ ਬਹੁਤ ਕਰੀਦਾ, ਹੱਸੀ ਖੇਡੀ ਦਾ ਵੀ ਬਹੁਤ ਆ। ਮੇਰੇ ਕੋਲ ਜਦੋਂ ਥੋੜਾ ਜਿਹਾ ਟਾਈਮ ਹੁੰਦਾ ਤੇ ਮੈਂ ਇਹਨਾਂ ਦੇ ਕਟਿੰਗ ਟੇਬਲ ਤੇ ਜਾ ਕੇ ਚੌਂਕੜੀ ਮਾਰ ਕੇ ਬਹਿ ਜਾਂਦੀ ਆ ਤੇ ਮੈਂ ਸਾਰੀਆਂ ਬੀਬੀਆਂ ਨੂੰ ਕਹਿੰਦੇ ਤੁਸੀਂ ਗੇੜਾ ਮਾਰ ਜਿਆ ਕਰੋ, ਮੈਂ ਫਿਰ ਗੱਲਾਂ ਦਾ ਕੜਾਹ ਕਰਿਆ ਨਹੀਂ ਹੁੰਦੀ ਥੋੜਾ ਜਿਹਾ ਇਹਨਾਂ ਲਈ। ਪਰ ਤੁਸੀਂ ਦੱਸੋ ਕਿ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਤੇ ਤੁਸੀਂ ਕੋਈ ਇਹਦਾ ਪੈਟਰਨ ਵਗੈਰਾ ਦੇਖਿਆ ਸੀ ਕਿਤੇ? ਮੈਂ ਤਾਂ ਪਹਿਲਾਂ ਤਾਂ ਉੱਥੇ YouTube ਤੇ ਕਾਫੀ ਵੀਡੀਓਜ਼ ਹੈਗੀਆਂ, ਮੈਂ ਤਾਂ ਪਹਿਲਾਂ ਸੋਚਦੀ ਸੀ ਕੀ ਕਰਾਂ। ਫਿਰ ਮੇਰੇ ਇੱਕ ਕਜ਼ਨ ਆ ਕੈਲੀਫੋਰਨੀਆ ਜਾਂ ਯੂਬਾ ਸਿਟੀ ਤੋਂ, ਹਨਾ, ਤੇ ਉਹਨਾਂ ਨੇ ਮੈਨੂੰ ਇਨਸਟਰਕਸ਼ਨਸ ਭੇਜੀਆਂ, ਉਹ ਵੀ ਸਿੰਪਲ ਸੀ। ਫਿਰ ਉਹ ਮੈਨੂੰ ਜ਼ਿਆਦਾ ਵਧੀਆ ਲੱਗੀਆਂ, ਫਿਰ ਮੈਂ ਉਹ ਫੋਲੋ ਕੀਤੀਆਂ ਤੇ ਉਹ ਮੈਨੂੰ ਵਧੀਆ ਲੱਗੀਆਂ, ਸਿੰਪਲ ਸੀ ਬਿਲਕੁਲ। ਹਾਂਜੀ। ਤੇ ਕਿੰਨਾ ਕੁ ਟਾਈਮ ਲੱਗਦਾ ਜੇ ਅਸੀਂ ਇੱਕ ਮਾਸਕ ਤਿਆਰ ਕਰਨਾ ਹੋਵੇ? 5 ਤੋਂ 10 ਮਿੰਟ ਕਟਿੰਗ ਕਰਕੇ ਤਾਂ ਲੱਗ ਜਾਂਦਾ। ਮੈਂ ਐਕਚੁਅਲੀ ਸਾਈਡਾਂ ਤੇ ਵੀ ਪਾਈਪਿੰਗ ਲਾਉਣੀ ਆ, ਉੱਪਰ ਵੀ ਸਾਰਾ ਕਵਰ ਕਰਦੀ ਆ, ਡਿਜ਼ਾਈਨ ਵੀ ਪਾਉਣੇ ਆ, ਸੋ ਉਹਨੂੰ ਥੋੜਾ ਟਾਈਮ ਲੱਗਦਾ। ਮੈਂ ਥੋੜਾ ਰੀਜ ਜੀ ਲਾ ਕੇ ਕਰਦੀ ਆ। ਹਾਂ। ਤੇ ਰੂਪਾ ਜੀ ਕਿੰਨਾ ਕੱਪੜਾ ਸਾਨੂੰ ਚਾਹੀਦਾ ਹੁੰਦਾ ਕਿ ਇੱਕ, ਜਿੱਦਾਂ ਕਈ ਭੈਣਾਂ ਪੁੱਛ ਲੈਂਦੀਆਂ ਮੈਨੂੰ ਕਿ 1 ਮੀਟਰ ਚੋਂ ਕਿੰਨੇ ਕੁ ਮਾਸਕ ਬਣ ਜਾਂਦੇ ਆ, ਤੇ ਜਾਂ ਇੱਕ ਮਾਸਕ ਲਈ ਕਿੰਨਾ ਕੁ ਕੱਪੜਾ ਚਾਹੀਦਾ ਹੁੰਦਾ? ਜਿਸ ਤਰ੍ਹਾਂ ਮੈਂ ਕਟਿੰਗ ਕਰਦੀ ਆ, ਮੇਰੇ ਹਿਸਾਬ ਨਾਲ ਮੈਂ ਆਈਡੀਆ ਲਾਇਆ ਸੀ 1 ਯਾਰਡ ਚੋਂ 10 ਮਾਸਕ ਨਿਕਲਦੇ ਵਿੱਚ ਸਟ੍ਰਿੰਗਸ ਲਗਾ ਕੇ। ਹਾਂਜੀ, 1 ਯਾਰਡ ਦੇ ਵਿੱਚ 1 ਯਾਰਡ ਚੋਂ 10। ਸੋ ਯਾਰਡ 36 ਇੰਚ ਦਾ ਹੁੰਦਾ ਯਾਰਡ। ਹਾਂਜੀ, ਕਿਉਂਕਿ ਆਪਾਂ ਯਾਰਡਾਂ 'ਚ ਹੀ ਕਹਿੰਦੇ ਆਪਾਂ ਮੀਟਰਾਂ 'ਚ ਨਹੀਂ ਜਾਂਦੇ। ਡਬਲ ਸਾਈਡ ਆਪਾਂ ਦੇਖੀਏ ਕਿ ਬਹੁਤ ਸਾਈਡ ਹੈ ਕੱਪੜਾ ਆਵੇ, ਫਿਰ 1 ਯਾਰਡ ਚੋਂ 10 ਨਿਕਲਦੇ ਆ। ਜੇ ਸਿੰਗਲ ਕਰੀਏ ਕਿ ਇਸ ਸਾਈਡ ਨਾ ਕੁਝ ਦਿਖੇ, ਰੋਂਗ ਸਾਈਡ ਹੋਵੇ, ਫਿਰ ਜ਼ਿਆਦਾ ਬਣਨਗੇ। ਹਾਂਜੀ। ਪਰ ਇਹ ਵਧੀਆ ਆ, ਸੇਫਟੀ ਲਈ ਠੀਕ ਹੈ ਕਿ ਤੁਸੀਂ ਇਹਨਾਂ ਦੇ ਵਿੱਚ ਪਾਕਟ ਰੱਖੀ ਹੈਗੀ ਹੈ, ਕੁਝ ਪਾ ਸਕਦੇ ਆ। ਇਸ ਕਰਕੇ ਜ਼ਿਆਦਾ ਸਿਕਿਉਰ ਹੈ। ਉੱਪਰ ਨੌਬ ਵੀ ਈਵਨ ਅਸੀਂ ਰੱਖੀ ਹੋਈ ਹੈ, ਨੋਜ਼ ਪਿਨ ਦੇ। ਇਹਦੇ ਵਿੱਚ ਤੁਸੀਂ ਸਟ੍ਰॉ ਪਾਉਂਦੇ ਹੈਗੇ ਆ, ਜਿਹੜੇ ਪਲਾਸਟਿਕ ਦੇ ਸਟ੍ਰॉ ਹੁੰਦੇ ਆ, ਸੋ ਉਹ ਨੱਕ ਵਾਲ ਦੇ ਪਾਸੇ ਆ ਕਿ ਉਹਨੂੰ ਇਦਾਂ ਜੋ ਤੁਸੀਂ ਟਾਈ ਕਰਦੇ ਆ ਨਾ, ਅਦਰਵਾਈਜ਼ ਕਈ ਵਾਰ ਹੁੰਦਾ ਹੈ ਕਿ ਮਾਸਕ ਖਿਸਕ ਜਾਂਦਾ ਨੱਕ ਤੋਂ। ਅੱਛਾ, ਮੈਨੂੰ ਇੱਕ ਗੱਲ ਤੁਹਾਡੀ ਬੜੀ ਚੰਗੀ ਲੱਗੀ ਸੀ, ਤੁਹਾਡਾ ਮੈਨੂੰ ਫੋਨ ਆਇਆ ਕਿ ਕਿਸੇ ਨੂੰ ਮਾਸਕ ਪਾਉਣਾ ਨਹੀਂ ਸੀ ਆਉਂਦਾ ਨਾ। ਹਾਂਜੀ। ਉਹਨਾਂ ਨੇ ਕਿਹਾ ਕਿ ਤੁਸੀਂ ਮਾਸਕ ਹੀ ਗਲਤ ਸੀਨਤੇ ਤੇ ਗਲਤ ਪੈਂਦੇ ਆ। ਇਹਨਾਂ ਨੇ ਮੈਨੂੰ ਫੋਨ ਕੀਤਾ, ਇਹਨਾਂ ਨੇ ਇੱਕ ਡੋਲੀ ਦੇ ਉੱਤੇ ਮਾਸਕ ਪਾ ਕੇ ਤੇ ਉਹਨੂੰ ਟਾਈ ਕਰਕੇ ਫਿਰ ਮੈਨੂੰ ਫੋਟੋ ਘੱਲੀ, ਕਹਿੰਦੇ ਵੀ ਤੁਸੀਂ ਇਹ ਦੱਸੋ ਵੀ ਮਾਸਕ ਐਵੇਂ ਪਾਉਣੇ ਆ ਨਾ। ਮੈਂ ਕਿਹਾ ਹੁਣ ਤੁਸੀਂ ਸੀ ਕੇ ਰੱਖੇ, ਪਾ ਕੇ ਖੜਿਆ ਕਰੋ, ਪਤਾ ਵੀ ਲੱਗੇ। ਤੇ ਰੂਪਾ ਜੀ ਜਿਹੜਾ ਤੁਹਾਡਾ ਸਟਾਫ ਆ ਨਾਲ ਤੁਹਾਡੇ, ਔਰ ਤੁਸੀਂ ਉਹਨਾਂ ਨੂੰ ਕਿਹਾ ਸੀ ਜਾਂ ਉਹਨਾਂ ਨੇ ਆਪ ਹੀ ਵੋਲੰਟਰਲੀ ਤੁਹਾਡੇ ਨਾਲ ਆਉਣ ਦੀ ਸਲਾਹ ਕੀਤੀ ਸੀ? ਨਹੀਂ, ਮੈਂ ਜਿਸ ਦਿਨ ਤੁਹਾਨੂੰ ਫੋਨ ਕੀਤਾ ਸੀ ਸੈਟਰਡੇ ਜਾਂ ਸੰਡੇ ਸੀ ਸ਼ਾਇਦ, ਤੇ ਤੁਸੀਂ ਜਦੋਂ ਕਿਹਾ ਕਿ ਹਾਂਜੀ ਸਾਨੂੰ ਲੋੜ ਆ, ਤੇ ਪਹਿਲੋਂ ਤੇ ਮੈਂ ਉਸ ਤੋਂ ਪਹਿਲੋਂ ਕੱਲੇ ਬਣਾ ਕੇ ਮਾਸਕ ਕਰੀਬ 150-200 ਬਣਾ ਕੇ ਤੇ ਈਮੇਲ ਆ ਗਈ ਸੀ ਸਾਨੂੰ, ਚਰਚ ਸੀ ਕੋਈ ਵੈਨਕੂਵਰ ਤੋਂ, ਉਹਨਾਂ ਨੇ ਈਮੇਲ ਕੀਤੀ ਕਿ ਸਾਨੂੰ 1000 ਮਾਸਕ ਚਾਹੀਦੇ, ਸਾਨੂੰ 1500 ਚਾਹੀਦੇ। ਪਰ ਮੈਂ ਸਪਸ਼ਟ ਗੱਲ ਕਰਦੀ ਹਾਂ ਕਿ ਮੈਂ ਇੰਨਾ ਕੱਪੜਾ ਅਫੋਰਡ ਨਹੀਂ ਸੀ ਕਰ ਸਕਦੀ, ਤੇ ਮੈਂ ਇਸ ਕਰਕੇ ਉਹਨਾਂ ਨੂੰ ਜਿੰਨਾ ਕੁ ਮੇਰੇ ਕੋਲ ਕੱਪੜਾ ਸੀ ਸ਼ਾਪ ਦੇ ਵਿੱਚ, ਮੈਂ 150 ਮਾਸਕ ਬਣਾ ਕੇ ਉਹਨਾਂ ਨੂੰ ਡੋਨੇਸ਼ਨ ਵਾਸਤੇ ਤਿਆਰ ਹੋ ਗਈ। ਇਸੇ ਕਰਕੇ ਮੇਰੇ ਦਿਮਾਗ 'ਚ ਆਇਆ ਕਿ ਕਿਉਂ ਨਾ ਮੈਂ ਕਿਸੇ ਐਸੀ ਸੰਸਥਾ ਨਾਲ ਕੰਟੈਕਟ ਕਰਾਂ ਕਿ ਜਿਹੜਾ ਮੇਰੀ ਹੈਲਪ ਕਰ ਸਕੇ ਕੱਪੜਾ ਦੇਣ ਵਾਸਤੇ। ਤੇ ਫਿਰ ਤੁਸੀਂ ਮੇਰੀ ਹੈਲਪ ਕੀਤੀ ਤੇ ਮੈਂ ਸਟਿਚਿੰਗ ਦੇ ਵਿੱਚ ਫਿਰ ਇੰਨੇ ਮਾਸਕ ਬਣਾਏ। ਮੈਨੂੰ ਇੰਜ ਲੱਗਾ ਬਲਵੀਰ ਜੀ, ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਤੁਸੀਂ ਕਿਹਾ ਕਿ ਸਾਨੂੰ ਕੱਪੜਾ ਚਾਹੀਦਾ ਆ, ਸੋ ਕਿਉਂਕਿ ਤੁਸੀਂ ਹੁਣ ਸਕੂਲ ਬੰਦ ਆ, ਤੁਸੀਂ ਨਹੀਂ ਕੰਮ ਤੇ ਜਾਂਦੇ, ਔਰ ਰੂਪਾ ਜੀ ਹੁਣਾਂ ਦਾ ਵੀ ਬਿਜ਼ਨਸ ਤਕਰੀਬਨ ਬੰਦ ਆ, ਕਿਉਂਕਿ ਇਹਦੇ ਵਿੱਚ ਵੀ ਸੋਸ਼ਲ ਡਿਸਟੈਂਸ ਦੀ ਗੱਲ ਆ ਜਾਂਦੀ ਹੈ ਕਿ ਇਹ ਪਰਸਨ ਨੂੰ ਮੇਜਰਮੈਂਟ ਲੈਂਦੇ ਆ ਤੇ ਟੱਚ ਕਰਨਾ ਪੈਂਦਾ, ਸੋ ਆਬਵੀਅਸਲੀ ਸਾਰੀਆਂ ਪ੍ਰੀਕਾਸ਼ਨਸ ਇਹਨਾਂ ਨੇ ਵੀ ਯੂਜ਼ ਕਰਨੀਆਂ, ਇਹਨਾਂ ਦਾ ਵੀ ਬਿਜ਼ਨਸ ਬੰਦ ਸੀ। ਹੁਣ
ਵਧੀਆ ਕੀਤਾ ਤੁਸੀਂ ਅਪਰੋਚ ਕਰ ਲਈ ਮੇਰੇ ਤੱਕ, ਤੇ ਹੁਣ ਸਾਡਾ ਤਾਂ ਕੰਮ ਹੀ ਬਾਹਰ ਹੁੰਦਾ, ਅਸੀਂ ਤਾਂ ਸਾਰਾ ਦਿਨ ਨਿਊਜ਼ ਲੱਭਦੇ ਰਹਿੰਦੇ ਆ, ਬਾਹਰ ਫਿਰਦੇ ਰਹਿੰਦੇ ਆ ਮੀਡੀਆ ਦੇ ਫੀਲਡ ਦੇ ਵਿੱਚ, ਹੈ ਨਾ। ਪਰ ਮੈਨੂੰ ਲੱਗਾ ਕਿ ਜੇ ਮੈਂ ਬੈਠ ਕੇ ਸੀ ਨਹੀਂ ਸਕਦੀ, ਕਿਉਂਕਿ ਟਾਈਮ ਨਹੀਂ ਹੁੰਦਾ ਬਹਿ ਕੇ ਸੀਣਾ ਕਿਹੜੇ ਟਾਈਮ, ਜੇ ਮੈਂ ਬੈਠ ਕੇ ਸੀ ਨਹੀਂ ਸਕਦੀ, ਐਟਲੀਸਟ ਮੈਂ ਤੁਹਾਡੀ ਟੀਮ ਦਾ ਪਾਰਟ ਤੇ ਬਣ ਸਕਦੀ ਹਾਂ। ਮੈਂ ਤੁਹਾਡੇ ਨਾਲ ਰਲ ਕੇ ਔਰ ਤੁਹਾਨੂੰ ਘਰੋਂ ਘਰੀ ਸਮਾਨ ਤਾਂ ਪਹੁੰਚਾ ਸਕਦੀ ਹਾਂ। ਸੋ ਜਿੱਥੋਂ ਵੀ ਮੈਨੂੰ ਕੱਪੜਾ ਮਿਲਦਾ, ਸੋ ਆਪਾਂ ਨੂੰ ਜਿਹੜਾ ਕੱਪੜਾ ਆਇਆ ਰੂਪਾ ਜੀ, ਮੈਂ ਹੈਰਾਨ ਆ, ਵੈਂਕੂਵਰ ਤੋਂ, ਰਿਚਮੰਡ ਤੋਂ, ਔਰ ਕਈਆਂ ਨੇ ਡੋਨੇਸ਼ਨ ਵੀ ਦਿੱਤੀ ਹੈ ਕਿ ਤੁਸੀਂ ਕੱਪੜਾ ਬਾਏ ਕਰ ਲਓ, ਕਿਉਂਕਿ ਸਾਡੇ ਕੋਲ ਘਰ 'ਚ ਕੱਪੜਾ ਹੈ ਨਹੀਂਗਾ। ਪਰ ਬਹੁਤੀਆਂ ਭੈਣਾਂ ਨੇ ਬੈੱਡ ਸ਼ੀਟਾਂ ਲੈ ਕੇ ਵਾਲਮਾਰਟ ਚੋਂ ਕਾਫੀ ਦਿੱਤੀਆਂ, ਔਰ ਕੱਪੜਾ ਬਿੱਲਾ ਸਿਲਕ ਸਾੜੀ ਵਾਲਿਆਂ ਨੇ ਬੜੇ ਰੀਜ਼ਨੇਬਲ ਪ੍ਰਾਈਸਸ ਤੇ ਦਿੱਤਾ। ਇੱਕ ਹੋਰ ਸਟੋਰ 'ਚ ਤੁਸੀਂ ਮੈਨੂੰ ਲੈ ਕੇ ਗਏ ਸੀ, ਸਮਾਰਟ ਫੈਬਰਿਕ, ਹਾਂਜੀ, ਉੱਥੋਂ ਵੀ ਲੈ ਕੇ ਆਏ ਸੀ। ਸਾਡੇ ਨਾਲ ਇੱਕ ਕਾਲਰ ਹੈ ਜੀ, ਪਹਿਲਾਂ ਦੇਖੀਏ ਕੀ ਕਹਿੰਦੇ ਆ ਸਾਨੂੰ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਦੀਪਕ ਥਾਪਲ ਬੋਲ ਰਿਹਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਜੀ ਮੈਂ ਥੈਂਕ ਯੂ ਕਰਨਾ ਸਾਰਿਆਂ ਦਾ, ਇਹ ਜਿਹੜੇ ਬੀਬੀਆਂ ਬੈਠੀਆਂ ਨੇ ਜੀ, ਇਹਨਾਂ ਦਾ ਵੀ ਤੁਹਾਡੇ ਮਾਸਕ ਸਾਡੇ ਕੋਲ ਪਹੁੰਚ ਗਏ ਥੈਂਕ ਯੂ ਜੀ। ਅੱਗੇ ਟਿਕਾਣੇ ਲੱਗ ਗਏ ਜੀ, ਤੁਹਾਡੇ ਲੋੜਵੰਦ ਲੋਕਾਂ ਤੱਕ ਪਹੁੰਚ ਗਏ ਜੀ। ਥੈਂਕ ਯੂ ਜੀ। ਤੁਸੀਂ ਤੁਹਾਨੂੰ ਹੋਰ ਵੀ ਚਾਹੀਦੇ ਹੋਣਗੇ ਤੇ ਜਰੂਰ ਸਾਨੂੰ ਦੱਸਿਓ, ਅਸੀਂ ਜਰੂਰ ਹੋਰ ਵੀ ਪਹੁੰਚਦੇ ਕਰਾਂਗੇ ਜੀ। ਦੇਖੋ ਜੀ, ਸਾਡੇ ਇੱਕ ਛੋਟੇ ਜਿਹੇ ਐਫਰਟ ਨੂੰ ਮੁਹਿੰਮ ਬਣਾਉਣ ਵਾਲੇ ਤੁਸੀਂ ਲੋਕ ਹੋ। ਥੈਂਕ ਯੂ ਜੀ। ਤਹਿ ਦਿਲੋਂ ਧੰਨਵਾਦ। ਤੇ ਸਾਰੇ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਤੱਕ ਮਾਸਕ ਪਹੁੰਚੇ ਨੇ, ਉਹਨਾਂ ਦੀ ਇੱਕ ਗੱਲ ਕਹੀ ਹੈ ਜੀ, ਜਿਹੜੇ ਆਪਾਂ ਰੈਡੀਮੇਡ ਲੈਂਦੇ ਸੀਗੇ ਉਹ ਨਾ ਦੇ ਕੇ ਜਾਇਆ ਕਰੋ। ਤੁਹਾਨੂੰ ਇਹ ਵਾਸ਼ੇਬਲ ਮਾਸਕ ਬਹੁਤ ਵਧੀਆ ਲੱਗੇ ਨੇ ਜੀ। ਜੀ ਬਿਲਕੁਲ ਜੀ, ਤੁਸੀਂ ਸਾਨੂੰ ਫੋਨ ਕੀਤਾ, ਤੁਸੀਂ ਵੀ ਬੜਾ ਵਧੀਆ ਐਫਰਟ ਕਰ ਰਹੇ ਹੋ ਜੀ, ਤੁਸੀਂ ਵੀ ਆਪਣੇ ਵੱਲੋਂ ਪੂਰੀ ਸੇਵਾ ਕਰ ਰਹੇ ਹੋ। ਔਰ ਕਹਿੰਦੇ ਹੁੰਦੇ ਆ ਕਿ ਸੇਵਾ ਕਰਦਿਆਂ ਨਾਲ ਜੇ 1 ਤੇ 2 11 ਹੋ ਜਾਂਦੇ ਆ। ਸੋ ਆਪਾਂ ਤਾਂ ਪੰਜਾਬੀਆਂ ਦੀ ਆਦਤ ਹੀ, ਆਪਾਂ ਤਾਂ ਮੋਢੇ ਨਾਲ ਮੋਢਾ ਲਾ ਕੇ ਫਟਾਫਟ ਖੜ ਜਾਂਦੇ ਆ। ਸੋ ਇਸੇ ਤਰ੍ਹਾਂ ਅਸੀਂ ਰਲ ਕੇ ਇਸ ਸਿਚੁਏਸ਼ਨ ਦਾ ਸਾਹਮਣਾ ਕਰ ਸਕਦੇ ਸੀ, ਪਰ ਤੁਹਾਨੂੰ ਹੋਰ ਵੀ ਲੋੜ ਹੋਵੇ ਤੇ ਤੁਸੀਂ ਜ਼ਰੂਰ ਸਾਨੂੰ ਦੱਸ ਸਕਦੇ ਹੋ, ਅਸੀਂ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਜੀ। ਜ਼ਰੂਰ ਜੀ, ਥੈਂਕਸ ਅ ਲਾਟ, ਵਾਹਿਗੁਰੂ ਸੁਖ ਰੱਖੇ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਜੀ। ਬਿਲਕੁਲ ਜੀ, ontario ਤੋਂ ਇਹਨਾਂ ਨੂੰ ਮਾਸਕ ਪਹੁੰਚ ਗਏ ਔਰ ਇਹਨਾਂ ਨੇ ਲੋੜਵੰਦਾਂ ਤੱਕ ਪਹੁੰਚਦੇ ਵੀ ਕੀਤੇ। ਸੋ ਦੀਪਕ ਥਾਪੜ ਸੀ ਸਾਡੇ ਨਾਲ। ਬਹੁਤ ਵਧੀਆ ਲੱਗਦਾ ਜਦੋਂ ਐਪਰੀਸ਼ੀਏਟ ਕਰਦੇ ਆ। ਬਹੁਤ ਸਾਰੇ ਮੈਸੇਜ ਆਏ ਔਰ ਸਾਨੂੰ ਯੂਬਾ ਸਿਟੀ ਦੀ ਕਾਉਂਟੀ ਵੱਲੋਂ ਵੀ ਮੈਸੇਜ ਆਇਆ, ਉਹਨਾਂ ਨੇ ਵੀ ਬਹੁਤ ਵਧੀਆ ਈਮੇਲ ਲਿਖੀ, ਉਹਨਾਂ ਨੇ ਪਰਮਿੰਦਰ ਤੱਖਰ ਭੈਣ ਜੀ ਉਹਨਾਂ ਨੂੰ, ਔਰ ਉਹਨਾਂ ਨੇ ਜ਼ਿਕਰ ਕੀਤਾ ਵਿੱਚ ਸਰੀ ਦੀਆਂ ਬੀਬੀਆਂ ਦਾ ਵੀ। ਕਹਿੰਦੇ ਥੈਂਕ ਯੂ ਉਹਨਾਂ ਭੈਣਾਂ ਦਾ ਵੀ, ਕਹਿੰਦੇ ਜਿਨ੍ਹਾਂ ਨੇ ਸਰੀ ਤੋਂ ਮਾਸਕ ਬਣਾ ਕੇ ਭੇਜੇ, ਸੇਵਾ ਕੀਤੀ ਤੇ ਕੱਪੜਾ ਭੇਜਿਆ। ਹਾਂਜੀ, ਔਰ ਉੱਥੇ ਵੀ ਬੀਬੀਆਂ ਨਿਰੰਤਰ ਕਰ ਰਹੀਆਂ ਨੇ ਜੀ ਸੇਵਾ, ਬਣਾ ਕੇ ਮਾਸਕ ਜਿਹੜੇ ਕਮਿਊਨਿਟੀ ਤੱਕ ਪਹੁੰਚਦੇ ਕੀਤੇ ਜਾ ਰਹੇ ਆ। ਔਰ ਰੂਪਾ ਜੀ, ਤੁਸੀਂ ਦੱਸੋ ਕਿ ਜਿਹੜੀਆਂ ਭੈਣਾਂ ਤੁਹਾਡੇ ਨਾਲ ਨੇ ਤੇ ਆਉਣ ਵਾਲੀ ਸਿਚੁਏਸ਼ਨ ਦੇ ਵਿੱਚ ਥੋੜਾ ਜਿਹਾ ਹਾਰਡ ਹੋ ਜਾਣਾ, ਕਿਉਂਕਿ ਕੰਮ ਹੱਲੇ ਇੰਨੇ ਵਿਆਹ ਸ਼ਾਦੀਆਂ, ਤੁਸੀਂ ਦੱਸਿਆ ਕਿ ਤੁਹਾਡਾ ਕੰਮ ਹੀ ਇਸ ਤਰੀਕੇ ਦਾ ਆ ਕਿ ਵਿਆਹ ਸ਼ਾਦੀਆਂ ਦੇ ਮੌਕੇ ਹੀ ਜ਼ਿਆਦਾ ਜਿਹੜੇ ਲੋਕੀ ਸਿਲਾਈ ਕਢਾਈ ਦਾ ਕੰਮ ਕਰਾਉਂਦੇ ਆ। ਹਾਂਜੀ, ਸੋ ਫਿਰ ਤੁਹਾਨੂੰ ਲੱਗਦਾ ਕਿ ਤੁਹਾਡੇ 6 ਜਿਹੜੇ EMPLOYEES ਆ ਕਿ ਤੁਸੀਂ ਉਹਨਾਂ ਨੂੰ ਕੰਮ ਦੇ ਸਕੋਗੇ? ਟਫ ਹੋਊਗਾ ਉਹਨਾਂ ਦੇ ਲਈ? ਇਸ ਤਰ੍ਹਾਂ ਕਿ ਸਾਡਾ ਸਿਸਟਮ ਸ਼ੁਰੂ ਤੋਂ ਰਿਹਾ ਆ ਪੀਸ ਵਰਕ। ਪੀਸ ਵਰਕ ਅਸੀਂ ਉਹਨਾਂ ਨੂੰ ਪੇ ਕਰਦੇ ਤੇ ਉਹਨਾਂ ਨੂੰ ਜਦੋਂ ਵੀ ਮੈਂ ਜੇ ਕੰਮ ਆਂਦਾ ਵੀ ਆ, ਜੇ ਘੱਟ ਆਂਦਾ ਆ ਤੇ ਮੈਂ ਸਿਸਟਮੈਟਿਕਲੀ ਉਹਨਾਂ ਨੂੰ ਬੁਲਾ ਲੈਂਦੀ। ਸਪੋਜ਼ ਮੇਰੇ ਕੋਲ 6 ਸਟਾਫ ਮੈਂਬਰ ਹੈ, ਮੈਂ 3 ਨੂੰ 2 ਦਿਨ ਕੰਮ ਦੇ ਦਿੰਦੀ ਆ, ਬਾਅਦ 3 ਨੂੰ ਕਹਿੰਦੀ ਤੁਸੀਂ ਹੁਣ ਨਾ ਆਇਓ ਤੇ ਬਾਅਦ 3 ਨੂੰ ਬੁਲਾ ਲੈਂਦੀ, ਤਾਂ ਕਿ ਰੋਜੀ ਰੋਟੀ ਉਹਨਾਂ ਦੀ ਸਾਰਿਆਂ ਦੀ ਚੱਲਦੀ ਰਹੇ। ਸ਼ੁਰੂ ਤੋਂ ਹੀ ਮੈਂ ਸਿਸਟਮ ਇਹੋ ਜਿਹਾ ਰੱਖਿਆ। 20 ਸਾਲ ਤੋਂ ਜਦੋਂ ਵਿੰਟਰਸ ਦੇ ਵਿੱਚ ਕੰਮ ਸਲੋ ਹੋ ਜਾਂਦਾ ਸੀ, ਉਦੋਂ ਅਸੀਂ ਉਹਨਾਂ ਦੀ ਸੀਨੀਅਰਿਟੀ ਦੇ ਹਿਸਾਬ ਨਾਲ ਉਹਨਾਂ ਨੂੰ ਕੰਮ ਦੇਈਦਾ ਸੀ। ਤੇ ਹੁਣ ਵੀ ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ COVID-19 ਖਤਮ ਹੋਣ ਤੋਂ ਬਾਅਦ ਜਦੋਂ ਕੰਮ ਆਏਗਾ ਤੇ ਮੈਂ ਸਾਰਿਆਂ ਦੇ ਹਿੱਸੇ ਦਾ ਉਹਨਾਂ ਨੂੰ ਕੰਮ ਦਵਾਂਗੀ, ਤਾਂ ਕਿ ਥੋੜੀ ਬਹੁਤ ਰੋਜੀ ਰੋਟੀ ਉਹਨਾਂ ਨੂੰ ਸਾਰਿਆਂ ਨੂੰ ਮਿਲਦੀ ਰਹੇ। ਤੇ ਬਲਵੀਰ, ਜਦੋਂ ਅਸੀਂ ਭੈਣਾਂ ਦੀ ਗੱਲ ਕਰਦੇ ਆ, ਹਰ ਇੱਕ ਭੈਣ ਦੇ ਵਿੱਚ ਟੈਲੈਂਟ ਹੁੰਦਾ, ਹਰ ਕੋਈ ਸੀਣਾ ਜਾਣਦੀ ਆ, ਤੇ ਮੈਨੂੰ ਵੀ ਸੀਣਾ ਆਉਂਦਾ, ਮੈਂ ਇਹ ਨਹੀਂ ਕਹਿੰਦੀ ਮੈਨੂੰ ਨਹੀਂ ਆਉਂਦਾ, ਪਰ ਵੱਖਰੀ ਗੱਲ ਹੈ ਜਿਵੇਂ ਤੁਸੀਂ ਛੋਟੇ ਹੁੰਦਿਆਂ ਸਿੱਖ ਲਿਆ ਸੀ, ਮੈਂ ਸਿੱਖਣ ਗਈ ਸੀ, ਭੈਣ ਜੀ ਨੇ ਮੈਂ ਨਹੀਂ ਸਿੱਖਿਆ, ਉਹਨੇ ਮੇਰੇ ਕੈਂਚੀ ਮਾਰੀ ਸੀ ਹੱਥ ਤੇ ਮੁੜ ਕੇ ਮੇਰਾ ਮਨ ਹੀ ਅੱਕ ਗਿਆ, ਮੈਂ ਕਿਹਾ ਮੈਂ ਸਿੱਖਣਾ ਹੀ ਨਹੀਂ। ਮਾਰ ਤੇ ਭੈਣ ਜੀਆਂ ਤੁਸੀਂ ਵੀ ਖਾਧੀ ਕੁੱਟ ਜਦੋਂ ਤੁਸੀਂ ਸਿੱਖਦੇ ਸੀ? ਮੈਂ ਦੇਖੋ ਜੀ 5th ਸਟੈਂਡਰਡ ਚ ਸੀ ਜਦੋਂ ਮੈਂ ਹੋਮ ਸਾਇੰਸ ਕਰਾਫਟ ਦਾ ਸਬਜੈਕਟ ਲੈ ਲਿਆ ਸੀ, 5ਵੀਂ ਕਲਾਸ ਤੋਂ। ਹਾਂਜੀ, ਤੇ ਉਦੋਂ ਮੈਂ ਪਹਿਲੀ ਵਾਰ ਸਵੈਟਰ ਬਣਾ ਲਿਆ ਸੀ। ਨਿਟਿੰਗ ਦਾ ਸ਼ੌਕ ਸੀ, ਕੀ ਬਾਤ ਹੈ ਜੀ, ਸਟਿਚਿੰਗ ਦਾ ਸ਼ੌਕ ਸੀ, ਤੇ ਛੋਟੇ ਛੋਟੇ ਕੱਪੜੇ ਸੀਨੇ ਸ਼ੁਰੂ ਕਰ ਦਿੱਤੇ ਸੀ। ਬਾਅਦ ਚ ਮਦਦ ਇਹੋ ਜਿਹੀ ਮਿਲੀ ਕਿ ਉਹਨਾਂ ਨੇ ਸਾਰੀਆਂ ਗਰਮੀਆਂ ਸੌਣ ਨਹੀਂ ਦਿੱਤਾ ਛੁੱਟੀਆਂ 'ਚ। ਉਹਨਾਂ ਨੇ ਕਹਿਣਾ ਬੇਟੇ ਸੌਣਾ ਨਹੀਂ, ਤੁਸੀਂ ਟੋਕਰੀ ਭਰ ਕੇ ਕੱਪੜਿਆਂ ਦੀ ਕੱਟ ਕੇ ਰੱਖਦੇ ਨਹੀਂ। ਉਸ ਵੇਲੇ ਊਸ਼ਾ ਮਸ਼ੀਨ ਹੁੰਦੀਆਂ ਸੀ ਹੱਥ ਵਿੱਚ, ਹਾਂਜੀ ਸਾਡੇ ਵੀ ਹੈਗੀ ਸੀ ਊਸ਼ਾ ਦੀ ਮਸ਼ੀਨ। ਕਹਿੰਦਾ ਤੁਸੀਂ ਸੌਣਾ ਨਹੀਂ ਬੇਟੇ, ਕੱਪੜੇ ਸਟਿਚ ਕਰੋ। ਬਸ ਜੀ ਕੁਛ ਉਹ ਸੀ ਟੈਲੈਂਟ। ਤੇ ਵੈਸੇ ਮੇਰਾ ਜਿਹੜਾ ਹੈਗਾ ਆ ਬਿਲਕੁਲ ਡਿਫਰੈਂਟ ਸੀ ਲਾਈਨ।
ਮੈਂ ਐਮਏ ਬੀਐਡ ਕੀਤੀ ਹੋਈ, ਮੈਂ ਸਕੂਲ ਦੀ ਪ੍ਰਿੰਸੀਪਲ ਸੀ ਇੰਡੀਆ। ਅੱਛਾ ਜੀ, ਵਾਓ, ਕੀ ਬਾਤ ਹੈ ਮੈਂ ਕੋਰਸ ਕੀਤਾ ਹੈ, ਮੈਂ ਸਾਈਡ ਆਪਣੀ ਹੌਬੀ ਦੇ ਅਕੋਰਡਿੰਗਲੀ ਕੋਰਸ ਕੀਤਾ ਸੀ, ਪਰ ਇੱਥੇ ਕੈਨੇਡਾ ਚ ਆ ਕੇ ਇਹ ਕੋਰਸ ਮੇਰੇ ਕੰਮ ਆਇਆ। ਟੀਚਰ ਵਾਲੀ ਜੌਬ ਮੈਂ ਛੱਡ ਦਿੱਤੀ। ਸੋ ਤੁਸੀਂ ਪੰਜਾਬ ਦੇ ਵਿੱਚ ਟੀਚਿੰਗ ਕਰਦੇ ਰਹੇ, ਕਿੰਨਾ ਕੁ ਟਾਈਮ ਕੀਤੀ? ਮੈਂ ਪੰਜਾਬ ਦੇ ਵਿੱਚ ਟੀਚਿੰਗ 93 ਚ ਛੱਡ ਦਿੱਤੀ ਸੀ। ਹਾਂਜੀ। ਉਹ ਐਕਸਪੀਰੀਅੰਸ ਕਿਵੇਂ ਦਾ ਸੀ? ਉਹ ਐਕਸਪੀਰੀਅੰਸ, ਤੁਸੀਂ ਕੁੱਟਦੇ ਸੀ ਬੱਚਿਆਂ ਨੂੰ? ਦੇਖੋ ਜੀ, ਉੱਥੇ ਤੇ ਬੱਚੇ ਸਮਝਦੇ ਹੀ ਨਹੀਂ ਆ ਮੇਰਾ ਖਿਆਲ, ਮਾਰ ਤੋਂ ਬਗੈਰ। ਬਿਲਕੁਲ ਸਹੀ ਹੈ ਉੱਥੇ ਤੇ ਕਈ ਵਾਰ 11ਵੀਂ 12ਵੀਂ ਦੇ ਬੱਚਿਆਂ ਨੂੰ ਵੀ ਕੁੱਟਣਾ ਪੈਂਦਾ ਸੀ। ਪਰ ਹੁਣ ਤਾਂ ਸਮਾਂ ਚੇਂਜ ਹੋ ਗਿਆ, ਹੁਣ ਤਾਂ ਕੋਈ ਨਹੀਂ ਕੁੱਟ ਖਾਂਦਾ ਨਾ। ਹੁਣ ਸਮਾਂ ਚੇਂਜ ਹੋ ਗਿਆ, ਜਾਂ ਉੱਥੇ ਵੀ। ਜੀ। ਤੇ ਬਲਵੀਰ ਜੀ, ਤੁਸੀਂ ਜਦੋਂ ਸਿੱਖਦੇ ਸੀ ਸਿਲਾਈ, ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੀ? ਮੈਂ ਕੁੱਟ ਨਹੀਂ ਖਾਦੀ, ਯਾਨੀ ਅੱਛੇ ਬੱਚਿਆਂ ਚ ਆਉਂਦੇ ਸੀ ਨਾ? ਅੱਛੇ ਬੱਚਿਆਂ ਚ ਆਉਂਦੇ ਸੀ। ਕਹਿੰਦੇ ਕਈਆਂ ਨੂੰ ਟੀਚਰ ਵਧੀਆ ਮਿਲ ਜਾਂਦੇ, ਕਈਆਂ ਨੂੰ ਟੀਚਰ ਅੜੀਅਲ ਮਿਲ ਜਾਂਦੇ ਆ। ਚੰਗੇ, ਵੈਸੇ ਤਾਂ ਜੇ ਮੈਂ ਕਹਾਂ ਕਿ ਟੀਚਰ ਸਾਡੇ ਭਲੇ ਲਈ ਸਾਨੂੰ ਕੁਝ ਕਹਿੰਦੇ ਆ, ਜੋ ਦਬਕਦੇ ਵੀ ਆ, ਮਾਰਦੇ ਵੀ ਆ। ਉਹਨਾਂ ਸਮਿਆਂ 'ਚ ਮਾਰਦੇ ਸੀ, ਅੱਜ ਕੱਲ ਤਾਂ ਵਿਚਾਰੇ ਟੀਚਰ ਬਹਿ ਜਾਂਦੇ, ਉਹ ਕਹਿੰਦੇ ਪੜ੍ਹਾਈਏ ਪੁੱਛ ਕੇ ਪੜਾਉਂਦੇ ਆ ਨਾ, ਸਟੂਡੈਂਟਾਂ ਤੋਂ ਟੀਚਰ ਡਰਦੇ ਆ। ਪਰ ਮੈਂ ਵੀ ਸਿਲਾਈ ਸਿੱਖਣੀ ਸ਼ੁਰੂ ਕੀਤੀ, ਤੁਸੀਂ ਜਿਵੇਂ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ 'ਚ, ਤਾਂ ਗਰਮੀਆਂ ਦੀ ਛੁੱਟੀਆਂ 'ਚ ਮਾਸੀਆਂ ਦੇ ਜਾਂ ਮਾਮਿਆਂ ਦੇ ਜਾਈਦਾ ਹੁੰਦਾ ਸੀ ਤੇ ਕਹਿਣਾ ਸਿਲਾਈ ਸਿਖਾਲ ਦੋ ਨਿਆਣਿਆਂ ਨੂੰ, ਹੋਰ ਤਾਂ ਕੁਝ ਆਉਣਾ ਨਹੀਂ। ਕੁੜੀਆਂ ਨੂੰ ਹੁੰਦਾ ਸੀ ਵੀ ਇਹਨਾਂ ਨੂੰ ਘਰ ਦੇ ਕੰਮ ਸਿਖਾਲ ਦੋ, ਗੋਹਾ ਕੂੜਾ ਆ, ਪੋਚੇ ਲਾਉਣੇ ਤਾਂ ਝਾੜੂ ਫੇਰਨਾ ਤੇ ਘਰ ਸਵਾਰਨਾ ਕਿਵੇਂ ਆ, ਵੀ ਚਲੋ ਇਹਨਾਂ ਦੇ ਗਾਂਹ ਜਾ ਕੇ ਕੰਮ ਆਊਗਾ। ਤੇ ਮੈਂ ਵੀ ਸਿਲਾਈ ਸਿੱਖਣ ਲੱਗੀ ਸੀ। ਮੈਂ ਮੇਰੇ ਖਿਆਲ 'ਚ ਥੋੜਾ ਜਿਹਾ ਹੀ ਸੀਣਾ ਸਿੱਖਿਆ ਸੀ ਤੇ ਭੈਣ ਜੀ ਨੇ ਮੇਰੇ ਗੁੱਟ ਤੇ ਕੈਂਚੀ ਮਾਰੀ ਸੀ ਤੇ ਮੁੜ ਕੇ ਮੈਂ ਨਹੀਂ ਗਈ ਉੱਥੇ, ਮੈਂ ਨਹੀਂ ਸਿੱਖਿਆ। ਸਾਡੇ ਨਾਲ ਕਾਲਰ ਨੇ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਬਲਜਿੰਦਰ ਨਾਲ ਗੱਲ ਕਰਨੀ ਹੈ। ਹਾਂਜੀ, ਬਲਜਿੰਦਰ ਹੀ ਬੋਲਦੀ ਹਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕੈਂਬਰਵਰ ਤੋਂ ਫੋਨ ਕਰਦੀ ਤੁਹਾਨੂੰ। ਹਾਂਜੀ, ਮੈਂ ਕੈਂਬਰਵਰ ਤੋਂ ਫੋਨ ਕਰਦੀ ਨੇ, ਮੈਂ ਅੱਗੇ ਸੇ ਰਹਿੰਦੇ ਜੀ ਜੀ। 2 ਸਾਲ ਦਾ ਕੋਰਸ ਕੀਤਾ ਹੈ ਆਪਣਾ ਸੋਇੰਗ ਦਾ। ਹਾਂਜੀ। ਮੈਂ ਬਲਜਿੰਦਰ 10ਵੀਂ ਗ੍ਰੇਡ ਜਾਂ ਮੈਂ ਫਿਨਿਸ਼ ਕੀਤੀ। ਹਾਂਜੀ। ਤੇ ਮੇਰਾ ਸ਼ੌਂਕ ਬਹੁਤ ਸੀ ਸਿਲਾਈ ਕਰਨੇ, ਸੀਨ ਪਾਉਣ ਨੂੰ ਜੀ। ਫਿਰ ਮੈਂ ਆਪਣੀ ਮਦਰ ਨੂੰ ਕਿਹਾ ਮੈਂ ਸਕੂਲ ਜਾਣਾ, ਸਿੱਖਣਾ ਕੁਛ। ਮੈਂ ਕਹਾ ਉਹ ਸਭ ਕੁਛ ਕੀਤਾ ਨਹੀਂ ਸੀ। ਮੈਂ 2 ਸਾਲ ਸੋਇੰਗ ਦਾ ਕੀਤਾ ਸੀਗਾ। ਸੋਇੰਗ ਤੇ ਸਾਰਾ ਕੁਛ ਬਹੁਤ ਟੌਪ ਤੇ ਸੀ ਤੇ ਪਾਈ ਮੈਂ ਸਭ ਤੋਂ ਛੇਤੀ ਮੈਂ ਕਰਦੀ ਸੀਗੀ। ਹਾਂ। ਹੁਣ ਇੱਥੇ ਆ ਕੇ ਛੋਟੇ ਜਿਹੇ ਸ਼ਹਿਰ 'ਚ ਰਹਿੰਦੇ ਆ। ਹੁਣ ਮੈਂ ਵੀ ਇਹਨਾਂ ਬੀਬੀਆਂ ਵਾਂਗੂ ਆਪਣੇ ਫੈਬਰਿਕ ਲੈਣ ਤੇ ਕੱਪੜਾ ਲਿਆਂਦਾ, ਮੈਂ ਅੱਧਾ ਮੀਟਰ ਲਿਆਈ ਤਾਂ 5 ਬਣਦੇ ਆ। ਅੱਛਾ ਜੀ। ਤੇ ਸਾਡੇ ਹੁਣ ਜਨਰੇਸ਼ਨ ਵੀ ਨਹੀਂ ਕੋਈ ਕਰਦਾ ਛੋਟੀ। ਵੈਨਕੂਵਰ ਅਸੀਂ ਆ ਨਹੀਂ ਸਕਦੇ ਅਜੇ। ਤੁਸੀਂ ਦੱਸੋ ਤੁਹਾਨੂੰ ਕਿੰਨਾ ਕੱਪੜਾ ਚਾਹੀਦਾ, ਅਸੀਂ ਕੈਂਬਰ ਰਿਵਰ ਨੂੰ ਕੱਪੜਾ ਭੇਜ ਦਿੰਨੇ ਆ ਜੀ ਤੁਹਾਨੂੰ। ਤੁਸੀਂ ਏਦਾਂ ਕਰਿਓ ਜੀ, ਮੈਨੂੰ ਆਹ ਸ਼ੋਅ ਤੋਂ ਬਾਅਦ ਫੋਨ ਕਰਿਓ ਤੇ ਤੁਸੀਂ ਦੱਸੋ ਕਿੰਨਾ ਕੱਪੜਾ ਚਾਹੀਦਾ, ਅਸੀਂ ਕੈਂਬਰ ਰਿਵਰ ਤੁਹਾਨੂੰ ਕੱਪੜਾ ਪਹੁੰਚਦਾ ਕਰਾਂਗੇ ਜੀ। ਇਹ ਸਾਡਾ ਵਾਅਦਾ ਆ। ਅਸੀਂ ਕੈਲੀਫੋਰਨੀਆ ਤੱਕ ਪਹੁੰਚਾ, ਤੁਸੀਂ ਤਾਂ ਸਾਡੇ ਗੁਆਂਢੀ ਆ ਜੀ। ਹਾਂ, ਮੈਂ ਪਸੀਨੀ ਬਹੁਤ, ਮੈਂ ਤੇ ਘਰ ਮਸ਼ੀਨਾਂ ਸਾਰਾ ਕੁਝ, ਦੂਸਰੀ ਮਸ਼ੀਨ ਸਰਜਰ ਵੀ ਹੈਗੀ, ਦੂਜੀ ਵੀ ਹੈਗੀ, ਟੇਬਲ ਵੀ ਹੈਗਾ ਜੀ। ਹੁਣ ਆਪਣੇ ਨਿਆਣਿਆਂ ਨੂੰ ਫਰੈਂਡਾਂ ਨੂੰ ਸੀ ਕੇ ਦਿੱਤੇ ਆ ਜੀ। ਤੁਸੀਂ ਸਾਡੇ ਨਾ ਸਕਰੀਨ ਤੋਂ ਨੰਬਰ ਭੈਣ ਜੀ ਜਿਹੜੇ ਲਏ ਹੈਗੇ ਆ, ਇਹਨਾਂ ਨੰਬਰਾਂ ਤੇ ਤੁਸੀਂ ਸ਼ੋਅ ਤੋਂ ਬਾਅਦ ਫੋਨ ਕਰ ਲਿਓ ਤੇ ਮੈਂ ਤੁਹਾਡਾ ਨੰਬਰ ਲੈ ਲਵਾਂਗੀ ਤੇ ਆਪਣਾ ਨੰਬਰ ਤੁਹਾਨੂੰ ਦੇ ਦਵਾਂਗੀ ਤੇ ਫਿਰ ਮੈਨੂੰ ਤੁਸੀਂ ਟੈਕਸ ਕਰ ਦਿਓ ਆਪਣਾ ਐਡਰੈਸ ਤੇ ਆਪਾਂ ਤੁਹਾਡੇ ਤੱਕ ਕੱਪੜਾ ਪਹੁੰਚਦਾ। ਜੇ ਮਾਸਕ ਚਾਹੀਦੇ, ਮਾਸਕ ਪਹੁੰਚਦੇ ਕਰ ਦਿੰਨੇ ਆ। ਨਹੀਂ, ਕੱਪੜਾ ਮੈਂ ਸਿਉਂਗੇ ਆਪ। ਠੀਕ ਹੈ ਜੀ। ਤੁਹਾਨੂੰ ਤੁਸੀਂ ਦੱਸ ਦਿਓ ਕਿੰਨਾ ਚਾਹੀਦਾ ਤੇ ਆਪਾਂ ਪਹੁੰਚਦਾ ਕਰ ਦਾਂਗੇ ਜੀ। ਭੇਜੋ ਤੁਸੀਂ 10 ਮੀਟਰ। ਮੈਂ ਕਿਹਾ ਜੀ ਅਸੀਂ 20 ਭੇਜਾਂਗੇ, 10 ਦਾ ਕੀ ਭੇਜਣਾ। ਥੈਂਕ ਯੂ ਜੀ, ਜਰੂਰ ਭੇਜਾਂਗੇ। ਸ਼ੋਅ ਤੋਂ ਬਾਅਦ ਫੋਨ ਕਰਿਓ ਮੈਨੂੰ ਭੈਣ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਕਹਿੰਦੇ ਹੁੰਦੇ ਆ ਵੀ ਸ਼ੁਰੂਆਤ ਕਰੋ ਚੰਗੇ ਕੰਮਾਂ ਦੀ ਤੇ ਨਾਲ ਜੁੜਦੀ ਜਾਂਦੀ ਹੈ ਟੀਮ, ਇਹ ਚੇਨ ਬਣਦੀ ਜਾਂਦੀ ਹੈ ਗਾਂ ਦੀ ਗਾਂ। ਸੋ ਆਪਾਂ ਚਾਹ ਪਾਣੀ ਲਈ ਰੁਕ ਲਈਏ ਮਾੜਾ ਜਿਹਾ। ਜ਼ਰੂਰ। ਬਿਲਕੁਲ ਜੀ। ਸਾਡਾ ਸਮਾਂ ਹੋ ਗਿਆ ਬ੍ਰੇਕ ਦਾ ਤੇ ਰੁਕਦੇ ਆ ਅਸੀਂ ਬ੍ਰੇਕ ਦੇ ਲਈ ਤੇ ਵਾਪਸ ਆ ਕੇ ਅਸੀਂ ਥੋੜੀਆਂ ਬਹੁਤੀਆਂ ਹੋਰ ਇਦਾਂ ਦੀਆਂ ਗੱਲਾਂ ਕਰਦੇ ਆ, ਹਲਕੀਆਂ ਫੁਲਕੀਆਂ ਜੀ। ਸੋ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਸਾਂਝਾ ਟੀਵੀ ਤੇ। ਮੇਰਾ ਤੁਹਾਡੇ ਨਾਲ ਸਾਥ ਹਰ ਬੁੱਧਵਾਰ ਹੁੰਦਾ 7 ਵਜੇ ਤੋਂ ਲੈ ਕੇ 8 ਵਜੇ ਤੱਕ। ਤੇ ਅੱਜ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ, ਸੇਵਾ ਕਰ ਰਹੀਆਂ ਨੇ ਬੀਬੀਆਂ ਬੜੇ ਲੰਬੇ ਸਮੇਂ ਤੋਂ। ਤਕਰੀਬਨ ਅਪ੍ਰੈਲ ਦੀ 5 ਤਰੀਕ ਤੋਂ ਮਾਸਕ ਸੀਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ ਬੀਬੀਆਂ ਨੇ, ਅੱਜ ਵੀ ਨਿਰੰਤਰ ਉਸੇ ਤਰ੍ਹਾਂ ਹੀ ਮਾਸਕ ਸੀ ਰਹੀਆਂ ਨੇ ਤੇ ਕਮਿਊਨਿਟੀ ਦੇ ਵਿੱਚ ਉਹ ਮਾਸਕ ਜਿਹੜੇ ਵੱਖ-ਵੱਖ ਸ਼ਹਿਰਾਂ ਨੂੰ ਵੀ ਭੇਜੇ ਜਾ ਰਹੇ ਨੇ ਔਰ ਕਮਿਊਨਿਟੀ ਦੇ ਵਿੱਚ ਵੀ ਟਰੱਕਰ ਜਾਂ ਫਸਟ ਜਿਹੜੇ ਲਾਈਨ ਵਰਕਰਸ ਹੈਗੇ ਆ ਉਹ ਵੀ ਆ ਕੇ ਲੈ ਕੇ ਜਾ ਰਹੇ ਨੇ। ਔਰ ਅੱਜ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਈਏ, ਇਹਨਾਂ ਨੂੰ ਰੂਬਰੂ ਕਰਾਈਏ, ਗੱਲਾਂ ਬਾਤਾਂ ਕਰੀਏ
ਤਾਂ ਕਿ ਹੋਰ ਭੈਣਾਂ ਵੀ ਇਨਸਪਾਇਰ ਹੋ ਸਕਣ, ਹੋਰ ਵੀ ਇਦਾਂ ਦੀ ਔਖੀ ਘੜੀ ਦੇ ਵਿੱਚ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਸਕਣ। ਸੋ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਗਲੈਮਰ ਲੇਡੀਜ਼ ਬੁਟੀਕ ਤੋਂ ਰੂਪਾ ਜੀ ਨੇ ਮੇਰੇ ਨਾਲ, ਤੇ ਸਾਡੇ ਆਪਣੇ ਰਾਈਟਰ ਬਲਵੀਰ ਕੌਰ ਢਿੱਲੋਂ ਜੀ ਸਾਡੇ ਨਾਲ ਨੇ। ਔਰ ਬਲਵੀਰ ਜੀ, ਮੈਂ ਸੋਚਦੀ ਹੁੰਨੀ ਆ ਕਈ ਵਾਰੀ ਵੀ ਲਿਖਣਾ, ਤੇ ਇਸ ਸਮੇਂ ਹੁਣ ਤੁਸੀਂ ਲਿਖਣ ਤੇ ਵੀ ਧਿਆਨ ਦਿੰਦੇ ਆ ਕਿ ਪੂਰਾ ਹੀ ਤੁਹਾਡਾ ਧਿਆਨ ਕੇਂਦਰਿਤ ਆ ਮਾਸਕ ਸੀਣ ਤੇ ਹੀ ਆ? ਨਹੀਂ, ਲਿਖਣਾ ਤਾਂ ਉਹਦਾ ਕੋਈ ਟਾਈਮ ਨਹੀਂ ਹੈਗਾ। ਲਿਖਣਾ ਜੇ ਕੋਈ ਬੈਠੇ ਬੈਠੇ ਵੀ ਸੋਚ ਲੈਂਦੇ ਆ? ਹਾਂਜੀ, ਉਹਦਾ ਨਹੀਂ ਕੋਈ। ਤੇ ਕੋਵਿਡ ਨੂੰ ਲੈ ਕੇ ਵੀ ਕੁਝ ਲਿਖਿਆ? ਮੈਂ ਦੋ ਲਿਖਿਆ ਸੀ, ਇੱਕ ਗੀਤ ਲਿਖਿਆ ਸੀ, 2 ਕਵਿਤਾਵਾਂ ਲਿਖੀਆਂ ਸੀ। ਯਾਦ ਆ ਜਾਂ ਨਹੀਂ? ਤੇ ਮੇਰੇ ਮੂੰਹ ਦੀ ਗੱਲ ਯਾਦਦਾਸ਼ਤ ਮੇਰੀ ਥੋੜੀ ਘੱਟ ਹੈ। ਮੇਰੇ ਵੀ ਮੂੰਹ ਚ ਇਹੀ ਗੱਲ ਸੀ ਕਿ ਕੋਵਿਡ ਨੂੰ ਲੈ ਕੇ ਕੁਝ ਲਿਖਿਆ ਤੁਸੀਂ? ਬਹੁਤ ਸਾਰੇ ਲੋਕਾਂ ਨੇ ਲਿਖਿਆ ਹੈਗਾ, ਤੁਹਾਨੂੰ ਯਾਦ ਨਹੀਂ, ਲੈ ਕੇ ਨਹੀਂ ਆਏ ਹਨ? ਨਹੀਂ, ਇਹ ਲਕੋ ਬਹੁਤ ਰੂਪਾ ਜੀ ਰੱਖਦੇ ਆ ਇਦਾਂ ਦੀਆਂ ਗੱਲਾਂ। ਤੇ ਰੂਪਾ ਜੀ, ਜਦੋਂ ਅਸੀਂ ਗੱਲ ਕਰਦੇ ਆ ਕਿ ਤੁਸੀਂ ਹੁਣ ਇੱਕ ਬਿਜ਼ਨਸ ਰਨ ਕਰਦੇ ਹੋ, ਹਾਂਜੀ, ਤੇ ਹੁਣ ਤਾਂ ਚਲੋ ਤੁਸੀਂ ਸੇਵਾ ਕਰਦੇ ਹੋ ਕਮਿਊਨਿਟੀ ਦੀ, ਤੁਸੀਂ ਮਾਸਕ ਸੀਂਦੇ ਹੋ, ਸਵੇਰੇ ਆ ਜਾਂਦੇ ਹੋ। ਮੈਂ ਤਕਰੀਬਨ ਰੋਜ਼ ਹੀ ਤੁਹਾਨੂੰ, ਕੋਈ ਦਿਨ ਐਸਾ ਹੋਊਗਾ ਜਦੋਂ ਮੇਰਾ ਨਹੀਂ ਗੇੜਾ ਲੱਗਦਾ ਤੁਹਾਡੇ ਕੋਲ, ਤੇ ਮੋਸਟਲੀ ਤਾਂ ਮੈਂ ਐਵਰੀ ਡੇ ਤੁਹਾਡੇ ਕੋਲ ਭਾਵੇਂ 2 ਮਿੰਟ ਹੀ ਚੱਕਰ ਕੱਢ ਕੇ ਆਵਾਂ, ਤੇ ਮੈਂ ਇੱਕ ਵਾਰੀ ਜਾ ਕੇ ਮਿਲੇ ਆਉਂਦੀ ਹੁੰਨੀ ਆ ਭੈਣਾਂ ਨੂੰ। ਉਹ ਫਿਰ ਹੱਲਾਸ਼ੇਰੀ ਜੀ ਹੋ ਜਾਂਦੀ ਆ ਵੀ ਹਾਂ ਤੁਹਾਡੇ ਕੋਲ ਕੱਪੜਾ ਪੂਰਾ ਆ, ਸਮਾਨ ਪੂਰਾ ਆ, ਤੇ ਜਾਂ ਉਹੀ ਜਾ ਕੇ ਉਹ ਗੱਲਾਂ ਦਾ ਕੜਾਹ ਮਾੜਾ ਮੋਟਾ ਬਣਾ ਆਉਂਦੀ ਹੁੰਨੀ ਆ ਨਾ, ਵੀ ਜੀ ਲੱਗਾ ਰਵੇ ਇਹਨਾਂ ਦਾ। ਤੇ ਜਦੋਂ ਸਾਰਾ ਕੁਝ ਨਾਰਮਲ ਹੋ ਗਿਆ, ਹੁਣ ਸਾਰਾ ਕੁਝ ਖੁੱਲਣ ਜਾ ਰਿਹਾ, ਤੇ ਹੁਣ ਥੋੜਾ ਟਾਈਮ ਦਿੱਤਾ ਜਾ ਰਿਹਾ ਵੀ ਬਿਜ਼ਨਸ ਵਾਪਸ ਖੁੱਲ ਰਹੇ ਹੈਗੇ ਆ, ਤੇ ਤੁਹਾਨੂੰ ਕੀ ਲੱਗਦਾ ਕਿ ਇਸ ਪੂਰੀ ਮਾਰਕੀਟ ਦੀ ਸਿਚੁਏਸ਼ਨ ਕਿਵੇਂ ਦੀ ਹੋਗੀ? ਕਿਉਂਕਿ ਪਹਿਲਾਂ ਤਾਂ ਹਮੇਸ਼ਾ ਪੈਕ ਰਹਿੰਦੀ ਸੀ, ਤੇ ਹੁਣ ਵੀ ਸਟਾਰਟਿੰਗ ਤੇ ਹੋ ਚੁੱਕੀ ਆ, ਪਰ ਤੁਹਾਨੂੰ ਕੀ ਲੱਗਦਾ ਕਿ ਕਿਹਨਾਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ? ਨਹੀਂ, ਮੇਰਾ ਨਹੀਂ ਖਿਆਲ ਕਿ ਸਿਚੁਏਸ਼ਨ ਬੈਕ ਸੇਮ ਹੋਊਗੀ ਜੋ ਪਹਿਲਾਂ ਹੁੰਦੀ ਸੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਸਾਲ ਬਹੁਤ ਔਖਾ ਨਿਕਲੂਗਾ। ਬੇਸ਼ੱਕ ਤੁਸੀਂ ਜਦੋਂ ਸਟਾਰਟ ਹੋ ਵੀ ਜਾਵੇ, ਸਾਰਾ ਪਾਇਲ ਪਲਾਜ਼ਾ ਖੁੱਲ ਵੀ ਜਾਵੇ, ਜੇ ਤੁਸੀਂ ਕਵਰੇਜ ਕਰੋਗੇ ਤੇ ਤੁਸੀਂ ਆਪ ਆਈਡੀਆ ਲਗਾ ਲੋਗੇ ਕਿ ਬਿਜ਼ਨਸ ਬਹੁਤ ਜ਼ਿਆਦਾ ਘਟੇ ਹੋਊਗਾ, ਕਿਉਂਕਿ ਇਹ ਸਾਰਾ ਪਾਇਲ ਬਿਜ਼ਨਸ ਸੈਂਟਰ ਕੰਸਲਟ ਹੈ ਹੀ ਕੱਪੜਿਆਂ ਦੇ ਨਾਲ ਸੀ। ਕੱਪੜੇ, ਡੈਕੋਰੇਸ਼ਨ, ਹਾਲਸ ਤੇ ਕੇਟਰਿੰਗ, ਤੇ ਇਸ ਵੇਲੇ ਸਾਰੇ ਹੀ ਬਿਜ਼ਨਸ ਮੈਰਿਜਸ ਦੇ ਨਾਲ ਕੰਸਲਟ ਆ, ਤੇ ਮੈਰਿਜਸ ਹੀ ਜਦ ਕੈਂਸਲ ਹੋ ਗਈਆਂ ਤੇ ਮੇਰਾ ਨਹੀਂ ਖਿਆਲ ਕਿ ਕਵਰ ਅਪ ਹੋ ਸਕਣਗੇ। ਥਰੂ ਆਊਟ ਸਾਰਾ ਪਾਇਲ ਬਿਜ਼ਨਸ ਸੈਂਟਰ ਹੀ ਇਸ ਔਖੀ ਕੜੀ ਚੋਂ ਨਿਕਲੂਗਾ। ਤੇ ਤੁਸੀਂ ਜਦੋਂ ਹੁਣ ਦਿੱਤੀਆਂ ਹੈਗੀਆਂ ਹਦਾਇਤਾਂ ਗਵਰਨਮੈਂਟ ਵੱਲੋਂ ਕਿ ਇਦਾਂ ਖੁੱਲੂਗੀ ਤੇ ਆਹ ਬੈਨੀਫਿਟ ਹੋਣਗੇ, ਸੋ ਤੁਸੀਂ ਉਹਨਾਂ ਬੈਨੀਫਿਟਸ ਦਾ ਇੰਤਜ਼ਾਰ ਕਰਦੇ ਹੋ ਕਿ ਤੁਹਾਡੇ ਨਾਲ ਕਿਵੇਂ ਹੋਣਾ? ਇਨ ਕੇਸ ਜੇ ਤੁਹਾਨੂੰ ਕੋਈ ਨਹੀਂ ਬੈਨੀਫਿਟ ਮਿਲਦਾ, ਕਿ ਤੁਹਾਨੂੰ ਸਰਕਾਰ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਤੁਸੀਂ ਉਹਦੇ ਲਈ ਪੂਰਾ ਨਹੀਂ ਉਹ ਕੰਡੀਸ਼ਨਸ ਪੂਰੀਆਂ ਕਰਦੇ, ਜਾਂ ਤੁਹਾਡਾ ਜਿਹੜਾ ਉਹ ਪ੍ਰਾਪਰਟੀ ਨੂੰ ਓਨਰ ਆ ਜਿਹੜਾ ਉਹਨੂੰ ਓਨ ਕਰਦਾ ਹੈਗਾ ਆ, ਉਹ ਨਹੀਂ ਤੁਹਾਡੀ ਕੋਈ ਮਦਦ ਕਰਦਾ, ਤੇ ਫਿਰ ਤੁਸੀਂ ਕਿਵੇਂ ਮੈਨੇਜ ਕਰੋਗੇ? ਫਿਰ ਮੈਂ ਉਹ ਜਿਸ ਰੱਬ ਨੇ ਇੰਨੀ ਵੱਡੀ ਧਰਤੀ ਬਣਾਈ ਆ, ਫਿਰ ਮੈਂ ਉਹਦੇ ਤੇ ਸੁੱਟ ਦੂੰਗੀ। ਉਹ ਕੁਛ ਨਾ ਕੁਛ ਕਰੇਗਾ। ਇਸ ਤੋਂ ਜ਼ਿਆਦਾ ਮੈਂ ਹੋਰ ਕੁਛ ਨਹੀਂ ਕਹਿ ਸਕਦੀ। ਯਾਨੀ ਟਫ ਬਹੁਤ ਆ ਬਿਜ਼ਨਸ ਰਨ ਕਰਨਾ? ਟਫ ਬਹੁਤ ਹੈ। ਕੱਲਾ ਤੁਹਾਡੇ ਲਈ ਨਹੀਂ, ਸਾਰੇ ਲੋਕਾਂ ਲਈ ਟਫ ਹੈ। ਅਸੀਂ ਬੜੀ ਉਡੀਕ ਕਰਕੇ ਮਾਰਚ ਦਾ ਮਹੀਨਾ ਲੈ ਕੇ ਆਈਦਾ, ਕਿਉਂਕਿ ਸ਼ੁਰੂ ਤੋਂ ਹੀ ਸਾਡੇ ਬਿਜ਼ਨਸ ਸੀਜ਼ਨਲ ਨੇ। ਜਿਊਲਰੀ ਦੇ ਬਿਜ਼ਨਸ, ਕੱਪੜੇ ਦੇ ਬਿਜ਼ਨਸ, ਸਟਿਚਿੰਗ ਦੇ ਬਿਜ਼ਨਸ, ਕੇਟਰਿੰਗ ਦੇ, ਡੈਕੋਰੇਸ਼ਨ ਦੇ, ਇਹ ਸੀਜ਼ਨਲ ਬਿਜ਼ਨਸ 6 ਮਹੀਨੇ ਦੇ ਆ, ਫੈਬਰਵਰੀ ਤੋਂ ਲੈ ਕੇ ਸੈਪਟੈਂਬਰ ਅਕਤੂਬਰ ਤੱਕ। ਤੇ ਬੜੀ ਮੁਸ਼ਕਿਲ ਨਾਲ ਵੇਟ ਕੀਤੀ ਸੀ ਕਿ ਮਾਰਚ ਸਟਾਰਟ ਹੋ ਗਿਆ ਆ ਤੇ ਹੁਣ ਬਿਜ਼ਨਸ ਸਟਾਰਟ ਹੋ ਜਾਣਗੇ, ਪੀਕ ਤੇ ਜਾਣਗੇ, ਪਰ ਕੋਵਿਡ-19 ਕਰਕੇ ਉਹ ਗੱਲ ਨਹੀਂ ਬਣੀ। ਇਹਨੂੰ ਜਾਣ ਨੂੰ ਟਾਈਮ ਲੱਗੂਗਾ, ਕੋਵਿਡ ਤੋਂ ਸਾਨੂੰ ਟਾਈਮ ਲੱਗੂਗਾ, ਕੋਵਿਡ ਤੋਂ ਨਿਕਲਣ ਦੇ ਲਈ ਬਹੁਤ ਜ਼ਿਆਦਾ ਟਾਈਮ ਲੱਗੂਗਾ ਜੀ। ਕਿਉਂਕਿ ਜੇ ਅਸੀਂ ਬਿਜ਼ਨਸ ਖੋਲ ਵੀ ਲੈਣੇ ਤੇ ਕਸਟਮਰ ਨੇ ਡਰਦੇ ਹੋਏ ਨਹੀਂ ਆਉਣਾ ਹੈ ਕਿ ਇਹਨਾਂ ਨੇ ਬੋਡੀ ਟੱਚ ਕਰਨੀ ਹੈ, ਇਹਨਾਂ ਨੇ ਸਾਡਾ ਮੇਜ਼ਰਮੈਂਟ ਲੈਣਾ ਹੈ, ਤੇ ਮੇਬੀ ਕੋਈ ਇਹੋ ਜਿਹੀ ਗੱਲ ਨਾ ਹੋਵੇ। ਹਾਲਾਂਕਿ ਅਸੀਂ 1 ਮਹੀਨੇ ਤੋਂ ਸੇਵਾ ਕਰ ਰਹੇ ਹਾਂ, ਸੋਸ਼ਲ ਡਿਸਟੈਂਸ ਰੱਖ ਕੇ ਸੇਵਾ ਕਰ ਰਹੇ ਹਾਂ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ। ਪਰ ਜਦੋਂ ਇਨਸਾਨ ਡਰਿਆ ਹੁੰਦਾ ਆ ਤੇ ਉਹ ਸੋਚ ਕੇ ਕਦਮ ਰੱਖਦਾ ਆ। ਬਿਲਕੁਲ ਬਲਵੀਰ ਜੀ, ਮੈਂ ਦੇਖਿਆ ਵੀ ਆਪਣੇ ਅੱਖੀਂ, ਪਰ ਕਈ ਗੱਲਾਂ ਦੀ ਮੈਨੂੰ ਇੰਝ ਹੁੰਦੀ ਹੈ ਕਿ ਕਈ ਵਾਰੀ ਸਾਨੂੰ ਪਤਾ ਹੁੰਦਾ ਕਿ ਅਸੀਂ ਪਬਲਿਕਲੀ ਬਾਹਰ ਜਾ ਰਹੇ ਹਾਂ, ਸਾਨੂੰ ਬੱਚਿਆਂ ਨੂੰ ਜੇ ਨਹੀਂ ਲਿਜਾ ਕੇ ਸਾਡਾ ਸਰਦਾ ਤੇ ਸਾਨੂੰ ਨਹੀਂ ਲਿਜਾਣਾ ਚਾਹੀਦਾ, ਪਰ ਕਈ ਲੋਕ ਬਹੁਤ ਪੈਨਿਕ ਆ। ਜਿਵੇਂ ਮੈਂ ਇਹਨਾਂ ਦੇ ਰੂਪਾ ਜੀ ਉਹਨਾਂ ਦੇ ਕੋਲ ਹੀ ਸੀ, ਅਸੀਂ ਇਕੱਠੇ ਸਟੋਰ ਤੇ ਖੜੇ ਸੀ, ਔਰ ਕੋਈ ਭੈਣ ਉੱਥੋਂ ਲੈਣ ਆਈ ਸੀ ਮਾਸਕ, ਤੇ ਉਹ ਬਹੁਤ ਵਰਿਡ ਸੀ ਆਪਣੇ ਬੱਚੇ ਨੂੰ ਲੈ ਕੇ ਕਿ ਤੁਸੀਂ ਮੇਰੇ ਤੋਂ ਪਰੇ ਖੜੋ, ਤੇ ਮਾਸਕ ਵੀ ਬਹੁਤ ਦੂਰੋਂ ਫੜ ਰਹੇ ਸੀ, ਪਰ ਪ੍ਰੀਕਾਸ਼ਨਸ ਕੋਈ ਵੀ ਨਹੀਂ ਸੀ, ਨਾ ਬੱਚੇ ਦੇ ਕੋਈ ਸੀਗਾ ਤੇ ਨਾ ਆਪਣੇ ਉਹਨਾਂ ਦੇ ਕੋਈ ਸੀਗਾ ਕੋਈ ਇਦਾਂ ਦਾ, ਹਨਾ।
ਤੇ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ, ਅਸੀਂ ਉਹੀ ਡਰ ਜਾਂਦੇ ਆ। ਹਾਂਜੀ। ਸੋ ਜਦੋਂ ਹੁਣ ਤੁਸੀਂ ਆ ਸਕੂਲ ਸਪਟੈਂਬਰ 'ਚ ਖੋਲ੍ਹਣੇ ਆ, ਤੁਸੀਂ ਵੀ ਬੈਕ ਟੂ ਜਾਣਾ ਹੈਗਾ ਔਰ ਤੁਸੀਂ ਬੱਸ ਚਲਾਉਂਦੇ ਆ, ਬੱਚਿਆਂ ਨਾਲ ਤੁਹਾਡਾ ਹਾਂਜੀ ਜਿਹੜਾ ਬੱਚਿਆਂ ਨੇ ਬੱਸ 'ਚ ਚੜ੍ਹਨਾ ਵੀ ਆ, ਉਤਰਨਾ ਵੀ ਆ। ਸੋ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਜਿਹੜਾ ਸਾਰਾ ਕੁਛ ਆ ਕੋਵਿਡ ਦਾ, ਕਿੰਨਾ ਕੁ ਟਾਈਮ ਲੱਗੂ ਬੈਕ ਟੂ ਨਾਰਮਲ ਹੋਣ ਨੂੰ? ਜਿਹੋ ਜਿਹੇ ਇਸ ਵੇਲੇ ਹਾਲਾਤ ਹੈ, ਮੈਨੂੰ ਲੱਗਦਾ ਸਾਲ ਤੋਂ 2 ਸਾਲ ਤਾਂ ਕਿਤੇ ਨਹੀਂ ਗਏ। ਫੇਰ ਵੀ ਮੈਨੂੰ ਲੱਗਦਾ ਹਜੇ ਲਾਈਫ ਜਿਹੜੀ ਨਾਰਮਲ ਨਹੀਂ ਹੋਣੀ ਹੈਗੀ, ਹਨਾ। ਜਿਸ ਹਿਸਾਬ ਨਾਲ ਹੁਣ ਲੋਕਾਂ ਦੇ ਨੁਕਸਾਨ ਹੋਇਆ, ਜਿਹੜਾ ਬੰਦਾ ਹੁਣ 5 7 8 ਹਜ਼ਾਰ ਕਮਾਉਂਦਾ ਸੀ ਮਹੀਨੇ ਦਾ, ਜੇ ਹੁਣ ਉਹਦੀ ਜੌਬ ਚਲ ਗਈ ਆ, ਉਹ ਲੇ ਆਫ ਹੋ ਗਿਆ ਆ, ਉਹ $2000 ਤੇ ਗੁਜ਼ਾਰਾ ਕਿਵੇਂ ਕਰੂਗਾ, ਹਨਾ। ਬਹੁਤ ਲੋਕਾਂ ਦਾ ਨੁਕਸਾਨ ਹੋਇਆ ਆ। ਸਹੀ ਗੱਲ। ਪਰ ਬਹੁਤ ਸਾਰੀਆਂ ਸਹੂਲਤਾਂ ਜਿਵੇਂ ਹੁਣ ਬੇਸਮੈਂਟਾਂ ਦੇ ਰੈਂਟਾਂ ਦੀ ਵੀ ਆ, ਤੇ $2000 ਦਿੱਤਾ ਜਾ ਰਿਹਾ, EI ਲੋਕੀ ਐਮਪਲੋਇਮੈਂਟ ਇੰਸ਼ੋਰੈਂਸ ਲੈ ਰਹੇ ਹੈਗੇ ਆ, ਬਹੁਤ ਕੁਝ ਲੋਕੀ ਲੈ ਰਹੇ ਆ, ਬੜੀਆਂ ਸਹੂਲਤਾਂ ਗਵਰਨਮੈਂਟ ਵੱਲੋਂ ਦਿੱਤੀਆਂ ਜਾ ਰਹੀਆਂ ਆ। ਪਰ ਉਹ ਸਹੂਲਤਾਂ ਤਾਂ ਹੈਗੀਆਂ, ਪਰ ਉਹਦੇ ਲਈ ਕੰਡੀਸ਼ਨਸ ਬਹੁਤ ਆ। ਜੇ ਤੁਸੀਂ ਇੱਕ ਕੰਡੀਸ਼ਨ ਵੀ ਤੁਸੀਂ ਪੂਰੀ ਨਹੀਂ ਕਰਦੇ, ਤੁਹਾਨੂੰ ਜਿੰਨਾ ਪੈਸਾ ਤੁਸੀਂ ਲਿਆ ਆ ਉਹ ਸਾਰਾ ਵਾਪਸ ਕਰਨਾ ਪੈਣਾ ਆ। ਸੋ ਅਸੀਂ ਦੇਖੀ ਕਿ ਫਲਾਣੇ ਨੇ ਅਪਲਾਈ ਕਰਤਾ ਆ, ਧਮਕਾਨੇ ਨੇ ਅਪਲਾਈ ਕਰਤਾ, ਇਹ ਨਾ ਕਰੋ। ਉਹਦੀਆਂ ਪ੍ਰੋਪਰ ਇੰਸਟਰਕਸ਼ਨਸ ਪੜ੍ਹੋ ਕਿ ਤੁਸੀਂ ਉਹਦੇ ਐਲੀਜੀਬਲ ਹੈਗੇ ਆ ਜਾਂ ਨਹੀਂ, ਕਿ ਜੇ ਤੁਸੀਂ ਹੁਣ ਉਹ ਪੈਸੇ ਲੈ ਲੈਂਦੇ ਆ, ਉਹ ਤੁਹਾਨੂੰ ਵਾਪਸ ਕਰਨੇ ਪੈਣੇ ਆ। ਹਾਂਜੀ। ਸੋ ਕਈ ਲੋਕ ਮੈਂ ਦੇਖਿਆ ਆ, ਬਹੁਤ ਸਾਰੇ ਲੋਕ ਆ, ਉਹ ਕਹਿੰਦੇ ਬਸ ਘਰੇ ਬੈਠੇ ਆ, ਚਿਕਾਂ ਡਿੱਗੀ ਜਾਂਦੀ ਆ। ਮੈਂ ਕਿਹਾ ਵੇਟ ਐਂਡ ਵਾਚ, ਜਦੋਂ ਡਿੱਗੀਆਂ ਅਗਲਿਆਂ ਨੇ ਉਦਾਂ ਹੀ ਮੋੜ ਕੇ ਲੈਣੀਆਂ ਵੀ ਆ, ਕਿਉਂਕਿ ਇਹੋ ਸਿੰਪਲ ਜੀ ਗੱਲ ਹੈ ਭੈਣ ਜੀ। ਦੇਖੋ, ਮੈਂ ਹੀ ਜੇ ਰੋਜ਼ ਦੇ 10 ਸੂਟ ਸਟਿਚ ਕਰਾਂ ਤੇ ਮੈਂ ਮੰਥਲੀ 7-8 ਹਜ਼ਾਰ ਬਣਾ ਲੈਣਾ ਸੀ, ਕਿੱਥੇ ਮੈਨੂੰ 2000 ਕੋਵਿਡ ਆ ਰਿਹਾ। ਹਾਂਜੀ। ਤੇ ਹੁਣ ਕੰਪੇਅਰ ਜੇ ਕਰੀਏ ਤੇ ਬਹੁਤ ਜ਼ਿਆਦਾ ਨੁਕਸਾਨ ਹੈ। ਭੈਣ ਜੀ ਦੀ ਗੱਲ ਬਿਲਕੁਲ ਸਹੀ ਹੈ ਕਿ ਕਿੱਥੇ ਅਸੀਂ ਇੰਨੀ ਇਨਕਮ ਬਣਾ ਲੈਣੀ ਸੀ, ਕਿੱਥੇ ਅਸੀਂ ਬਿਲਕੁਲ ਇਸ ਵੇਲੇ 2000 ਤੇ ਬੈਠੇ ਹਾਂ। 2000 ਚੋਂ 5000 ਤੇ ਰੈਂਟ ਸ਼ਾਪਸ ਦਾ, ਫਿਰ BC ਹਾਈਟ ਦਾ, ਫਿਰ ਕੇਬਲ, ਉਹ 2000 ਨਾਲ ਕੀ ਹੋਊਗਾ? 2000 ਚੋਂ ਵੀ ਸਾਨੂੰ ਮੋੜਨਾ ਪੈਣਾ ਗਵਰਨਮੈਂਟ ਨੂੰ। ਸੋ ਇਹ ਬਹੁਤ ਜ਼ਿਆਦਾ ਟਫ ਟਾਈਮ ਹੈ ਇਸ ਵੇਲੇ ਸਾਡੇ ਵਾਸਤੇ, ਬਹੁਤ ਜ਼ਿਆਦਾ, ਜਿਹਨੂੰ ਅਸੀਂ ਕਹੀਦਾ। ਇਹੋ ਜਿਹਾ ਟਾਈਮ ਅਸੀਂ ਸੋਚਿਆ ਨਹੀਂ ਸੀ ਕਿ ਸਾਡੀ ਲਾਈਫ 'ਚ ਆਊਗਾ। 20 ਸਾਲ ਦਾ ਮੇਰਾ ਐਕਸਪੀਰੀਅੰਸ ਆ, ਫਸਟ ਟਾਈਮ ਦਾ ਐਕਸਪੀਰੀਅੰਸ ਹੈ ਕਿ ਮੈਂ ਇੰਨੇ ਔਖੇ ਟਾਈਮ ਤੋਂ ਨਿਕਲ ਰਹੀ। ਸੋ ਪਹਿਲਾਂ ਕਦੀ ਇੰਜ ਜਦੋਂ ਤੁਹਾਡਾ ਬਿਜ਼ਨਸ ਸੀ, ਕਿਉਂਕਿ ਸਟਿਚਿੰਗ ਦਾ ਬਿਜ਼ਨਸ ਆ, ਤੇ ਇਹਨਾਂ ਮੁਲਕਾਂ ਦੇ ਵਿੱਚ, ਕੈਨੇਡਾ ਵਰਗੇ ਮੁਲਕ ਦੇ ਵਿੱਚ ਟੇਲਰਿੰਗ ਦਾ ਬਹੁਤ ਘੱਟ, ਲੇਡੀਜ਼ ਪ੍ਰੋਫੈਸ਼ਨਲ ਬਹੁਤ ਘੱਟ ਨੇ। ਆਮ ਟੇਲਰ ਤਾਂ ਬਹੁਤ ਆ, ਮੇਰੇ ਵਰਗੇ ਵੀ ਹੈਗੇ ਆ ਜਿਹੜਾ ਨੇ ਕੈਂਚੀ ਇੱਕ ਵਾਰੀ ਖਾਧੀ ਆ ਤਾਂ ਬਿੰਗੀਆਂ ਟੇਡੀਆਂ ਸੀਣਾ ਲਾ ਲੈਂਦੇ ਆ। ਸੋ ਬਹੁਤ ਆ। ਬਲਵੀਰ ਹੁਣੀ ਤਾਂ ਪ੍ਰੋਫੈਸ਼ਨਲ ਆ, ਇਹ ਬਿਜ਼ਨਸ ਵੀ ਰਨ ਕਰਦੇ ਰਹੇ ਆ। ਤੁਸੀਂ ਤਾਂ 20 ਸਾਲ ਤੋਂ ਐਕਸਪੀਰੀਅੰਸ ਆ, ਤੁਹਾਡੇ ਅੰਡਰ ਵੀ EMPLOYE ਕੰਮ ਕਰਦੇ ਆ। ਸੋ ਤੁਸੀਂ ਪਹਿਲਾਂ ਕਦੀ ਇਹੋ ਜਿਹੀ ਸਿਚੁਏਸ਼ਨ ਕਦੀ ਹੋਈ ਸੀ ਕਿ ਇਹੋ ਜਿਹੇ ਕੰਮਾਂ ਦੇ ਵਿੱਚ, ਕਿਉਂਕਿ ਟੇਲਰਿੰਗ ਦਾ, ਪਾਰਲਰਾਂ ਦਾ ਤੇ ਆਹ ਜੁਐਲਰੀ ਵਗੈਰਾ ਦਾ ਜਾਂ ਹਾਲਸ ਦਾ ਮੈਂ ਕਦੇ ਸਲੋ ਹੁੰਦਾ ਕੰਮ ਨਹੀਂ ਦੇਖਿਆ। ਇੰਨੀ ਜ਼ਿਆਦਾ ਡੈਡ ਸਿਚੁਏਸ਼ਨ ਨਹੀਂ ਸੀ ਦੇਖੀ। ਸਿਚੁਏਸ਼ਨ ਅਸੀਂ ਦੇਖਦੇ ਜ਼ਰੂਰ ਸੀ ਅਕਤੂਬਰ ਤੋਂ ਬਾਅਦ, ਜਦੋਂ ਸਲੋ ਸੀਜ਼ਨ ਹੋ ਜਾਂਦਾ ਸੀ, ਪਰ ਅਸੀਂ ਐਟਲੀਸਟ ਕਿਰਾਏ ਜਿੰਨੇ ਅਸੀਂ ਬਣਾ ਲੈਂਦੇ ਸੀ ਕਿ ਕਿਰਾਇਆ ਤੇ ਕੱਢ ਸਕਦੇ ਸੀ ਸ਼ਾਪ ਦਾ। ਇਸ ਵੇਲੇ ਤੇ ਅਸੀਂ ਬਿਲਕੁਲ ਹੀ ਜ਼ੀਰੋ ਆ, ਕੁਝ ਵੀ ਨਹੀਂ ਅਸੀਂ ਕਰ ਸਕਦੇ। ਤੁਸੀਂ ਸਾਡੇ ਜਿਹੜੇ ਲੀਗਲ, ਸਾਡੇ ਜਿਹੜੇ ਲੋਕਲ MLA ਆ, ਤੁਸੀਂ ਉਹਨਾਂ ਤੱਕ ਅਪਰੋਚ ਕੀਤੀ ਆ? ਸੋ ਉਹਨਾਂ ਨੇ ਕਿਹਾ ਹਲੇ ਤੁਸੀਂ ਵੇਟ ਕਰੋ? ਹਾਂਜੀ, 1-2 MLA ਨੇ ਸਾਡੀਆਂ ਈਮੇਲਸ ਵੀ ਮੰਗਵਾਈਆਂ ਆ, ਅਸੀਂ ਉਹਨਾਂ ਨੂੰ ਈਮੇਲ ਵੀ ਫਾਰਵਰਡ ਕੀਤੀਆਂ, ਪਰ ਹਾਲੇ ਸਾਨੂੰ ਰਿਸਪੌਂਸ ਆਈ ਨਹੀਂ ਹੈ। ਜਦ ਕਿ BC ਹਾਈਡਰੋ ਨੇ ਕਿਹਾ ਸੀ ਕਿ 3 ਮਹੀਨੇ ਦਾ ਤੁਹਾਨੂੰ ਮਾਫ ਕੀਤਾ ਜਾਏਗਾ, ਪਰ ਉਹ ਮਾਫ ਨਹੀਂ ਹੋਇਆ। ਸੋ ਤੁਸੀਂ ਸੇਵਾ ਕਰਕੇ ਅਸੀਂ ਸ਼ਾਪ ਖੋਲੀ ਤੇ ਉਹਨਾਂ ਨੇ ਸੋਚਿਆ ਕਿ ਸ਼ਾਇਦ ਅਸੀਂ ਬਿਜ਼ਨਸ ਵਾਸਤੇ ਸ਼ਾਪ ਖੋਲੀ। ਸੋ ਤੁਸੀਂ ਇਕੱਲੇ ਹੀ ਇਸ ਪਲਾਜ਼ੇ ਦੇ ਵਿੱਚੋਂ, ਜਾਂ ਕਿ ਹੋਰ ਵੀ ਕੋਈ ਬਿਜ਼ਨਸ ਇਹਦੇ ਵਿੱਚ ਇਨਵੋਲਵ ਹੈਗਾ? ਕੋਈ ਲੋਕੀ ਹੋਰ ਵੀ ਇਹ ਆਵਾਜ਼ ਉਠਾ ਰਹੇ ਆ ਕਿ ਸਾਡੇ ਨਾਲ ਇੰਜ ਹੋ ਰਿਹਾ? ਮੈਂ ਐਕਚੁਅਲੀ ਪਲਾਜ਼ਾ ਦੇ ਵਿੱਚ ਕਿਸੇ ਦੇ ਨਾਲ ਮੇਰਾ ਇੰਨਾ ਲਿੰਕ ਹੈ ਨਹੀਂ ਹੈ ਕਿ ਮੈਂ ਕਿਸੇ ਦੇ ਨਾਲ ਕੰਟੈਕਟ 'ਚ ਹੋਵਾਂ ਕਿ ਮੈਨੂੰ ਪਤਾ ਹੋਵੇ। ਤੇ ਮੈਨੂੰ ਆਪਣਾ ਇਸ ਵੇਲੇ ਸਿਚੁਏਸ਼ਨ ਪਤਾ ਆ, ਬਾਕੀ ਸ਼ਾਪਸ ਸਾਰੀਆਂ ਬੰਦ ਹੈ ਇਸ ਵੇਲੇ। ਇਹ ਨਹੀਂ ਮੈਨੂੰ ਪਤਾ ਕਿ ਉਹ ਕਿਸ ਨੂੰ ਕੰਟੈਕਟ ਕਰ ਰਹੇ ਜੀ। ਇੰਨਾ ਜ਼ਰੂਰ ਹੈ ਕਿ ਮੇਰੀ ਇੱਕ ਕਲੋਜ਼ ਫਰੈਂਡ ਆ, ਉਹਨਾਂ ਦਾ ਵੀ ਬਿਜ਼ਨਸ ਹੈਗਾ ਆ, ਉਹਨਾਂ ਨੇ ਕੱਲ ਜ਼ਰੂਰ ਮੈਨੂੰ ਕੰਟੈਕਟ ਕੀਤਾ ਸੀ ਕਿ ਰੂਪਾ ਇਹ ਜਿਹੜਾ ਰੈਂਟ ਦਾ ਹੈਗਾ ਸਿਸਟਮ ਹੈ ਕੀ ਹੈ, ਕਿ ਅਸੀਂ ਵੀ ਆਪਣੇ ਵੇਅਰ ਹਾਊਸ ਦਾ 12000 ਰੈਂਟ ਦੇ ਰਹੇ ਹਾਂ। ਮੈਂ ਕਿਹਾ ਹਾਲੇ ਇਸ ਵੇਲੇ ਤੇ ਇਹ ਕੰਡੀਸ਼ਨ ਹੈ ਕਿ ਓਨਰ ਨੇ ਅਪਲਾਈ ਕਰਨਾ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਓਨਰ ਅਪਲਾਈ ਕਰੂਗਾ। ਮੈਂ ਤੇ ਸ਼ੁਕਰ ਕਰਦੀ ਹਾਂ ਕਿ ਜੇ ਸਾਡੇ ਓਨਰ ਅਪਲਾਈ ਕਰ ਦੇਣ ਤੇ ਮੈਂ ਥੈਂਕ ਯੂ ਕਹੂੰਗੀ ਉਹਨਾਂ ਦਾ ਬਹੁਤ ਬਹੁਤ, ਕਿ ਉਹ ਸਾਡੀ ਹੈਲਪ ਕਰਨ ਇਸ ਵੇਲੇ, ਕਿਉਂਕਿ ਜੇ ਅਸੀਂ ਉਹਨਾਂ ਨੂੰ ਰੈਂਟ ਟਾਈਮ ਤੇ ਦਿੰਨੇ ਆ ਤੇ ਉਹਨਾਂ ਦਾ ਵੀ ਫਰਜ਼ ਬਣਦਾ ਆ ਕਿ ਉਹ ਇਸ ਵੇਲੇ ਸਾਡੀ ਹੈਲਪ ਕਰਨ। ਸੋ ਉਹ ਕਿਵੇਂ ਕਰ ਸਕਦੇ ਆ ਹੈਲਪ ਤੁਹਾਡੀ, ਕਿ ਉਹ ਅਪਲਾਈ ਕਰਨ, ਕਿ ਉਹ ਲੋਨ ਲੈ ਰਹੇ? ਹਾਂ, ਜੇ ਉਹਨਾਂ ਨੂੰ ਗਵਰਨਮੈਂਟ ਨੇ ਕਿਹਾ ਕਿ ਉਹ ਅਪਲਾਈ ਕਰਨ ਤੇ ਫਿਰ ਉਹ ਲੋਨ ਅਪਲਾਈ ਕਰ ਦੇਣ।
ਕਿਉਂਕਿ ਜਦ ਅਸੀਂ ਉਹਨਾਂ ਨੂੰ ਕੋਈ ਹਾਰਡ ਸਿਚੁਏਸ਼ਨ ਨਹੀਂ ਦਿੱਤੀ, ਅਸੀਂ ਪੇ ਚੈੱਕ ਸਾਰੇ ਸਾਲ ਦੇ ਉਹਨਾਂ ਨੂੰ ਦੇ ਦਿੰਨੇ ਆ ਡੇਟਸ ਪਾ ਕੇ, ਅਸੀਂ ਕਦੀ ਉਹਨਾਂ ਨੂੰ ਤੰਗ ਨਹੀਂ ਕੀਤਾ, ਭਾਵੇਂ ਅਸੀਂ ਤੰਗ ਹੋਈਏ, ਅਸੀਂ ਰੈਂਟ ਵੱਲੋਂ ਕਦੀ ਉਹਨਾਂ ਨੂੰ ਤੰਗ ਨਹੀਂ ਕੀਤਾ। ਤੇ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਇਸ ਸਿਚੁਏਸ਼ਨ 'ਚ ਸਾਡੀ ਹੈਲਪ ਕਰਨ। ਵੈਰੀ ਨਾਈਸ। ਤੇ ਕਮਿਊਨਿਟੀ 'ਚ ਹੋਰ ਵੀ ਜਿਹੜੇ ਸਮਾਲ ਬਿਜ਼ਨੈਸਸ ਵਾਲੇ ਆ, ਮੇਰੇ ਖਿਆਲ 'ਚ ਉਹਨਾਂ ਨੂੰ ਵੀ ਫਾਰਵਰਡ ਹੋਣਾ ਚਾਹੀਦਾ, ਅੱਗੇ ਵੱਧ ਕੇ ਆਉਣਾ ਚਾਹੀਦਾ ਆ, ਤਾਂ ਕਿ ਸਾਰੇ ਰਲ ਕੇ ਇਸ ਸਿਚੁਏਸ਼ਨ ਦਾ ਸਾਹਮਣਾ ਕਰ ਸਕਣ ਨਾ। ਇਹ ਤੋਂ ਬਜਾਏ ਕਿ ਕਈ ਲੋਕ, ਮੈਂ ਖੁਦ ਵੀ ਜਾਂਦੀ ਰਹਿੰਦੀ ਪਾਇਲ 'ਚ, ਬਹੁਤ ਸਾਰੇ ਬਿਜ਼ਨਸ ਆ ਜਿਹੜੇ ਚੁੱਪ ਚਪੀਤੇ ਹੀ ਆਪਣਾ ਸਮਾਨ ਚੁੱਕ ਕੇ ਨਿਕਲ ਗਏ। ਉਹਨਾਂ ਨੇ ਲੀਜ਼ ਬੇਸ਼ੱਕ ਲੰਬੀਆਂ ਸਾਈਨ ਕੀਤੀਆਂ ਹੈਗੀਆਂ ਆ, ਪਰ ਇਹ ਹੁਣ ਅੱਗੇ ਜਾ ਕੇ ਜਦੋਂ ਸਾਰਾ ਕੁਝ ਖੁੱਲੂਗਾ ਫਿਰ ਸਿਚੁਏਸ਼ਨ ਪਤਾ ਲੱਗੂਗੀ ਕਿ ਕਿਹਨੇ ਕੀ ਕੀਤਾ ਹੈਗਾ ਹੈ। ਪਰ ਸੋ ਫਾਰ ਤਾਂ ਹਲੇ ਲੋਕੀ ਪੈਨਿਕ ਹੋਏ ਬੈਠੇ ਆ, ਸਮਾਲ ਬਿਜ਼ਨੈਸਸ ਵੀ। ਤੇ ਬਲਵੀਰ ਜੀ, ਅਸੀਂ ਫਿਰ ਹੁਣ ਮਾਸਕਾਂ ਵਾਲੀ ਫੇਰ ਮੁੜ ਕੇ ਆਉਂਦੇ ਆ, ਕਿਉਂਕਿ ਅਸੀਂ ਸਾਰਾ ਕੁਝ ਹੀ ਡਿਸਕਸ ਕਰਨਾ ਜ਼ਰੂਰੀ ਹੁੰਦਾ ਆ ਜੀ। ਸੋ ਹੁਣ ਕਿਹੜੀਆਂ ਆਪਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਮਾਸਕ ਬਣਾਉਣ ਦੇ ਲਈ? ਆਪਾਂ ਨੂੰ ਸਪਲਾਈ ਕੱਪੜਾ ਤੇ ਆਪਣੇ ਕੋਲ ਬਹੁਤ ਹੈ ਰੂਪਾ ਜੀ, ਹਾਂਜੀ, ਔਰ ਕਿਹੜੀ ਮੇਜਰ ਕੀ ਆਪਾਂ ਨੂੰ ਜ਼ਰੂਰਤ ਹੈਗੀ ਆ? ਇਲਾਸਟਿਕ ਨਹੀਂ ਆਪਾਂ ਨੂੰ ਮਿਲ ਰਹੀ, ਕਿਤੇ ਵੀ ਨਹੀਂ ਮਿਲ ਰਹੀ। ਸਾਰੇ ਅਸੀਂ ਹੋਲਸੇਲਰਸ ਤੋਂ ਵੀ ਪਤਾ ਕਰ ਲਿਆ, ਜਿਹੜੇ ਲੋਕਲ ਇੱਥੇ ਜਾਣਦੇ ਆ, ਤੇ ਬਾਕੀ ਸਟੋਰਾਂ ਤੇ ਵੀ ਕਿਤੇ ਵੀ ਹੈ ਨਹੀਂ। ਈਵਨ ਜੇ ਤੁਸੀਂ ਆਨਲਾਈਨ ਵੀ ਆਰਡਰ ਕਰਦੇ ਆ ਤਾਂ ਉਹ ਇੱਕ ਮਹੀਨੇ ਦੀ ਉਹ ਡਿਲੀਵਰੀ ਵੇਟਿੰਗ ਦੱਸਦੇ ਆ। ਹੁਣ ਮੈਨੂੰ ਵੀ 2 ਹਫ਼ਤੇ ਹੋ ਗਏ ਮੌਂਟਰੀਅਲ ਆਰਡਰ ਕੀਤੇ, ਜਿੱਥੋਂ ਕਿ ਸਾਡੀ ਸਪਲਾਈ ਆਂਦੀ ਆਲਰੇਡੀ, ਸਾਰੀ ਸ਼ਾਪ ਦੀ ਅਸੀਂ ਸਪਲਾਈ ਮੰਗਾਨੇ ਆ ਹੋਲਸੇਲ 'ਚ। ਅਦਰਵਾਈਜ਼ ਸਾਨੂੰ ਕਦੀ ਪ੍ਰੋਬਲਮ ਨਹੀਂ ਸੀ ਆਈ। ਜਦੋਂ ਵੀ ਅਸੀਂ ਆਰਡਰ ਕਰਦੇ ਸੀ, ਥਰੈਡ, ਬੈਕਅਪ, ਇਲਾਸਟਿਕ ਸਾਨੂੰ 1 ਵੀਕ 'ਚ ਮਿਲ ਜਾਂਦੇ ਸੀ। ਹੁਣ ਤੁਹਾਡੇ ਸਾਹਮਣੇ ਆ ਕਿ 2 ਵੀਕ ਆਰਡਰ ਕੀਤੇ ਹੋ ਗਏ। ਅੱਜ ਮੈਂ ਜਦੋਂ ਉਹਨਾਂ ਨੂੰ ਕੰਟੈਕਟ ਕੀਤਾ, ਉਹ ਕਹਿੰਦੇ ਸਟਿਲ ਹਾਲੇ ਨੈਕਸਟ ਵੀਕ ਮੌਂਟਰੀਅਲ ਪਹੁੰਚਣਗੇ, ਫਿਰ ਮੌਂਟਰੀਅਲ ਤੋਂ ਫਿਰ ਤੁਹਾਡੇ ਕੋਲ ਇਲਾਸਟਿਕ ਪਹੁੰਚੂਗਾ। ਯਾਨੀ ਹਲੇ ਟਾਈਮ ਲੱਗੂਗਾ, ਟਾਈਮ ਲੱਗੇਗਾ। ਸੋ ਆਪਾਂ ਇਹੀ ਆ ਕਿ ਜੇ ਕੋਈ ਜਿਹੜੀਆਂ ਸਾਡੀਆਂ ਭੈਣਾਂ ਸੁਣਦੀਆਂ ਆ, ਜਾਂ ਜੇ ਤੁਸੀਂ ਤੁਹਾਡੇ ਕੋਈ ਸ਼ਹਿਰ ਦੇ ਵਿੱਚ ਕਿਤੇ ਇਲਾਸਟਿਕ ਮਿਲਦੀ ਆ ਤੇ ਤੁਸੀਂ ਸਾਨੂੰ ਪਹੁੰਚਦੀ ਕਰ ਸਕਦੇ ਹੋ। ਜੇ ਕੋਈ ਜਿੱਦਾਂ ਟਰੱਕਰਸ ਆਉਂਦੇ ਆ ਕਿਸੇ ਨਾ ਕਿਸੇ ਸ਼ਹਿਰ ਤੋਂ, ਕਈਆਂ ਸ਼ਹਿਰਾਂ 'ਚ ਮਿਲਦੀਆਂ ਆ, ਹਾਂਜੀ, ਔਰ ਕਈ ਜਿੱਦਾਂ ਫੈਬਰਿਕ ਲੈਂਡ ਆ, ਕਈ ਸ਼ਹਿਰਾਂ ਦੇ ਵਿੱਚ ਓਪਨ ਹੁੰਦੇ ਆ ਸਰਟਨ ਆਵਰਸ ਦੇ। ਹਾਂਜੀ, ਮੈਂ ਕੰਟੈਕਟ ਕੀਤਾ ਸੀ ਵਿਲੀਅਮਸ ਲੇਕ ਫੈਬਰਿਕ ਲੈਂਡ, ਉਹ ਕਹਿੰਦੇ ਸਾਡੀ ਲਿਮਿਟ ਹੈ ਕਿ ਅਸੀਂ 20 ਮੀਟਰ ਹੀ ਦਿੰਨੇ ਆ ਇੱਕ ਪਰਸਨ। 20 ਮੀਟਰ ਹੀ ਦਿੰਦੇ ਹੈਗੇ, 20 ਮੀਟਰ। ਤੇ ਜੇ ਕੋਈ ਚਲੋ ਵਿਲੀਅਮਸ ਲੇਕ ਤੋਂ ਵੀ ਹੋਵੇ ਸਾਡੇ 3-4 ਵੀ ਕੰਟੈਕਟ ਕਰਨ ਵਾਲੇ, ਤੇ ਉਹ ਸਾਨੂੰ 20 ਮੀਟਰ ਵੀ ਦੇਣ ਤੇ ਖੂਈ ਤਲਾਬ ਭਰਦਾ ਤੇ ਸਾਡੀ ਹੈਲਪ ਹੋ ਜਾਏਗੀ ਕਿ ਕੁਝ ਮਾਸਕ ਅਸੀਂ ਬਣਾ ਸਕੀਏ। ਦਿਖਾਇਓ ਕਿ ਆਪਾਂ ਇਹਨਾਂ ਨੂੰ ਤਣੀਆਂ ਲਾਈਆਂ, ਬੱਦਰਾਂ ਲਾਈਆਂ ਆ ਨਾ। ਇਲਾਸਟਿਕ ਨਹੀਂ ਲਗਾਣਾ ਤੇ ਤਣੀਆਂ ਵਾਲੇ ਅਸੀਂ ਬਣਾਏ ਹੋਏ ਆ, ਤੁਸੀਂ ਫੇਸ ਤੇ ਬੰਨ ਕੇ ਇਸ ਤਰ੍ਹਾਂ ਤਣੀਆਂ ਬਣ ਸਕਦੇ ਹੋ। ਇਹ ਨਹੀਂ ਕਿ ਕੰਮ ਨਹੀਂ ਰੁਕੂਗਾ, ਕੰਮ ਆਪਣਾ ਚੱਲੇਗਾ ਮਾਸਕ ਦਾ। ਭੈਣ ਜੀ ਵੀ ਤਨੀਆਂ ਵਾਲੇ ਬਣਾਉਂਦੇ ਆ, ਮੈਂ ਵੀ ਤਨੀਆਂ ਵਾਲੇ ਬਣਾਉਣੀ, ਪਰ ਕਸਟਮਰ ਪ੍ਰੈਫਰ ਕਰਦੇ ਕਿ ਇਲਾਸਟਿਕ ਹੋਵੇ ਤੇ ਸਾਨੂੰ ਹੱਥ ਨਹੀਂ ਲਗਾਉਣਾ ਪੈਂਦਾ। ਇੱਕ ਵਾਰੀ ਕੰਨਾਂ ਦੇ ਬੈਕ ਤੋਂ ਅਸੀਂ ਇਲਾਸਟਿਕ ਲਗਾਈਦਾ ਆ ਤੇ ਅਸੀਂ ਮਾਸਕ ਲਗਾ ਲਈਦਾ ਤੇ ਅਸੀਂ ਸੇਫ ਆਪਣੇ ਆਪ ਨੂੰ ਸਮਝਦੇ। ਉਹ ਇਸ ਕਰਕੇ ਇਲਾਸਟਿਕ ਵਾਲੇ ਪ੍ਰੈਫਰ ਕਰਨ ਰਹੇ ਆ, ਉਹਦੇ ਕਰਕੇ ਸਾਨੂੰ ਇਹ ਹਾਰਡ ਸਿਚੁਏਸ਼ਨ ਆ ਗਈ ਆ। ਅਦਰਵਾਈਜ਼ ਤੇ ਸਟ੍ਰਿੰਗ ਵਾਲੀ ਤੇ ਕੋਈ ਪ੍ਰੋਬਲਮ ਹੀ ਨਹੀਂ ਹੈ। ਉਹ ਤੇ ਅਸੀਂ ਜਿਵੇਂ 300-400 ਮਾਸਕ ਡੇਲੀ ਅਸੀਂ ਬਣਾ ਰਹੇ ਆ, ਉਹਨਾਂ ਅਸੀਂ ਬਣਾ ਸਕਦੇ ਹਾਂ। ਤੇ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਥੋੜਾ ਜਿਹਾ ਠੱਲ ਪੈ ਗਈ ਹੈ, ਹੁਣ ਲੋਕੀ ਥੋੜਾ ਜਿਹਾ ਘੱਟ ਪ੍ਰੈਫਰ ਕਰਦੇ ਆ? ਹੁਣ ਕਾਫੀ ਦਿਨ ਹੋਏ ਆ, ਸਾਡੇ ਕੋਲ ਵੀ ਬਹੁਤ ਘੱਟ ਕਾਲਸ ਆ ਰਹੀਆਂ ਹੈਗੀਆਂ, ਬਹੁਤ ਘੱਟ ਲੋਕੀ ਪਿਕਅਪ ਵੀ ਕਰਨ ਆ ਰਹੇ ਹੈਗੇ ਆ। ਸੋ ਲੱਗਦਾ ਆਪਾਂ ਕਿ ਹੁਣ ਇਹ ਮੁਹਿੰਮ ਨੂੰ ਥੋੜੇ ਚਿਰ ਲਈ ਸਟਾਪ ਕਰ ਦਈਏ? ਤੁਸੀਂ ਵੀ ਸਾਹ ਲੈਣਾ ਚਾਹੁੰਦੇ ਆ? ਪਰ ਜੇ ਗਵਰਨਮੈਂਟ ਨੇ ਜਦੋਂ ਓਪਨ ਕੀਤਾ, ਜੇ ਉਹਨਾਂ ਨੇ ਕੰਪਲਸਰੀ ਕਰ ਦਿੱਤਾ ਤੇ ਆਪਾਂ ਫੇਰ ਚੱਕ ਲਾਂਗੇ ਆਪਣੇ ਹਥਿਆਰ। ਹਾਂਜੀ, ਸਾਨੂੰ ਤੇ ਕੋਈ ਹੈ ਹੀ ਨਹੀਂ ਇਹੋ ਜੀ। ਅਸੀਂ ਤਾਂ ਦਿਨ ਰਾਤ ਤੁਹਾਡੀ ਸੇਵਾ ਵਾਸਤੇ ਆ, ਜਦੋਂ ਵੀ ਕਹੋਗੇ ਅਸੀਂ ਤਾਂ ਉਦੋਂ ਹੀ ਮਸ਼ੀਨਾਂ ਚਲਾ ਦੇਣੀਆਂ ਜੀ। ਤੇ ਔਰ ਸਾਰੀਆਂ ਜਿੰਨੀਆਂ ਭੈਣਾਂ ਹੁੰਦੀਆਂ ਉੱਥੇ, ਸਪੈਸ਼ਲੀ ਸਾਡੇ ਬੀਜੀ ਜਿਹੜੇ ਸਾਰਿਆਂ ਦੇ ਲਈ ਇੱਕ ਰੋਲ ਮਾਡਲ ਆ ਕਿ ਉਹ ਦੇਖ ਲਓ ਕਿ ਘਰੇ ਲਿਆ ਕੇ ਵੀ ਸੀਂਦੇ ਆ। ਔਰ ਇੱਕ ਸਾਡੇ ਕੁਲਵੰਤ ਭੈਣ ਜੀ ਆ, ਸਤਵੰਤ ਆ, ਸੁਸ਼ਮਾ ਜੀ ਆ, ਤੇ ਮੈਨੂੰ ਨਾਮ ਮੈਂ ਲੱਕੀ ਆ ਜੀ ਕਿ ਮੈਨੂੰ ਇੰਨਾ ਅੱਛਾ ਸਟਾਫ ਮਿਲਿਆ। ਮੈਂ ਬਹੁਤ ਲੱਕੀ ਆ ਕਿ ਮੈਨੂੰ ਸਟਾਫ ਫੈਮਿਲੀ ਮੈਂਬਰ ਦੀ ਤਰ੍ਹਾਂ ਮਿਲਿਆ। ਤੁਸੀਂ ਵੀ ਹੁਣ ਦੇਖ ਹੀ ਲਿਆ ਹੋਵੇਗਾ, ਉਹਨਾਂ ਨੇ ਕਦੀ ਮੈਨੂੰ ਬੌਸ ਨਹੀਂ ਸਮਝਿਆ, ਮੈਂ ਕਦੀ ਉਹਨਾਂ ਨੂੰ ਸਟਾਫ ਨਹੀਂ ਸਮਝਿਆ। ਐਜ਼ ਅ ਫੈਮਿਲੀ ਮੈਂਬਰ ਅਸੀਂ ਇਹ ਬਿਜ਼ਨਸ ਚਲਾ ਰਹੇ ਹਾਂ। ਮੈਨੂੰ ਬੜਾ ਚੰਗਾ ਲੱਗਦਾ, ਔਰ ਸਾਰੇ ਬੜੇ ਟੈਲੈਂਟਡ ਆ ਬਲਵੀਰ ਜੀ। ਜਿਵੇਂ ਤੁਸੀਂ ਕੁਕਿੰਗ ਕਰਦੇ ਹੋ ਨਾ, ਜਦੋਂ ਮੈਂ ਇਹਨਾਂ ਦੇ ਕੋਲ ਜਾਂਦੀ ਆ, ਨਵੀਂ ਰੈਸਪੀ ਹੁੰਦੀ ਆ, ਕਦੀ ਇਹਨਾਂ ਦੀਆਂ ਗੋਲ ਗੁਲਾਬ ਜਾਮਣਾ ਹੁੰਦੀਆਂ, ਕਦੀ ਇਹਨਾਂ ਦੀਆਂ ਟਿੱਕੀ ਸਟਾਈਲ ਗੁਲਾਬ ਜਾਮਣਾ ਹੁੰਦੀਆਂ ਨਾ। ਤੇ ਮੈਨੂੰ ਲੱਗਦਾ ਕਿ ਹੁਣ ਕੋਵਿਡ ਨੇ ਭਾਰ ਵੀ ਕਾਫੀ ਵਧਾ ਦਿੱਤੇ ਆ, ਕਿਉਂਕਿ ਰੋਜ਼ ਹੀ ਅਸੀਂ ਕੁਝ ਨਾ ਕੁਝ ਐਕਸਪੈਰੀਮੈਂਟ ਕਰਦੇ ਰਹਿੰਦੇ ਆ। ਟਾਈਮ ਤੇ ਪਾਸ ਕਰਨਾ ਕਿਸੇ ਤਰ੍ਹਾਂ, ਨਹੀਂ ਤੇ ਮੈਂਟਲੀ ਤੁਸੀਂ ਅਪਸੈਟ ਹੋ ਜਾਓਗੇ। ਮੈਂ ਹੀ 2 ਵੀਕ ਦੇ ਵਿੱਚ ਇੱਕਦਮ ਡਿਪਰੈਸ਼ਨ 'ਚ ਚਲੇ ਗਈ ਸੀ। ਜੇ ਮੈਂ ਆ ਮੁਹਿੰਮ ਨਾ ਫੜਦੀ ਮਾਸਕ ਦੀ ਤੇ ਸ਼ਾਇਦ ਇਸ ਵੇਲੇ ਮੈਂ ਡਿਪਰੈਸ਼ਨ 'ਚ ਗਈ ਹੁੰਦੀ।
2 ਵੀਕ ਪਰ ਕਹਿੰਦੇ depression 'ਚ- ਵਾਹਿਗੁਰੂ ਜੋ ਵੀ ਕਰਦਾ ਰੂਪਾ ਜੀ ਉਹ ਤੁਹਾਨੂੰ ਕੋਈ ਨਾ ਕੋਈ ਰਾਹ ਦਿਖਾਲ ਦਿੰਦਾ ਹੈ। ਇਹ ਵਾਹਿਗੁਰੂ ਦੀ ਹੀ ਕਥਾ ਕੋਈ ਮੈਂ ਸੁਣ ਰਹੀ ਸੀ ਤੇ ਉਹਨਾਂ ਨੇ ਇਹੀ ਕਿਹਾ, ਮੇਰੇ ਗੁਰੂ ਜਿਨ੍ਹਾਂ ਨੂੰ ਮੈਂ ਮੰਨਦੀ ਆ ਉਹਨਾਂ ਨੇ ਇਹੀ ਕਿਹਾ ਕਿ ਇਸ ਵੇਲੇ ਲੋਕੀ ਕਹਿ ਰਹੇ ਅਸੀਂ ਲੰਗਰ ਦੀ ਸੇਵਾ ਕਰਨੀ, ਅਸੀਂ ਆਹ ਕਰਨਾ ਉਹ ਕਰਨਾ। ਜੇ ਤੁਹਾਡੇ ਹੱਥ 'ਚ ਕੋਈ ਹੁਨਰ ਹੈ ਤੁਸੀਂ ਉਹ ਸੇਵਾ ਕਰ ਲਓ। ਬਸ ਉਹ ਮੇਰੀ ਗੱਲ ਦਿਮਾਗ 'ਚ ਆ ਗਈ ਕਿ ਜੇ ਮੈਂ ਨਹੀਂ ਅਫੋਰਡ ਕਰ ਸਕਦੀ, ਲੰਗਰ ਦੀ ਸੇਵਾ ਮੈਂ ਨਹੀਂ ਕਰ ਸਕਦੀ ਤੇ ਮੇਰੇ ਹੱਥ 'ਚ ਸਟਿਚਿੰਗ ਦਾ ਹੁਨਰ ਹੈ, ਮੈਂ ਉਸੇ ਵੇਲੇ ਉਹਨਾਂ ਦੀ ਕਥਾ ਸੁਣ ਕੇ ਮੈਂ ਮਸ਼ੀਨ ਢਾ ਕੇ ਤੇ ਮੈਂ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ। ਕੀ ਬਾਤ ਹੈ। ਇਨਸਾਨ ਨੂੰ ਕੋਈ ਨਾ ਕੋਈ ਰਾਹ ਉਹ ਵਾਹਿਗੁਰੂ ਦਿਖਾਲ ਦਿੰਦਾ ਹੈ। ਵਾਹਿਗੁਰੂ ਦਿਖਾਉਂਦਾ ਹੈ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਕਿਸ ਤਰ੍ਹਾਂ ਕਿਸੇ ਗੱਲ 'ਚ ਇਨਵੋਲਵ ਹੋ ਜਾਂਦੇ ਇਸੇ ਕਰਕੇ ਮੈਂ ਹੁਣ ਉਸ ਵਾਹਿਗੁਰੂ ਤੇ ਹੀ ਡੋਰੀ ਸੁੱਟੀ ਹੋਈ ਆ ਕਿ ਉਹ ਵਾਹਿਗੁਰੂ ਹੀ ਸਾਰੀ ਦੁਨੀਆ ਦੇ ਵਿੱਚ ਜਿਹੜਾ ਵੀ ਕੋਈ ਐ ਸੌਖੀ ਘੜੀ 'ਚ ਨਿਕਲ ਰਿਹਾ ਉਹ ਵਾਹਿਗੁਰੂ ਹੀ ਉਹਨਾਂ ਦੀ ਹੈਲਪ ਕਰੂਗਾ। ਇਸ ਕਰਕੇ ਅਸੀਂ ਘਬਰਾਈਏ ਨਾ। ਬਿਲਕੁਲ ਜੀ। ਤੇ ਬਲਵੀਰ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹ ਮੁਹਿੰਮ ਨੂੰ ਹੁਣ ਥੋੜਾ ਜਿਹਾ ਆਪਾਂ ਰੱਖਦੇ ਹਾਂ ਸ਼ਾਂਤੀ ਜੀ, ਕਿਉਂਕਿ ਆਪਾਂ ਇਹੀ ਅਰਦਾਸ ਕਰਦੇ ਹਾਂ ਕਿ ਸਾਰਾ ਕੁਝ ਓਵਰ ਹੋ ਜਾਵੇ। ਬਹੁਤ ਸਾਰੇ ਸਟਾਕ 'ਚ ਹੈਗੇ ਸਾਡੇ ਕੋਲ ਮਾਸਕ ਰੂਪਾ ਜੀ, ਤਕਰੀਬਨ 500 ਤੇ ਹੈਗਾ ਨਾ ਆਪਣੇ ਕੋਲ। ਹਾਂਜੀ 500 ਮੇਰੇ ਕੋਲ ਹੋਏਗਾ। ਸੋ 500-600 ਮਾਸਕ ਹਲੇ ਰੈਡੀ ਹੈਗਾ ਆ। ਸੋ ਆਪਾਂ ਆਹ ਵੀਕਐਂਡ ਤੁਹਾਨੂੰ ਆਫ ਦੇਣੇ ਨੇ। ਨਹੀਂ ਆਹ ਵੀਕਐਂਡ ਤੇ ਆਪਾਂ ਓਪਨ ਹੋ ਰਿਹਾ ਆ ਤੇ ਮੈਂ ਚਾਹੁੰਦੀ ਆ ਕਿ ਆਪਾਂ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਆਪੋ ਆਪਣੀ ਗੱਡੀ 'ਚ, ਮੇਰੀ ਗੱਡੀ 'ਚ ਨਹੀਂ, ਆਪੋ ਆਪਣੀ ਗੱਡੀ 'ਚ, ਤੇ ਆਪਾਂ ਕਿਤੇ ਬਾਹਰ ਦੂਰ ਦੂਰ ਬਹਿ ਕੇ ਪਿਕਨਿਕ ਨਾ ਕਰ ਲਈਏ। ਸ਼ੋਰ ਬਹੁਤ ਵਧੀਆ। ਜਿੱਦਾਂ ਅੱਜ ਇੰਨੀ ਕੁ ਦੂਰ ਬੈਠੇ ਆ ਨਾ। ਹਾਂਜੀ ਵੀਕਐਂਡ ਦਾ ਇਸ ਤਰ੍ਹਾਂ ਹੈ ਕਿ ਮੈਨੂੰ ਸਟਾਫ ਨੂੰ ਪੁੱਛਣਾ ਪੈਣਾ ਹੈ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਫੈਮਿਲੀ ਦੇ ਵਿੱਚ ਸਪੈਂਡ ਕਰੀਏ ਟਾਈਮ। ਵੀਕਡੇ 'ਚ ਜੇ ਉਹ ਕਹਿਣਗੀਆਂ ਤੇ ਕਿਤੇ ਆਊਟਿੰਗ ਕਰ ਕੋਈ ਨਹੀਂ ਜੀ, ਆਪਾਂ ਵੀਕਡੇ 'ਚ ਇੱਕ ਭੈਣਾਂ ਦੇ ਨਾਲ ਬਹਿ ਕੇ ਇੱਕ ਦੂਰ ਦੂਰ ਬਹਿ ਕੇ, ਹੁਣ ਤਾਂ ਸੀ ਰਹੀਆਂ ਹੁੰਦੀਆਂ ਨਾ, ਸੋ ਸਾਨੂੰ ਸਾਰੀਆਂ ਸੇਫਟੀ ਕੰਸਰਨ ਜੋ ਵੀ ਹੁੰਦੇ ਆ ਉਹਨਾਂ ਦਾ ਖਿਆਲ ਰੱਖਣਾ ਪੈਂਦਾ ਆ ਕਿ ਅਸੀਂ ਟੱਚ ਨਹੀਂ ਕਰਨਾ ਕੁਝ ਵਾਧੂ, ਅਸੀਂ ਉਹਨਾਂ ਦੇ ਲਾਗੇ ਨਹੀਂ ਜਾਣਾ। ਸੋ ਦੂਰ ਦੂਰ ਬਹਿ ਕੇ ਵੀ ਪਿਕਨਿਕ ਹੋ ਸਕਦੀ ਹੈ ਨਾ, ਜਿੱਦਾਂ ਘੇਰਾ ਥੋੜਾ ਵੱਡਾ ਤੁਹਾਨੂੰ ਸ਼ਾਇਦ ਯਾਦ ਹੋਣਾ ਹੈ, ਕੋਟਲਾ ਛਪਾਕੀ ਵੀ ਖੇਡਦੇ ਹੁੰਦੇ, ਇੱਕ ਜਿਹੜਾ ਪਿੱਛੇ ਘੁੰਮ ਕੇ ਖੋ ਖੇਲਦੇ ਹੁੰਦੇ ਸੀ। ਸੋ ਇਦਾਂ ਆਪਾਂ ਥੋੜਾ ਡਿਸਟੈਂਸ ਰੱਖ ਕੇ ਬਹਿ ਲਾਂਗੇ। ਸੋ ਬਲਵੀਰ ਜੀ ਕੀ ਕਹੋਗੇ ਜੀ ਤੁਸੀਂ? ਬੜਾ ਵਧੀਆ ਲੱਗਾ, ਮੈਨੂੰ ਲੱਗਦਾ ਸੀ ਕਿ ਅਸੀਂ ਇਹਨਾਂ ਗੱਲਾਂ ਨੂੰ ਡਿਸਕਸ ਕਰੀਏ ਤਾਂ ਕਿ ਦੱਸ ਸਕੀਏ ਕਿ ਇਹ ਜੇ ਮੁਹਿੰਮ ਚੱਲ ਰਹੀ ਹੈ, ਜੇ ਇਹੋ ਪੂਰੀ ਦੁਨੀਆ ਦੇ ਵਿੱਚ ਕਹਿ ਲਓ ਕਿ ਮਾਸਕ ਪਹੁੰਚ ਰਹੇ ਆ ਤੇ ਇਹਨਾਂ ਦੇ ਪਿੱਛੇ ਆਹ ਮੇਰੀ ਸਟਰੈਂਥ ਆ। ਨਹੀਂ ਬਿਲਕੁਲ, ਅਸੀਂ ਤਾਂ ਜੋ ਕਰ ਹੀ ਰਹੇ ਆ ਹਨਾ, ਕਰ ਰਹੇ ਆ, ਪਰ ਤੁਹਾਡਾ ਵੀ ਬਹੁਤ ਜ਼ਿਆਦਾ ਐਫਰਟ ਹੈਗਾ, ਬਹੁਤ ਯੋਗਦਾਨ ਆ। ਤੁਸੀਂ ਨਹੀਂ ਤਾਂ ਕਿਹਦੇ ਕੋਲ ਟਾਈਮ ਆ, ਤੁਸੀਂ ਰਾਤ ਨੂੰ 10-10 11-11 ਵਜੇ ਰੋਲਾਂ ਦੇ ਰੋਲ ਕੱਪੜੇ ਦੇ ਕੇ ਜਾਂਦੇ ਆ, ਕਦੀ ਰੀਲ ਫੜਾ ਜਾਓ, ਕਦੀ ਆਹ ਕਰ ਦੋ। ਤੁਹਾਡੀ ਮੇਰੇ ਖਿਆਲ 'ਚ ਸਾਰਿਆਂ ਨਾਲੋਂ ਜ਼ਿਆਦਾ ਰਿਸਪੌਂਸਿਬਿਲਿਟੀ ਤੁਹਾਡੀ ਆ। ਅਸੀਂ ਤਾਂ ਸਿਰਫ ਸੀਂਦੇ ਹੀ ਆ, ਕੱਪੜਾ ਸਾਡੇ ਕੋਲ ਆ, ਸਾਡੇ ਹਾਂਜੀ ਸਾਰਾ ਕੁਝ ਸਾਡੇ ਕੋਲ ਆ, ਤੇ ਤੁਸੀਂ ਕੋਲੋਂ ਪੈਸੇ ਲਾ ਕੇ ਜਿਹੜੇ ਸ਼ਿਪਿੰਗ ਕਰਦੇ ਆ, ਕਦੀ ਜਰਮਨ, ਕਦੀ ਨਿਊਯਾਰਕ, ਟੋਰਾਂਟੋ, ਹਨਾ, ਉਹ ਵੀ ਤੁਹਾਡਾ ਬਹੁਤ ਵਧੀਆ ਯੋਗਦਾਨ ਆ। ਤੁਸੀਂ ਸਾਰੀ ਤੁਹਾਡੀ ਜਿੱਦਾਂ ਤੁਹਾਡੀ ਸੇਵਾ ਲਾਤੀ ਵਾਹਿਗੁਰੂ ਨੇ, ਤੁਸੀਂ ਸ਼ੁਰੂਆਤ ਕਰ ਦਿੱਤੀ, ਇਹਨਾਂ ਨੇ ਅੱਗੇ ਹੋ ਕੇ ਇਹਨੂੰ ਕੈਰੀ ਫਾਰਵਰਡ ਕਰ ਲਿਆ ਤੇ ਇਸੇ ਤਰ੍ਹਾਂ ਹੀ ਮੇਰੀ ਨਾਲ ਸੇਵਾ ਲੱਗ ਗਈ। ਤੇ ਉਸ ਤੋਂ ਬਾਅਦ ਜਿੰਨੇ ਸਾਡੇ ਸੁਣ ਰਹੇ ਆ ਪਰਿਵਾਰ, ਜਿਨ੍ਹਾਂ ਨੇ ਆਪਣਾ ਜੋ ਵੀ ਦਸਵੰਧ ਕੱਢਿਆ, ਜਿੰਨੇ ਵੀ ਮਾਸਕ, ਕਈ ਅਸੀਂ ਕੋਈ ਇਹਦਾ ਨਹੀਂ ਰੱਖਿਆ, ਕਈ ਲੋਕ ਕਹਿੰਦੇ ਕਿ ਤੁਸੀਂ ਮਾਸਕ ਵੇਚੋ, ਮੈਂ ਕਿਹਾ ਜੀ ਕਾਹਦੇ ਲਈ? ਇਹ ਸਿਚੁਏਸ਼ਨ ਹੀ ਇਦਾਂ ਦੀ ਹੈ ਕਿ ਇਸ ਸਿਚੁਏਸ਼ਨ ਦੇ ਵਿੱਚ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ। ਸੋ ਕਿੰਨਾ ਕੁ ਕਮਾਈ ਕਰ ਲਾਂਗੇ ਮਾਸਕ ਵੇਚ ਕੇ, ਕਿੱਥੇ ਚਲ ਜਾਣਾ? ਹੁਣ ਕੈਨੇਡਾ 'ਚ ਤਾਂ ਆ ਗਏ, ਤੋਂ ਪਰੇ ਗਾਂ ਕੀ ਆ, ਸਮੁੰਦਰ ਆ, ਕਿੱਥੇ ਚਲੇ ਜਾਣਾ ਨਾ। ਸੋ ਇਸ ਕਰਕੇ ਅਸੀਂ ਸਿਰਫ ਸੇਵਾ ਹੀ ਕਰ ਰਹੇ ਸੀ, ਪਰ ਜਿਨ੍ਹਾਂ ਲੋਕਾਂ ਨੇ ਆਪਣਾ ਦਸਵੰਧ ਵੀ ਕੱਢਿਆ, ਜਿਨ੍ਹਾਂ ਨੇ ਕੱਪੜਾ ਵੀ ਡੋਨੇਟ ਕੀਤਾ, ਜਿਨ੍ਹਾਂ ਨੇ ਲਾਸਟਿਕ ਵੀ ਭੈਣਾਂ ਨੇ ਡੋਨੇਟ ਕੀਤੀ, ਘਰਾਂ ਤੋਂ ਵੀ ਭੈਣਾਂ ਸੀ ਕੇ ਸਾਨੂੰ ਦੇ ਰਹੀਆਂ ਨੇ, ਔਰ ਲੰਚ ਵੀ ਕਈ ਭੈਣਾਂ ਸਾਡੇ ਲਈ ਲੈ ਕੇ ਆਈਆਂ, ਔਰ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੁਹਿੰਮ ਦੇ ਵਿੱਚ ਰਲ ਕੇ ਹਿੱਸਾ ਪਾਇਆ। ਸੋ ਰੂਪਾ ਜੀ ਕੀ ਕਹੋਗੇ ਤੁਸੀਂ ਸਾਡੇ ਸਾਂਝਾ ਟੀਵੀ ਦੇਖ ਰਹੇ ਪਰਿਵਾਰਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆਪਣੇ ਵੱਲੋਂ? ਮੈਸੇਜ ਮੈਂ ਇਹ ਦੇਣਾ ਚਾਹੂੰਗੀ ਕਿ ਜਦੋਂ ਵੀ ਕੋਵਿਡ-19 ਹੋ ਜਾਵੇ ਫਿਨਿਸ਼, ਪਲੀਜ਼ ਆਪਣਾ ਧਿਆਨ ਰੱਖੋ, ਆਪਣਾ ਬੱਚਿਆਂ ਦਾ ਧਿਆਨ ਰੱਖੋ, ਆਪਣੀ ਫੈਮਿਲੀ ਦਾ ਧਿਆਨ ਰੱਖੋ। ਗੈਟ ਟੂਗੇਦਰ ਦੁਬਾਰਾ ਨਾ ਕਰੋ, ਕੁਝ ਟਾਈਮ ਵਾਸਤੇ ਇਹ ਸਾਲ ਔਖਾ ਹੋ ਕੇ ਕੱਢ ਲਓ, ਬਟ ਗੈਟ ਟੂਗੇਦਰ ਕਰਨ ਵਾਸਤੇ ਬਹੁਤ ਸਮੇਂ ਪਿਆ ਜੀ। ਤੇ ਬਲਵੀਰ ਜੀ ਤੁਸੀਂ ਕੀ ਕਹੋਗੇ ਜੀ? ਮੈਂ ਵੀ ਇਹੀ ਕਹੂੰਗੀ ਕਿ ਸਾਵਧਾਨ ਹੋ ਕੇ ਰਹੋ, ਕਰਕੇ ਆਪਣੀ ਸੇਫਟੀ ਸਾਡੇ ਆਪਣੇ ਹੱਥ ਆ। ਡਿਸਟੈਂਸ ਜ਼ਰੂਰ ਫੋਲੋ ਕਰੋ, ਤੇ ਜਿਵੇਂ ਕਿ ਮਾਸਕ ਹੁਣ ਤਾਂ ਚਲੋ ਜਿਵੇਂ ਸਾਰਿਆਂ ਨੇ ਕੰਮਾਂ ਤੇ ਵਾਪਸ ਚਲ ਜਾਣਾ, ਕੰਮਾਂ ਵਾਲੇ ਵੀ ਪ੍ਰੋਵਾਈਡ ਕਰਨਗੇ ਹਨਾ ਸਾਰਿਆਂ ਨੂੰ, ਕਰਕੇ ਉਹਨਾਂ ਨੂੰ ਵੀ ਹਦਾਇਤਾਂ ਫੋਲੋ ਕਰਨੀਆਂ ਪੈਣੀਆਂ ਆ। ਸੋ ਸਾਰਿਆਂ ਦੇ ਕੋਲ ਜੇ ਮਾਸਕ ਹੋਣਗੇ, ਗਲਵ ਹੋਣਗੇ, ਉਹ ਜ਼ਰੂਰ ਪਾਓ ਤੇ ਆਪਣੀ ਸੇਫਟੀ ਦਾ ਖਿਆਲ ਰੱਖੋ, ਡਿਸਟੈਂਸ ਬਣਾ ਕੇ ਰੱਖੋ ਹਨਾ ਜੀ। ਤੇ ਥੈਂਕ ਯੂ ਤੁਹਾਡਾ ਰੂਪਾ ਜੀ, ਔਰ ਬਲਵੀਰ ਜੀ ਤੁਸੀਂ ਆਪਣਾ ਸਮਾਂ ਦਿੱਤਾ, ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਰੁਪਿੰਦਰ ਕਲਸੀ, ਜਿਨ੍ਹਾਂ ਨੂੰ ਤੁਸੀਂ ਸਾਰੇ ਰੂਪਾ ਜੀ ਦੇ ਨਾਂ ਨਾਲ ਜਾਣਦੇ ਹੋ, ਤੇ ਬਲਵੀਰ ਕੌਰ ਢਿੱਲੋਂ। ਸੋ ਮਾਸਕ ਬਣਾਉਣ ਦੀ ਮੁਹਿੰਮ ਇਸੇ ਤਰ੍ਹਾਂ ਹੀ ਚੱਲਦੀ ਰਹੂਗੀ। ਬਹੁਤ ਸਾਰੇ ਮਾਸਕ ਸਾਡੇ ਕੋਲ ਨੇ, ਤੁਹਾਨੂੰ ਵੀ ਚਾਹੀਦੇ ਆ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ।
ਸੋ ਵਾਂਸ ਅਗੇਨ ਥੈਂਕ ਯੂ ਸਾਡੇ ਸਾਰੇ ਹੀ ਸਪਾਂਸਰਸ ਦਾ। ਪਰ ਤੁਸੀਂ ਸਾਂਝਾ ਟੀਵੀ ਬਿਲਕੁਲ ਨਹੀਂ ਬੰਦ ਕਰਨਾ, ਕਿਉਂਕਿ ਮੇਰੇ ਤੋਂ ਬਾਅਦ ਪੁਨੀਤ ਜੀ ਆ ਰਹੇ ਨੇ ਬਹੁਤ ਹੀ ਵਧੀਆ ਸ਼ੋਅ ਲੈ ਕੇ, ਸਾਫ਼ ਤੇ ਸਪਸ਼ਟ। ਸੋ ਇਸੇ ਤਰ੍ਹਾਂ ਹੀ ਅਗਲੀ ਵਾਰ ਫਿਰ ਕਿਸੇ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤੁਸੀਂ ਰੱਖਿਓ ਆਪਣਾ ਖਿਆਲ। ਮੇਰੇ ਵੱਲੋਂ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਜੀ।